ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਤੁਸੀਂ ਕਹਿਣਾ ਵੀ ਯਾਰ ਬੰਦਾ ਆਉਂਦਿਆਂ ਧੰਨਵਾਦ ਕਰਨ ਲੱਗ ਪਿਆ, ਆਉਂਦਿਆਂ ਤੇ ਸਵਾਗਤ ਕਰੀਦਾ। ਦੇਖੋ ਧੰਨਵਾਦ ਮੈਂ ਕੱਲ੍ਹ ਦੇ ਹਿਸਾਬ ਨਾਲ ਕਰ ਰਿਹਾ, ਕਿਉਂਕਿ ਕੱਲ੍ਹ ਆਪ ਜੀ ਨੇ ਦਵਾਈਆਂ ਬੂਟੀਆਂ ਜੜੀਆਂ ਨੁਸਖੇ ਕਈ ਕੁਛ ਦੱਸਿਆ ਤੇ ਉਹ ਸਾਰਾ ਕੁਛ ਤੇ ਨਹੀਂ ਮੈਂ ਕਰ ਸਕਿਆ। ਜਿੰਨਾ ਕੁ ਵੀ ਹੋ ਸਕਿਆ ਉਹਦੇ ਨਾਲ ਮੈਂ ਅੱਜ ਕੱਲ੍ਹ ਨਾਲੋਂ 50 ਕੁ ਪੈਸੇ ਹੋਰ ਕਾਇਮ ਆ। ਇਸੇ ਕਰਕੇ ਆਪਣੇ ਟਾਈਮ 'ਤੇ ਅਸੀਂ ਹਾਜ਼ਰ ਹਾਂ। ਮੈਂ ਉਹੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰੋਗਰਾਮ ਵੀ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV ਐਂਡ ਤੁਸੀਂ ਵੀ ਉਹੀ। ਜੇ ਅੱਜ ਤੁਸੀਂ ਪਹਿਲੀ ਵਾਰ ਸਾਡੇ ਨਾਲ ਜੁੜੇ ਹੋ ਤੇ ਆਸ ਕਰਦੇ ਹਾਂ ਵੀ ਜੁੜੇ ਰਹੋਗੇ, ਪਰਿਵਾਰ ਦੇ ਮੈਂਬਰ ਬਣੇ ਰਹੋਗੇ। ਹਾਓ ਸਬਸਕ੍ਰਾਈਬ ਵਾਲਾ ਬਟਨ ਜਿਹਾ ਕਹਿੰਦੇ ਹੁੰਦੇ, ਕੋਈ ਘੰਟੀ ਵਾਲਾ ਕਹਿੰਦੇ ਹੁੰਦੇ, ਇਹ ਦੱਬ ਦੁੱਬ ਛੱਡਿਆ ਕਰੋ, ਤੁਹਾਨੂੰ ਰੋਜ਼ ਪਤਾ ਲੱਗਦਾ ਰਿਹਾ ਕਰੂ ਵੀ ਬੰਦੇ ਆ ਗਏ। ਆਹ ਲਾਈਕ ਵਾਲਾ ਬਟਨ ਤੁਸੀਂ ਦੱਬਦੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਜ ਵੀ ਫਿਰ ਦੱਬ ਲੈਣਾ, ਕਈ ਵਾਰ ਚੇਤਾ ਭੁੱਲ ਜਾਂਦਾ, ਪ੍ਰੋਗਰਾਮ ਸੁਣ ਕੇ ਦੇਖ ਕੇ ਨਿਕਲ ਜਾਂਦੇ ਹੋ। ਤੇ ਨਾਲ ਵਾਲਾ ਬੰਦਾ ਅਸੀਂ ਦੱਬਿਆ ਨਹੀਂ, ਮੇਰਾ ਮਤਲਬ ਨਾਲ ਬਿਠਾਇਆ। ਕੀ ਹਾਲ WhatsApp? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋਚਦਾ ਸੀ ਕਿ ਪਰਿਵਾਰਵਾਦ ਕੀ ਹੁੰਦਾ, ਕੀ ਹੁੰਦਾ ਜੀ? ਅੱਜ ਪਤਾ ਲੱਗਾ। ਅੱਛਾ, ਹੁਣ ਅੱਖਾਂ ਖੁੱਲੀਆਂ ਨੇ? ਅੱਖਾਂ ਖੁੱਲੀਆਂ ਕਿੱਦਾਂ? ਕਵਾੜ ਖੁੱਲੇ, ਕਵਾੜ ਕਿੱਦਾਂ ਉਹ ਇਦਾਂ ਖੁੱਲੇ ਸੰਧਾਲੀਆ ਧੁੱਪੇ ਤੇ ਨਹੀਂ ਜਾਏ ਕਿਤੇ ਅੱਜ? ਨਹੀਂ ਕਿ ਟੱਬਰਵਾਦ ਦੀ ਰਾਜਨੀਤੀ ਕਿ ਸੁਝਾਅ ਮੰਗੇ ਕੱਲ, ਟੱਬਰ ਨੇ ਸੁਝਾਅ ਦਿੱਤੇ, ਤੁਸੀਂ ਉਸ ਸੁਝਾਅ ਅਪਲਾਈ ਕੀਤੇ, ਛਕਿਆ ਬਣਾ ਕੇ, ਉਹਨਾਂ ਦਾ ਧੰਨਵਾਦ ਕਰ ਦਿੱਤਾ। ਜਿਹੜਾ ਕੁੰਡੇ 'ਚ ਕੁੱਟਦਾ ਰਿਹਾ ਸਾਰੀ ਰਾਤ ਵੀ ਆਹ ਵੀ ਲੈ ਆ ਸਮਾਨ, ਉਹ ਵੀ ਲਿਆ, ਹਾਏ ਓਏ ਚੁੰਨੀ ਬੰਨ ਕੇ ਪੈ ਗਿਆ ਸਰਦਾਰ ਗੱਲ ਜਾਂਦਾ ਹੀ। ਦੇਖੋ ਗੱਲ ਪਤਾ ਕੀ WhatsApp, ਜਿਹੜਾ ਉਹ ਨੌ ਤੇ ਸਾਈ ਲੱਗ ਜਾਂਦੇ ਨੇ ਜਦੋਂ, ਉਦੋਂ ਬਾਅਦ ਉਹਦਾ ਕੋਈ ਮੁੱਲ ਨਹੀਂ ਹੁੰਦਾ। ਠੀਕ ਦੇਖੋ ਕਾਰਨ ਹੈ ਵੀ ਉਦੋਂ ਪਹਿਲਾਂ ਉਹ ਨਿਆਣਿਆਂ ਨੂੰ ਖਿਡਾਉਣਾ, ਨਿਆਣੇ ਗੋਦੀ ਚੁੱਕਣੇ, ਭਾਵੇਂ ਅੱਧਾ ਲਿਬੜਿਆ ਹੋਵੇ ਭਾਵੇਂ ਪੌਣਾ ਲਿਬੜਿਆ ਹੋਵੇ, ਉਹਨਾਂ ਚਿਰ ਤੱਕ ਤੋਂ ਇੰਨਾ ਪਿਆਰਾ ਲੱਗਣਾ ਵੀ ਆਪਣਾ ਜਵਾਕ ਉਹਨਾਂ ਪਿਆਰਾ ਨਹੀਂ ਲੱਗਦਾ, ਕਿਉਂਕਿ ਪਤਾ ਹੁੰਦਾ ਵੀ ਇਹਦੇ ਮਾਂ ਪਿਓ ਦੀ ਵੋਟ ਹੈਗੀ। ਤੇ ਜਿੱਦਣ ਵੋਟ ਪੈ ਜਾਂਦੀ ਇਹ ਪਤਾ ਲੱਗ ਜਾਂਦਾ ਵੀ ਹਾਂ ਹੁਣ ਨੌ ਤੇ ਸਿਆਹੀ ਲੱਗ ਗਈ ਤੇ 5 ਸਾਲ ਲੋੜ ਨਹੀਂ ਪੈਣੀ ਵੀਰ ਜੀ। ਫਿਰ ਕੀ ਲੋੜ ਹੈ? ਜਿੱਦਣ ਹੁਣ ਦੁਬਾਰਾ ਬਿਮਾਰ ਹੋਊਗਾ ਫਿਰ ਵੀਰ ਯਾਦ ਆਉਣਾ ਹੈ। ਮੈਂ ਜਦੋਂ ਸਰਕਾਰੀ ਗਵਾਹ ਬਣ ਕੇ ਨਾ ਕੱਲੀ ਭਰਤ ਫੋਲੀ, ਆਹਾ ਕੇਸ ਕੱਲੇ ਥਾਣੇ 'ਚ ਹੋਊਗਾ, ਜ਼ਮਾਨਤਾਂ ਅੱਧਿਆਂ ਦੀਆਂ ਹੋਣਗੀਆਂ, ਅੰਦਰ ਬੰਦਾ ਫੇਰ ਹੋਊਗਾ। ਮੈਂ ਕਹਿੰਦਾ 500 ਕੀ ਦਰਖਤ ਮਗਰ 5 ਰੁਪਈਏ ਨਹੀਂ ਬੰਦਾ ਛੱਡਦਾ ਜੇ ਕੋਈ ਟੁੱਟਿਆ ਦਰਖਤ। ਨਹੀਂ ਚਲੋ ਕੋਈ ਗੱਲ ਨਹੀਂ, ਨਾਲ ਸਾਰੇ ਹੀ ਜਾਂਦੇ ਨੇ ਮੁੜ ਕੇ। ਨਹੀਂ ਮੈਂ ਸਰਕਾਰੀ ਗਵਾਹ ਬਣ ਜਾਣਾ, ਉਹਨੂੰ ਥੋੜਾ ਜਿਹਾ ਰਹਿਮ ਦੀ ਨਿਗਾਹ ਨਾਲ ਦੇਖਦੇ ਹੁੰਦੇ। ਆਹ ਅੱਜ ਕੱਲ੍ਹ ਤੇ ਕੀ ਬੜਾ ਕੰਮ ਚੱਲ ਪਿਆ ਨਾ ਕੁਛ ਨਵਾਂ ਹੀ ਸੱਪ ਨਿਕਲ ਆਉਂਦਾ। ਪਰ ਚਲੋ ਇਹ ਜੋ ਵੀ ਹੈਗਾ ਜੀ, ਅਸੀਂ ਤੇ ਇਹ ਬੇਨਤੀ ਕਰਦੇ ਹਾਂ ਵੀ ਬੰਦਾ ਹੱਕ ਲਾਲ ਦੀ ਖਾਵੇ, ਥੋੜੀ ਖਾ ਲੇ ਜੀ, ਹੈ ਨਾ। ਬਹੁਤੀ ਇੱਕ ਰਾਂ ਬੰਦਾ ਜਦੋਂ ਚੋਪੜੀ ਖਾਣ ਦੇ ਲਾਲਚ 'ਚ ਪੈ ਜਾਂਦਾ, ਉਹ ਫਿਰ ਚੋਪੜੀ ਹੌਲੀ ਤੰਗ ਕਰਦੀ। ਫਿਰ ਅਖੀਰ ਡਾਕਟਰ ਕਹਿੰਦਾ ਵੀ ਭਾਜੀ ਥੋੜ੍ਹਾ ਜਿਹਾ ਸਾਦਾ ਖਾਇਆ ਕਰੋ, ਵੈਸੇ ਤੇ ਲੋੜ ਪਵੇ ਤੇ ਤੁਸੀਂ 2 ਟਾਈਮ ਹੀ ਖਾਇਆ ਕਰੋ, ਉਹਦੇ 'ਚੋਂ ਵੀ 1 ਟਾਈਮ ਬਸ ਹਲਕਾ ਖਾਣਾ ਜੀ। ਫਿਰ ਵੀ ਤੇ ਬੰਦਾ ਉੱਥੇ ਆਉਂਦਾ ਹੀ ਹੈ ਜਦੋਂ ਉਹਨੂੰ ਪਤਾ ਲੱਗਦਾ। ਕਿਸੇ ਵੇਲੇ ਤੁਸੀਂ ਕਿਤੇ ਆਮ ਚੰਗਾ ਭਲਾ ਬੰਦਾ ਜਿਹੜਾ ਆਪਣੇ ਵਕੀਲ ਆ, ਨੋਨ ਬੰਦਿਆਂ 'ਚੋਂ ਮਿਲ ਪੈਂਦਾ ਨਾ, ਪਹਿਲਾਂ ਰਾਸ਼ਨ ਉਹਨਾਂ ਦਾ ਚੱਕਣਾ ਹੁੰਦਾ। ਪਹਿਲਾਂ ਆਮ ਤੌਰ 'ਤੇ ਉਹ ਰੋਟੀਆਂ ਗਿਣ ਕੇ ਨਹੀਂ, ਉਹ ਮਿਣ ਕੇ ਖਾਣ ਵਾਲੇ ਬੰਦੇ ਹੁੰਦੇ ਆਏ ਨਾ ਵੀ ਇੰਨੀਆਂ ਖਾਣੀਆਂ। ਤੇ ਮੁੜ ਕੇ ਜਦੋਂ ਬਾਅਦ 'ਚ ਕਿਤੇ ਬੰਦੇ ਨੂੰ ਦੇਖੋ ਵੀ ਹੁਣ ਕੀ ਹੋਇਆ, ਕੁਛ ਨਹੀਂ ਬਸ ਇੰਨੀ ਕੁ ਦਾ ਸੁੱਕਾ ਖੁਸ਼ਕ ਫੁਲਕਾ ਹੈ ਨਾ, ਤੇ ਨਾਲ ਥੋੜੀ ਜਿਹੀ ਬਸ ਪਾਣੀ ਵਰਗੀ ਚਾਹ ਜੀ, ਕੋਈ ਬਹੁਤਾ ਮਿੱਠਾ ਮੁੱਠਾ ਨਾ ਮਿੱਠਾ ਤੇ ਉੱਪਰ ਲਾਗੇ ਨਹੀਂ ਜਾਂਦੇ। ਹਾਂ, ਤੇ ਜੇ ਉਹਦੇ ਲਾਗੇ ਲਿਫਾਫਾ ਵੇਖੋ ਤਾਂ ਐਡਾ ਹੁੰਦਾ ਦਵਾਈਆਂ ਦਾ, ਉਹ 'ਚੋਂ 4 ਟਾਈਮ ਖਾਣੀਆਂ, ਵੈਸੇ 3 ਟਾਈਮ ਖਾਂਦੇ ਆਮ ਲੋਕੀ। ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਉਹਨਾਂ ਸਿਚੁਏਸ਼ਨਸ ਤੱਕ ਜਾਣ ਨੂੰ ਵੈਸੇ ਹੀ ਚੰਗਾ ਵੀ ਬੰਦਾ ਹਿਸਾਬ ਨਾਲ ਰਵੇ। ਨਹੀਂ ਬੜੇ ਸੱਜਣ ਨੇ ਵੈਸੇ, ਉਹ ਫਾਰਮੂਲਾ ਮੈਨੂੰ ਸਮਝ ਨਹੀਂ ਆਇਆ, ਹੋ ਸਕਦਾ ਠੀਕ ਹੋਵੇ। ਚਾਹ ਫਿੱਕੀ ਲੱਡੂ ਦੋ ਨਹੀਂ ਐ ਦੇ ਉਹ ਬੰਦੇ ਵੀ ਹੈਗੇ ਨੇ, ਉਹ ਕਹਿੰਦਾ ਯਾਰ ਚਾਹ ਨਹੀਂ ਪੀਂਦੇ, ਅੱਛਾ ਕਹਿੰਦਾ ਦੁੱਧ ਲੈ ਆਓ, ਫਿੱਕਾ ਲੈ ਕਹਿੰਦਾ ਏਦਾਂ, ਕਹਿੰਦਾ ਜਲੇਬੀਆਂ ਹੈਗੀਆਂ ਲਾ ਜਲੇਬੀਆਂ। ਬਾਕੀ ਸੰਧਾਲੀਆ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਅਗਲੇ ਬਖਸ਼ਦੇ ਨਹੀਂ, ਅਗਲੇ ਛੱਡਦੇ ਨਹੀਂ ਹੈਗੇ, ਉਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਆ ਕਰੋ। ਇਹ ਮਤ ਸਮਝਿਆ ਕਰੋ ਕਿ ਸਾਨੂੰ ਕੋਈ ਵਹਿੰਦਾ ਨਹੀਂ, ਸਾਰੇ ਵੇਖਦੇ ਆ, ਸਾਰੇ ਧਿਆਨ ਰੱਖਦੇ ਆ। ਚੰਨੀ ਸਾਹਿਬ ਚਾਹੇ 3 ਮਹੀਨੇ ਮੁੱਖ ਮੰਤਰੀ ਬਣੇ, ਚਾਹੇ 4 ਮਹੀਨੇ, ਚਰਨਜੀਤ ਸਿੰਘ ਜੀ ਚੰਨੀ ਸਾਹਿਬ ਅੱਜ ਕੱਲ੍ਹ ਉਹ ਸਾਬਕਾ ਮੁੱਖ ਮੰਤਰੀ ਨੇ, ਤੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਨੇ, ਨਾਲ ਹੀ ਸਾਬਕਾ ਵਿਧਾਇਕ ਨੇ, ਨਾਲ ਹੀ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ। ਕਿੰਨੇ ਸਾਬਕਾ ਨੇ ਉਹ? ਹੁਣ ਉਹ ਕਿੰਨੇ ਹੀ ਸਾਬਕਾ ਜਦੋਂ ਹੋਏ, ਕਿਉਂਕਿ ਮੈਨੂੰ ਐਂ ਲੱਗਦਾ ਕਿ ਪਿਛਲੇ 18-20 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲੇ ਕੋਈ ਅਹੁਦਾ ਨਹੀਂ ਹੈ। ਕਦੇ ਕੌਂਸਲਰ, ਫਿਰ ਨਗਰ ਕੌਂਸਲ ਦੇ ਪ੍ਰਧਾਨ, ਉਹਦੇ ਬਾਅਦ ਜੂੰ MLA ਬਣਨ ਲੱਗੇ, ਫਿਰ ਕੈਬਨਿਟ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਫਿਰ ਜਾ ਕੇ ਮੁੱਖ ਮੰਤਰੀ, ਤੇ ਇੱਕਦਮ ਥੱਲੇ ਜਾਣੀ ਕੌਂਸਲਰ। ਇੱਕ ਅਹੁਦਾ ਹੈਗਾ ਤੁਸੀਂ ਭੁੱਲ ਗਏ, ਜਿੰਨੇ ਲੀਡਰ ਨੇ ਉਹ ਇੱਕ ਵਾਰ ਹਾਰੇ ਆ। ਉਹ ਇਕਲੌਤਾ ਬੰਦਾ ਜਿਹੜਾ 2 ਵਾਰ ਹਾਰਿਆ, ਉਹ ਵੀ ਇੱਕੋ ਦਿਨ 'ਚ 21 ਇਲੈਕਸ਼ਨ 'ਚ 2 ਵਾਰ ਹਾਰਨਾ, ਇਹ ਵੀ ਤੇ ਉਹਦਾ ਹੀ ਹੈ ਯਾਰ। ਨਹੀਂ ਮਾਫ ਕਰਨਾ, ਫਿਰ ਚੇਤਾ ਰੱਖਿਆ ਕਰੋ, ਤੁਸੀਂ ਸਤਿਕਾਰ ਨਹੀਂ ਘਟਾ ਸਕਦੇ। ਨਹੀਂ ਮੈਂ ਬਿਲਕੁਲ, ਮੈਂ ਘਟਾਉਣਾ ਚਾਹੁੰਦਾ ਹੀ ਨਹੀਂ। ਤੁਸੀਂ ਦੇਖੋ ਕਿ ਹੋਇਆ ਕੀ ਹੈ ਕਿ
ਹੁਣ ਚਾਹੇ ਉਹ 3 ਜਾਂ 4 ਮਹੀਨੇ ਰਹੇ ਆ, ਕੈਪਟਨ ਸਾਹਿਬ ਲੰਬਾ ਸਮਾਂ ਰਹੇ ਆ, ਉਹ ਕੈਪਟਨ ਸਾਹਿਬ ਕਿਤੇ ਕਿਤੇ ਖੜਕਦੇ ਆ ਅਜੇ ਵੀ, ਚਾਹੇ ਮੱਤੇਵਾੜ ਵਾਲੇ ਮੁੱਦੇ ਦੇ ਉੱਤੇ, ਜੰਗਲਾਂ ਦੇ ਮੁੱਦੇ ਤੇ ਬਾਕੀਆਂ ਤੋਂ ਬਿਲਕੁਲ ਵੱਖਰਾ ਬਿਆਨ ਦਿੱਤਾ, ਪਰ ਦਿੱਤਾ। ਚਾਹੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਿਥਣ ਤੋਂ ਬਾਅਦ ਚੰਨੀ ਸਾਹਿਬ ਤਾਂ ਬੋਲਦੇ ਨਹੀਂ, ਕੁਸਕੇ ਨਹੀਂ, ਕੂੰਦੇ ਨਹੀਂ, ਉਹ ਕਹਿੰਦੇ ਹੁੰਦੇ ਮੇਰੇ ਕੋਲ ਫਾਈਲਾਂ ਪਈਆਂ, ਮੈਂ ਲੈ ਆਉਣੀਆਂ। ਉਹ ਤਾਂ ਕਹਿੰਦੇ ਹੁੰਦੇ ਮੈਂ ਚੱਲਾਂ, ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਮਿਲੂੰਗਾ ਭਾਈ, ਮੈਂ ਫਾਈਲਾਂ ਉੱਥੇ ਦੇਣੀਆਂ, ਫੇਰ ਨਾ ਆਖਿਓ। ਉਹ ਅਕਸਰ ਕਹਿੰਦੇ ਹੁੰਦੇ ਆ। ਨਹੀਂ, ਉਹ ਪਰ ਕਹਿੰਦੇ ਹੀ ਆ ਨਾ। ਹਾਂਜੀ, ਤੁਸੀਂ ਦੇਖੋ ਉਹਦੇ ਸਿੱਧੂ ਸਾਹਿਬ ਨੂੰ ਕਦੋਂ ਤੋਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਤੇਲੰਗਾਨਾ ਜਾਓ, ਰਿਪੋਰਟ ਲਿਆਓ, ਰੇਤ ਉਦਣ ਦੀ ਸਸਤੀ ਲੈ ਵੀ 18 ਤੋਂ ਲੈ ਕੇ 22 ਆ ਗਿਆ, ਲੋਕ ਅਜੇ ਤੱਕ ਡੀਕਦੇ। ਸਿੱਧੂ ਸਾਹਿਬ ਵਿਚਾਰੇ ਅੰਦਰ ਨੇ, ਸਿਹਤ ਉਹਨਾਂ ਦੀ ਢਿੱਲੀ ਆ। ਕੈਪਟਨ ਸਾਹਿਬ ਆਪਣਾ ਆਪਰੇਸ਼ਨ ਕਰਾਏ ਨੇ ਲੱਕ ਦਾ, ਤੇ ਲੋਕਾਂ ਦਾ ਰੇਤ ਬਜਰੀ ਇਲਾਕਾ ਅਜੇ ਤੱਕ ਜਿਹੜਾ ਟੁੱਟਾ ਸੀ ਉਹ ਸਿੱਧਾ ਨਹੀਂ ਹੋਣ ਡਿਆ। ਉਹ ਲੋਕਾਂ ਨੂੰ ਹੁੰਦਾ ਕਈ ਵਾਰੀ ਕੋਈ ਚੀਰਾ ਦੇ ਕੇ ਤੇ ਮੁੜ ਕੇ ਆਪਰੇਸ਼ਨ ਕਰਕੇ ਜਾਣੀ ਉਹ ਸੀਨਾ ਵੀ ਹੁੰਦਾ ਖੁੱਲਾ ਛੱਡ ਕੇ ਡਾਕਟਰ ਚੱਲ ਗਏ, ਛੱਡ ਜਾਂਦੇ। ਕੋਈ ਗੱਲ ਨਹੀਂ ਯਾਰ, ਇਹ ਜੁੜ ਜਾਂਦਾ ਹੁੰਦਾ, ਕੁਦਰਤੀ ਪ੍ਰਕਿਰਿਆ ਹੀ ਆ ਕਹਿੰਦੇ। ਹੁਣ ਸੰਧਾਰੀਆ ਸਾਹਿਬ ਕਹਿੰਦੇ ਆ ਕਿ ਜਿਹੜੇ 3-4 ਮਹੀਨੇ ਮੁੱਖ ਮੰਤਰੀ ਰਹੇ ਚੰਨੀ ਸਾਹਿਬ, ਉਹਨਾਂ ਦੇ ਸਮੇਂ ਦਾ ਇੱਕ ਜਾਂਚ ਪੜਤਾਲ ਦਾ ਹੁਕਮ ਦਿੱਤਾ ਗਿਆ ਕਿ 8,900 ਜਾਨੀ ਕਿ 9,900 ਜਾਨੀ ਕਿ 9,000 ਤੋਂ 100 ਘੱਟ ਖਿਡਾਰੀ ਜਿਹੜੇ ਕਿ ਸਪੋਰਟਸ ਵਿੰਗ ਬਣੇ ਹੁੰਦੇ ਆ, ਖੇਡ ਵਿੰਗ ਬਣੇ ਹੁੰਦੇ, ਜਿੱਥੇ ਖਿਡਾਰੀਆਂ ਨੂੰ ਸਪੈਸ਼ਲ ਤੌਰ ਦੇ ਉੱਤੇ ਟ੍ਰੇਨਡ ਕੀਤਾ ਜਾਂਦਾ, ਉਹਨਾਂ ਨੂੰ ਸਪੋਰਟਸ ਕਿਟਸ ਦੇਣੀਆਂ ਸੀ, ਟਰੈਕ ਸੂਟ, ਬੂਟ, ਦਸਤਾਨੇ, ਇਦਾਂ ਦੀਆਂ ਸਾਰੀਆਂ ਚੀਜ਼ਾਂ, ਜਰਾਬਾਂ। ਤੇ ਹੁਣ ਪਤਾ ਲੱਗਾ ਕਿ ਕਰੋੜਾਂ ਰੁਪਈਆ ਉਹਨਾਂ ਖਿਡਾਰੀਆਂ ਦੇ ਬੈਂਕ ਖਾਤਿਆਂ 'ਚ ਸਿੱਧਾ ਪਾਤਾ। ਬੜੀ ਚੰਗੀ ਗੱਲ ਹੈ, ਕਿਉਂਕਿ ਰੌਲਾ ਉਦੋਂ ਪੈਂਦਾ ਹੁੰਦਾ ਜੀ ਸਰਕਾਰ ਨੇ ਮੰਨ ਲਓ ਕਿ 9,900 ਬੂਟ ਖਰੀਦਣੇ ਆ, 9,900 ਜਰਾਬਾਂ ਖਰੀਦਣੀਆਂ, 9,900 ਨਿੱਕਰਾਂ ਖਰੀਦਣੀਆਂ, 9,900 ਟੀ-ਸ਼ਰਟਾਂ ਖਰੀਦਣੀਆਂ, ਟੋਪੀਆਂ ਖਰੀਦਣੀਆਂ, ਕਿ ਸਰਕਾਰ ਜੇ ਸਿੱਧਾ ਟੈਂਡਰ ਜਾਰੀ ਕਰਦੀ ਹੈ, ਕਿਸੇ ਫਰਮ ਨੂੰ ਠੇਕਾ ਦਿੰਦੀ ਹੈ, ਤਾਂ ਬਹੁਤੀ ਵਾਰੀ ਰੌਲਾ ਪੈਂਦਾ ਜੀ ਆਪਣੇ ਨੇੜਲਿਆਂ ਨੂੰ ਠੇਕਾ ਦੇ ਦਿੱਤਾ। ਫਿਰ ਰੌਲਾ ਪੈਂਦਾ ਹੁੰਦਾ ਜੀ ਦੇਖੋ ਜਿਨ੍ਹਾਂ ਨੇ ਘਟੀਆ ਕੁਆਲਿਟੀ ਦੀਆਂ ਬਣਾ ਕੇ ਦਿੱਤੀਆਂ, ਲੱਗਦਾ ਵਿੱਚੋਂ ਪੈਸੇ ਕਿਸੇ ਨੇ ਖਾਧੇ ਆ। ਫਿਰ ਰੌਲਾ ਪੈਂਦਾ ਹੁੰਦਾ ਜੀ ਆਹ ਬੰਦੇ ਸਸਤੀਆਂ ਤੇ ਮਿਆਰੀ ਬਣਾ ਕੇ ਦਿੰਦੇ ਸੀ, ਇਹਨਾਂ ਤੋਂ ਘਟੀਆ ਤੇ ਗੈਰ ਮਿਆਰੀ ਖਰੀਦੀਆਂ। ਦੋਸ਼ ਇਹੀ ਹੁੰਦੇ ਆ। ਐਤਕੀ ਜਿਹੜੇ ਘੁਟਾਲੇ ਘਪਲੇ ਦੇ ਚਰਚੇ ਨੇ ਕਿ ਲੱਗਦਾ ਕਿ ਹੋਇਆ, ਉਹ ਬਿਲਕੁਲ ਵੱਖਰੇ ਤਰ੍ਹਾਂ ਦਾ ਕਿ ਖਿਡਾਰੀਆਂ ਨੂੰ ਖੇਡ ਕਿੱਟਾਂ ਲੈ ਕੇ ਦੇਣੀਆਂ। ਪਹਿਲਾਂ ਤਾਂ ਉਹਨਾਂ ਦੇ ਖਾਤਿਆਂ 'ਚ 3-3 ਹਜ਼ਾਰ ਰੁਪਈਆ ਪਾਤਾ ਕਿ ਆਹ ਲਓ ਸਰਕਾਰ ਨੇ ਤੁਹਾਡੇ ਖਾਤੇ 'ਚ ਡਾਇਰੈਕਟ ਡਿਪੋਜ਼ਿਟ ਕਰਾਇਆ। ਉਹਦੇ ਨਾਲ ਕਾਗਜ਼ੀ ਪੱਤਰੀ ਇਹ ਹੋ ਗਿਆ ਕਿ ਉਹਨਾਂ ਨੂੰ 3-3 ਹਜ਼ਾਰ ਰੁਪਈਆ ਦਿੱਤਾ ਤੇ ਉਹਨਾਂ ਨੇ ਕਿੱਟਾਂ ਆਪੇ ਹੀ ਖਰੀਦ ਲਈਆਂ। ਬੜੀ ਵਧੀਆ ਗੱਲ ਲੱਗਦੀ ਹੈ। ਪਰ ਬਹੁਤਿਆਂ ਦੇ ਖਾਤੇ 'ਚੋਂ, ਕਿਸੇ ਦੇ ਖਾਤੇ 'ਚੋਂ ਡਰਾਫਟ, ਕਿਸੇ ਦੇ ਖਾਤੇ 'ਚੋਂ ਚੈੱਕ, ਕਹਿੰਦੇ ਆ ਜੀ ਦੂਜੇ ਦਿਨ ਹੀ, ਅੱਜ ਪੈਸੇ ਪਏ ਆ, ਦੂਜੇ ਦਿਨ ਹੀ ਬਹੁ ਗਿਣਤੀ ਖਿਡਾਰੀਆਂ ਦੇ ਖਾਤੇ 'ਚੋਂ ਡਰਾਫਟ ਤੇ ਚੈੱਕ ਇੱਕ ਖਾਸ ਫਰਮ ਦੇ ਨਾਂ ਦੇ ਉੱਤੇ ਕੱਟ ਦਿੱਤੇ ਗਏ ਕਿ ਭਾਈ ਤੁਸੀਂ ਦੇ ਦਿਓ ਸਾਨੂੰ। ਹੁਣ ਸ਼ਿਕਾਇਤ ਹੋਈ ਹੈ ਇੱਕ ਸਾਬਕਾ ਖਿਡਾਰੀ, ਸਾਬਕਾ ਅਧਿਕਾਰੀ, ਉਹਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਕਿਹਾ ਕਿ ਗੱਲ ਇਦਾਂ ਨਹੀਂ ਹੈ, ਚਾਹੇ ਸਰਕਾਰ ਨੇ ਖਰੀਦ ਕੇ ਨਹੀਂ ਵੰਡੇ, ਪਰ ਪੈਸੇ ਦੇ ਕੇ ਖਰੀਦਣੇ ਕਿਹਦਾ ਕੋਲ ਆ? ਹੁਕਮ ਦਿੱਤੇ ਗਏ ਸੀ ਕਿ ਭਾਈ ਉਸ ਬੰਦੇ ਕੋਲੋਂ ਖਰੀਦੋ। ਇਹ ਦੋਸ਼ ਲੱਗੇ ਆ, ਜਾਂਚ ਪੜਤਾਲ ਹੋ ਰਹੀ ਹੈ। ਜਦੋਂ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਪੁੱਛਿਆ ਗਿਆ, ਪਹਿਲਾਂ ਕਿਹਾ ਗਿਆ ਕਿ ਠੀਕ ਹੈ ਜੀ 1 ਜੁਲਾਈ ਤੱਕ ਦੱਸੋ। ਕਹਿੰਦੇ ਆ ਜੀ ਉਹਨਾਂ ਦੇ ਵਿੱਚੋਂ ਕਈਆਂ ਨੇ ਕਿਹਾ ਜੀ ਲਿਖਤੀ ਤਾਂ ਕੁਛ ਨਹੀਂ, ਮੂੰਹੋਂ ਮੂੰਹ ਕਿਹਾ ਸੀ ਕਿ ਇਹਨਾਂ ਸਾਰਿਆਂ ਤੋਂ ਚੈੱਕ ਕਟਾ ਕੇ, ਕਿਉਂਕਿ ਸਰਕਾਰ ਦੇ ਅਧੀਨ ਨਹੀਂ ਹੁੰਦੇ ਖਿਡਾਰੀ, ਚੈੱਕ ਕਟਾ ਕੇ ਫਲਾਣੇ ਬੰਦੇ ਹੁੰਦੇ ਤਾਂ ਉੱਥੋਂ ਹੀ ਖਰੀਦਣੇ ਆ। ਫਿਰ 8 ਤਰੀਕ ਦੀ ਚਿੱਠੀ ਕਰਤੀ ਕਿ ਕੌਣ ਆ ਬੰਦਾ, ਮਰ ਜਾ ਦੱਸਿਓ ਤੁਸੀਂ ਜਿਹਨੇ ਮੂੰਹ ਜ਼ਬਾਨੀ ਵੀ ਤੁਹਾਨੂੰ ਕਿਹਾ ਕਿ ਐਸ ਫਰਮ ਤੋਂ ਹੀ ਖਰੀਦਣੇ ਆ। ਹੁਣ ਪਤਾ ਨਹੀਂ, ਤਰੀਕ ਤਾਂ ਲੰਘ ਗਈ ਹੈ। ਕਹਿੰਦੇ ਆ ਕਿ ਬੜੀ ਛੇਤੀ ਤੜਕੇ 3 ਵਜੇ ਇੱਕ ਅੱਧਾ ਹੋਰ ਚੱਕਿਆ ਜਾਣਾ। ਹਾਂ, ਨਹੀਂ ਪਰ ਤੁਸੀਂ ਦੇਖੋ ਵੀ ਐ ਤਾਂ ਚਲੋ ਅਜੇ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਜਾਂਚ ਕਰਾਵਾਂਗੇ ਕਿਉਂਕਿ ਕੰਮ ਵੱਡਾ, ਚਿੱਠੀ ਉਹਨਾਂ ਨੇ ਲਿਖ ਦਿੱਤੀ ਵਿਭਾਗ ਨੂੰ, ਵਿਭਾਗ ਵਾਲੇ ਜਾਂਚ ਕਰਨਗੇ। ਪਰ ਜਿੰਨੀ ਕੁ ਮੋਟੀ ਜੀ ਗੇਮ ਸਮਝ ਆਉਂਦੀ ਹੈ ਉਹ ਇਹ ਹੋ ਗਈ ਵੀ ਜੇ ਇਹ ਮਨ ਬਣਾ ਲਿਆ ਗਿਆ ਸੀ ਵੀ ਚਲੋ ਯਾਰ ਜਾਂਦੇ ਜਾਂਦੇ ਖਿਡਾਰੀਆਂ ਨੂੰ ਕਿੱਟਾਂ ਮਿਲ ਜਾਣ, ਯਾਰ ਸਰਕਾਰ ਕੋਲੇ ਪੈਸਾ ਹੈ, ਖਿਡਾਰੀ ਨੇ ਕਿੱਟ ਲੈਣੀ ਹੈ, ਤੈਅ ਕਰ ਲਿਆ ਵੀ 3,000 ਰੁਪਈਆ ਖਿਡਾਰੀ ਦਾ। ਹੁਣ ਮੰਨ ਲਓ ਬਾਠ ਸਾਹਿਬ ਨੂੰ 3,000 ਰੁਪਈਆ ਮਿਲਣਾ ਤੇ ਹੁਣ ਸਰਕਾਰ ਨੇ 3,000 ਰੁਪਈਆ ਦੇਤਾ ਤੇ ਮਤਲਬ ਦੇਤਾ ਯਾਰ, ਖਜ਼ਾਨੇ ਤੋਂ ਤਾਂ ਚਲਾ ਗਿਆ ਨਾ। ਹੁਣ ਹੋ ਸਕਦਾ ਵੀ ਉਹ 3,000 ਦੇ ਵਿੱਚ ਆਖੇ ਵੀ ਯਾਰ ਮੈਨੂੰ ਤਾਂ ਸਪੋਰਟਸ ਦਾ ਤਾਂ ਮੇਰਾ 1,500 ਦਾ ਸਰ ਗਿਆ, 1,500 ਦਾ ਮੈਂ ਕੋਈ ਝੱਗਾ ਪਜਾਮਾ ਹੋਰ ਲੈ ਲੈਣਾ ਵੀ ਲਈ ਖਿਡਾਰੀ ਖੁਸ਼, ਨਾਲੇ ਲੈਂਦਾ ਚੰਗੀ ਕੁਆਲਿਟੀ ਦਾ। ਹੁਣ ਇੱਥੇ ਰੌਲਾ ਤੇ ਸਿਰਫ ਇਸ ਚੀਜ਼ ਦਾ ਪਿਆ ਨਾ ਵੀ 3,000 ਦੇ ਦਿੱਤਾ, ਨਾਲ ਇਹਨੂੰ ਕਹਿਤਾ ਵੀ ਇਹ ਤੂੰ
ਐਸ ਹੱਟੀ ਤੋਂ ਲੈਣਾ ਹੀ ਤੇ ਜੋ ਤੈਨੂੰ ਇਹ ਦੇਵੇ ਉਹੋ ਹੀ ਸੱਤ ਕਰਕੇ ਜਾਣਨਾ ਤੂੰ ਬਸ। ਉਦੋਂ ਬਾਅਦ ਕਹਿਣਾ ਵੀ ਬਹੁਤ ਹੀ ਕਮਾਲ। ਜਿੰਨੇ ਪੈਸੇ ਮੰਗੇ ਉਹ ਦੇ ਦੇ, ਤਿੰਨ ਦਾ ਤਿੰਨ ਮੰਗ ਲੈ ਭਾਵਾਂ, ਤੇ ਜਿੱਦਾਂ ਦਾ ਸਮਾਂ ਦੇਵੇ ਮੁੜ ਕੇ ਚੂੰ ਕੋਈ ਨਹੀਂ। ਮਤਲਬ ਅਸਲ ਝੋਲ ਇਸ ਚੀਜ਼ ਦੇ ਵਿੱਚ ਆ। ਤੇ ਹਾਂ, ਇਹਦਾ ਜੋ ਅਜੇ ਉੱਡਦੀ ਜੀ ਗੱਲ ਚੱਲ ਰਹੀ ਉਹ ਇਹ ਕਿਹਾ ਜਾ ਰਿਹਾ ਕਿਉਂਕਿ ਉਦੋਂ ਦਿਨ ਬੜੇ ਘੱਟ ਸੀਗੇ ਜੀ, ਉਹ ਚੋਣ ਜ਼ਾਬਤਾ ਲੱਗ ਜਾਣਾ ਸੀ। ਜੇ ਟੈਂਡਰ ਮੰਗੇ ਜਾਂਦੇ ਫਿਰ ਉਹ ਟੈਂਡਰਾਂ ਦੇ ਵਿੱਚ ਸਾਰਾ ਕੁਝ ਉਲਝ ਕੇ ਰਹਿ ਜਾਣਾ ਸੀਗਾ, ਤੇ ਜੇ ਟੈਂਡਰਾਂ 'ਚ ਉਲਝ ਜਾਂਦਾ ਫਿਰ ਨਾ ਤਾਂ ਖਿਡਾਰੀਆਂ ਨੂੰ ਕੁਝ ਮਿਲਣਾ ਸੀ ਜੀ, ਨਾ ਉਹ ਪੈਸਿਆਂ ਦਾ ਹੀ ਕੁਝ ਬਣਨਾ ਸੀ। ਇਸ ਕਰਕੇ ਇੱਕ ਵੱਖਰਾ ਰਾਹ ਕੱਢਿਆ ਗਿਆ। ਦੇਖੋ, ਵੱਖਰਾ ਰਾਹ ਕੱਢਿਆ ਗਿਆ ਤਾਂ ਵਧੀਆ ਸੀ ਜੇ ਉਹ ਪਹਿਲੇ ਹਿਸਾਬ ਨਾਲ ਕੱਢਿਆ ਗਿਆ ਹੁੰਦਾ, ਕਿਉਂਕਿ ਸਰਕਾਰਾਂ ਤਾਂ ਇਹੀ ਕਹਿਣਾ ਵੀ ਫਲਾਣੇ ਨੂੰ ਵਰਦੀਆਂ ਲਈ ਪੈਸੇ ਦਿੱਤੇ, ਆ ਲਓ ਜੀ 3-3000 ਖਾਤੇ 'ਚ ਗਿਆ। ਉਹ ਤੇ ਰਿਕਾਰਡ ਤੇ ਉਸੇ ਵੇਲੇ ਆ ਜਾਣਾ ਜੀ, ਪਰਮਵੀਰ 62 ਖਾਤਾ ਨੰਬਰ ਇੰਨਾ, ਬੈਂਕ ਇੰਨੀ, ਬ੍ਰਾਂਚ ਇੰਨੀ। ਤੇ ਉਹ ਤੇ ਆਪਣੇ ਆਪ ਹੀ ਬੋਲਣ ਲੱਗ ਪੈਣਾ ਵੀ ਸਰਕਾਰ ਨੇ ਪੈਸੇ ਦੇ ਦਿੱਤੇ। ਖਿਡਾਰੀ ਨੂੰ ਜਿਹਨੂੰ ਮਰਜ਼ੀ ਪੁੱਛ ਲੈਂਦੇ ਕਹਿਣਾ ਹਾਂਜੀ ਆਏ ਆ ਜੀ। ਹੁਣ ਖਿਡਾਰੀ ਨੂੰ ਤੰਗੀ ਹੈ, ਉਹ ਕਹਿੰਦਾ ਜੀ ਆਏ ਸੀਗੇ, ਮੈਸੇਜ ਮੇਰੇ ਕੋਲ ਹੈਗਾ, ਉਹਦੇ ਨਾਲ ਹੀ ਇੱਕ ਹੋਰ ਮੈਸੇਜ ਹੈਗਾ ਇਹ ਗਏ ਵੀ, ਕਿਉਂਕਿ ਜੇ ਡਰਾਫਟ ਬਣਾਇਆ ਚੈੱਕ ਦਿੱਤਾ ਰਿਕਾਰਡ ਤਾਂ ਸਾਰਾ ਹੀ ਹੈ। ਮਤਲਬ ਰੌਲਾ ਇਸ ਚੀਜ਼ ਦਾ 80 ਚੈੱਕ ਬਾਉਂਸ ਹੋ ਗਏ, ਉਹਦੇ ਵਿੱਚੋਂ ਇੱਕ ਰੌਲਾ ਹੋਰ ਹੈ। ਹੁਣ ਕੰਪਨੀਆਂ ਵਾਲੇ ਜ਼ਿਲ੍ਹਾ ਖੇਡ ਅਧਿਕਾਰੀਆਂ ਕੋਲ ਜਾਂਦੇ ਜੀ ਪੈਸੇ ਲੈ ਕੇ ਦਿਓ, ਚੈੱਕ ਤਾਂ ਰਾਹੀਂ ਆਏ ਆ ਵੀ ਪੈਸੇ ਲੈ ਕੇ ਦਿਓ ਉਹਨਾਂ ਤੋਂ। ਹੁਣ 80 ਚੈੱਕ ਜਿਹੜੇ ਬਾਉਂਸ ਹੋਏ ਆ, ਕਿਉਂਕਿ ਮੰਨ ਲਓ ਤੁਹਾਡੇ ਖਾਤੇ 'ਚ ਸਰਕਾਰ ਨੇ 3000 ਪਾਇਆ, ਤੇ ਜੇ ਤੁਸੀਂ ਨਹੀਂ ਖਰਚਣਾ ਚਾਹੁੰਦੇ ਉਧਰਲੇ ਪਾਸੇ, ਤੁਸੀਂ ਕਿਤੇ ਹੋਰ ਖਰਚਣਾ ਚਾਹੁੰਦੇ ਹੋ, ਤੁਸੀਂ ਖਰਚ ਲਿਆ ਚੈੱਕ ਤੁਹਾਡੇ ਤੋਂ ਫਿਰ ਵੀ, ਜਾਂ ਡਰਾਫਟ ਤੁਹਾਡੇ ਤੋਂ ਫਿਰ ਵੀ ਬਣਾ ਲਿਆ, ਤੇ ਚੈੱਕ ਹੁਣ ਭਾਈ ਬਾਉਂਸ ਹੋ ਗਏ। ਮੈਨੂੰ ਲੱਗਦਾ ਕਿ ਜਿਹੜੇ 80 ਬੰਦਿਆਂ ਦੇ ਚੈੱਕ ਬਾਉਂਸ ਹੋਏ ਆ, ਜੇ ਕੱਲ ਨੂੰ ਉਹਨਾਂ ਤੋਂ ਜਾ ਕੇ ਪੁੱਛਣਗੇ ਉਹ ਚੰਗੀ ਤਰ੍ਹਾਂ ਦੱਸ ਦੇਣਗੇ ਸਾਨੂੰ ਤਾਂ ਆਹ ਬੰਦੇ ਕਹਿੰਦੇ ਸੀ ਇਹਦੇ ਨਾਂ ਦੇ ਡਰਾਫਟ ਬਣਾ ਕੇ ਦੇ ਦਿਓ, ਸਮਾਨ ਉੱਥੋਂ ਲੈਣਾ। ਮੈਨੂੰ ਲੱਗਦਾ ਉਹ ਵੀ ਜਿਹੜੇ ਤੁਸੀਂ ਦੇਖੋ 9900 ਦੇ ਵਿੱਚੋਂ 80 ਚੈੱਕ ਬਾਉਂਸ ਹੋਏ ਨੇ। ਹੋ ਸਕਦਾ ਵੀ ਇੱਕ ਦੋ ਤਾਂ ਡੈਲੀਬਰੇਟਲੀ ਹੋਏ ਹੋਣ, ਬਹੁਤੇ ਤਾਂ ਮਾਤੜ ਸਾਥੀ ਹੋਣੇ ਮੇਰੇ ਵਰਗੇ। ਉਦਾਂ ਮੈਨੂੰ ਪਤਾ ਲੀਡਰ ਬਣਾਇਆ ਪਹਿਲਾਂ ਮੈਸ ਵਾਲਿਆਂ ਦੇ ਪੈਸੇ ਦੇ ਦਈਏ ਯਾਰ। ਹਾਂ ਵੀ ਨਹੀਂ ਉਹ 3000 ਆਇਆ ਹੋਣਾ, 3000 ਦੇ ਵਿੱਚੋਂ ਹੋ ਸਕਦਾ ਵੀ ਕੁਝ ਬੈਂਕ ਵਾਲਿਆਂ ਨੇ ਲੋ ਬਜਟ ਦਾ ਫਲਾਣੇ ਢੀਂਗੜੇ ਦਾ ਕੋਈ 150 ਵੈਸੇ ਕੱਟ ਲਿਆ ਹੋਵੇ, ਤੇ ਜਦੋਂ 3000 ਦੇ ਵਿੱਚੋਂ ਉੱਥੇ ਬਾਕੀ 2900 ਕੁਛ ਗਿਆ ਹੋਣਾ, ਤੇ ਚੈੱਕ ਜੇ 3000 ਦਾ ਆਇਆ ਹੋਊਗਾ ਤੇ ਉਹ ਪਾਸ ਹੋਣਾ ਹੀ ਨਹੀਂਗਾ, ਨਹੀਂ ਹੋਣਾ। ਅਤੇ ਪੇਜ ਉੱਥੇ ਕਿ ਫਸਿਆ ਹੋਣਾ, ਜਾਂ ਅਗਲਾ ਜੇ 150 ਵੈਸੇ ਕਿਤੇ ਲੈ ਗਿਆ, ਉਹ ਨਗਦੀ ਕਢਾ ਕੇ ਵੀ ਯਾਰ ਅੱਜ ਸੁੱਖ ਨਾਲ ਹਰਿਆਲੀ ਹੋਈ ਹੈ ਬੈਂਕ ਖਾਤੇ ਵਿੱਚ, ਜੇ 2500 ਰਹਿ ਗਿਆ 3000 ਦਾ ਚੈੱਕ, ਉਹ ਫੇਰ ਵੀ ਕੈਸ਼ ਨਹੀਂ ਹੋਣਾ, ਬਾਉਂਸ ਤੇ ਆਪੇ ਹੋ ਜਾਣਾ। ਚਲੋ ਇਹ ਹੁਣ ਜਾਂਚ ਪੜਤਾਲ ਕਰ ਲੈਣ। ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਆ ਵੀ ਕੰਮ ਤਾਂ ਚੱਲ ਸਕਦਾ ਹੁੰਦਾ ਵੀ ਜੇ ਗਲਾਸ ਮੰਨ ਲਓ ਭਰਿਆ ਜੀ, ਉੱਤੇ ਥੋੜਾ ਦੁੱਧ ਦਾ ਗਲਾਸ ਆ, ਥੋੜਾ ਜਿਹਾ ਤੁਸੀਂ ਉੱਤੋਂ 2 ਚਮਚੇ ਦੁੱਧ ਕੱਢ ਲਿਆ ਤੇ 2 ਚਮਚੇ ਪਾਣੀ ਪਾ ਲਿਆ ਜੀ, ਫਿਰ ਚੱਲਣ ਲੱਗ ਪਿਆ ਵੀ ਨਹੀਂ ਅੱਧਾ ਕੁ ਗਲਾਸ ਦੁੱਧ ਦਾ ਤੇ ਅੱਧਾ ਕੁ ਪਾਣੀ ਦਾ। ਹੁਣ ਜਦੋਂ ਬਿਲਕੁਲ ਉਹ ਕਹਿੰਦਾ ਵੀ ਥੱਲਾ ਜਿਹਾ ਢੱਕ ਲਓ ਦੁੱਧ ਨਾਲ, ਬਾਕੀ ਭਰ ਲਓ ਪਾਣੀ ਨਾਲ। ਨਹੀਂ ਉਹ ਕਹਿੰਦੇ ਪਾਣੀ ਨਾਲ ਭਰ ਲਓ 2 ਬੂੰਦ ਦੁੱਧ ਕੇ, 2 ਬੂੰਦਾਂ ਵਿੱਚ ਚਿੱਟਾ ਜਿਹਾ ਹੀ ਕਰਨਾ ਬਸ। ਹਾਂ ਬਸ। ਹੁਣ ਜੇ ਉਹੋ ਜਿਹਾ ਕੰਮ ਕਰਨ ਲੱਗ ਪਏ ਆਪਾਂ, ਤੇ ਫਿਰ ਆਪਾਂ ਕਹਿੰਦੇ ਵੀ ਖੁਸ਼ਹਾਲ ਪੰਜਾਬ ਹੋ ਜਾਵੇ। ਤੇ ਹੁਣ ਪੰਜਾਬ ਕਿਹੜਾ ਵੀ ਹਵਾ ਤੇ ਚੱਲਣ ਲੱਗ ਪੈਣਾ, ਲੋਕਾਂ ਨੂੰ ਤੇ ਢਿੱਡ ਲੱਗਾ ਹੀ ਆ ਨਾ। ਨਹੀਂ ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਨਾ, ਤਾਂ ਉਦੋਂ ਵੀ ਇਸ਼ਤਿਹਾਰ ਬਹੁਤ ਆਉਂਦੇ ਸੀ। ਕੈਪਟਨ ਸਾਹਿਬ ਦਾ ਫੁੱਲ ਸਫੇ ਦਾ ਇਸ਼ਤਿਹਾਰ ਆਉਣਾ ਕਿ ਅਸੀਂ 92% 95% ਕੰਮ ਕਰਤੇ, ਆ ਵੀ ਕਰਤਾ ਤੇ ਆ ਵੀ ਕਰਤਾ। ਕੈਪਟਨ ਸਾਹਿਬ ਅੱਜ ਇਲੈਕਸ਼ਨ ਹਾਰ ਗਏ। ਫਿਰ ਚੰਨੀ ਸਾਹਿਬ ਨੇ ਇਸ਼ਤਿਹਾਰ ਦੇਣੇ ਸ਼ੁਰੂ ਕੀਤੇ। ਆਪਾਂ ਕੱਲ ਵੀ ਗੱਲ ਕੀਤੀ ਸੀ, ਉਹ ਤਾਂ ਵਿਸ਼ੇਸ਼ ਇਸ਼ਤਿਹਾਰ ਸੀ ਕਿ ਆ ਇੰਨੇ 100 ਕੰਮ ਕਰਤੇ ਅਸੀਂ, ਠੀਕ ਹੈ ਜੀ। ਸੜਕਾਂ ਉਹ ਕਿਸੇ ਨਾ ਕਿਸੇ ਇਸ਼ਤਿਹਾਰ ਦੇ ਵਿੱਚ ਇਸ ਚੀਜ਼ ਦੀ ਵੀ ਗੱਲ ਹੋਵੇ ਵੀ 9900 ਖਿਡਾਰੀਆਂ ਨੂੰ ਦਿੱਤੀਆਂ ਖੇਡ ਕਿੱਟਾਂ। ਹਾਂ, ਤੇ ਪਿੱਛੇ ਲਿਖਿਆ ਵੀ ਵਾਪਸ ਵੀ ਲੈ ਕੇ ਇਸ ਫਰਮ ਤੋਂ ਲੈ ਕੇ ਦਿੱਤੀਆਂ ਖੇਡ ਕਿੱਟਾਂ, ਉਹ ਨਹੀਂ ਲਿਖਿਆ ਨਾ। ਹਾਂ, ਮਤਲਬ ਮਿਸ ਪ੍ਰਿੰਟ ਆ। ਆਪਾਂ ਇਹ ਨਹੀਂ ਕਹਿੰਦੇ ਵੀ ਇਹਦੇ ਚੰਨੀ ਸਾਹਿਬ ਨੂੰ ਪਤਾ ਜਾਂ ਕਿੰਨੇ, ਜਿੰਨੇ ਵੀ ਕੀਤਾ ਉਹ ਤਾਂ ਚਲੋ ਅਗਲੇ ਲੱਭਣਗੇ ਜਾਂਚ ਦੇ ਵਿੱਚ। ਪਰ ਗੱਲ ਇਹ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਸਾਡੇ ਵਾਲੇ ਲੀਡਰਾਂ ਨੂੰ, ਜਾਂ ਸਾਡੇ ਲੀਡਰਾਂ ਦੇ ਗਾਂਹ ਵਾਲੇ ਥੱਲੇ ਵਾਲੇ ਲੀਡਰਾਂ ਨੂੰ, ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, ਜੇ ਮਤਲਬ ਲੀਡਰ ਨੇ ਨਹੀਂ ਕਿਸੇ ਅਧਿਕਾਰੀ ਨੇ ਕੀਤਾ, ਵੀ ਉਹਨਾਂ ਕੋਲੇ ਸਕੀਮਾਂ ਨਹੀਂ ਹੈਗੀਆਂ ਯਾਰ ਬਾਹਰਲੇ ਦੇਸ਼ ਤਰੱਕੀ ਕਰ ਗਏ ਜੀ। ਗੱਲ ਹੈ ਵੀ ਬਾਹਰਲੇ ਦੇਸ਼ ਤਰੱਕੀ ਕਰਦੇ ਨੇ ਕਿਸੇ ਹੋਰ ਪਾਸੇ ਸਕੀਮ ਲਾਉਣ ਨੂੰ, ਵੀ ਯਾਰ ਕਿਹੜੀ ਸਕੀਮ ਨਾਲ ਆਪਾਂ ਤਰੱਕੀ ਕਰੀਏ। ਉਹ ਸਕੀਮ ਲਾਉਂਦੇ ਨੇ ਵੀ ਯਾਰ ਆਪਾਂ ਕਿਹੜੀ ਸਕੀਮ ਲਾਈਏ ਵੀ ਆਪਾਂ ਤਰੱਕੀ ਕਰੀਏ, ਬਾਕੀ ਢੱਠੇ ਖੂਹ ਜਾਣ। ਹਾਂ, ਹੁਣ ਸੰਧਾਲੀਆ ਸਾਹਿਬ ਮੈਂ ਗੱਲ ਕਰਦਾ ਸੀ ਕਿ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਨੇ ਇਸ਼ਤਿਹਾਰ ਲਵਾਏ। ਚਲੋ ਪਾਣੀ ਨਹੀਂ ਮੰਗਿਆ ਇਲੈਕਸ਼ਨ ਦੇ ਵਿੱਚ, ਗੱਲ ਵੱਖਰੀ ਹੈ। ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਲਗਾਤਾਰ ਇਸ਼ਤਿਹਾਰਾਂ ਦੇ ਉੱਤੇ ਜ਼ੋਰ ਦਿੰਦੀ ਆ। ਹੁਣ ਫੇਰ ਚਰਚਾ ਚੱਲਦੀ ਆ ਜੀ, ਵੱਖ-ਵੱਖ ਸੂਬਿਆਂ ਦੀਆਂ ਅਖਬਾਰਾਂ ਦੇ ਵਿੱਚ ਫੇਰ ਵੱਖ-ਵੱਖ ਭਾਸ਼ਾਵਾਂ 'ਚ ਪੰਜਾਬ ਸਰਕਾਰ ਦੇ ਖਰਚੇ 'ਚੋਂ ਐਡ ਦਿੱਤੀ ਹੈ। ਇਦਾਂ ਹੀ ਪਰ ਸੰਗਰੂਰ ਵਾਲੀ ਇਲੈਕਸ਼ਨ ਆਪਾਂ ਦੇਖ ਲਈ ਕੀ ਹੋਇਆ। ਹੁਣ ਦੇਵਮਾਨ ਨਾਭੇ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਤੇ ਉਹਨਾਂ ਦੇ ਫੋਟੋ ਲਾ ਕੇ ਨਾਲ ਇਸ਼ਤਿਹਾਰ ਜਿਹੜੇ ਹੋਰਡਿੰਗ ਵਗੈਰਾ ਲੱਗੇ ਹੋਏ ਆ, ਤੇ ਉਹਦੇ ਵਿੱਚ ਲਿਖਿਆ ਇਹ ਹੈ ਕਿ ਇਸ ਡਿਪਾਰਟਮੈਂਟ ਦੇ ਵਿੱਚ ਅਬਜ਼ਰਵਰ, ਇੰਚਾਰਜ, ਜੋ ਮਰਜ਼ੀ ਸ਼ਬਦ ਹੈ, ਆਪਣੀ ਪਾਰਟੀ ਦਾ ਇੱਕ ਬੰਦਾ ਨਿਯੁਕਤ ਕੀਤਾ। ਪਹਿਲੀ ਗੱਲ ਇਹ ਹੈ ਕਿ ਦੇਵਮਾਨ ਹੋਰਾਂ ਨੇ ਉਹ ਬੋਰਡ ਨਹੀਂ ਲਵਾਏ। ਪਰ ਇਹ ਵੀ ਗੱਲ ਹੈ ਕਿ ਐਮਐਲਏ ਸਾਹਿਬ ਦੀ ਆਗਿਆ ਤੋਂ ਬਿਨਾਂ, ਪ੍ਰਵਾਨਗੀ ਤੋਂ ਬਿਨਾਂ, ਜਾਂ ਉਹਨਾਂ ਦੇ ਐਲਾਨ ਤੋਂ ਬਿਨਾਂ ਕੋਈ ਬੰਦਾ ਇਦਾਂ ਬੋਰਡ ਲਵਾ ਵੀ ਨਹੀਂ ਸਕਦਾ। ਹੁਣ ਦੇਖੋ ਇੱਕ ਗੱਲ ਤਾਂ ਪੱਕੀ ਹੈ
ਜੇ ਕੋਈ ਬੰਦਾ MLA ਬਣਿਆ ਉਹ ਜ਼ਿੰਮੇਵਾਰ ਹੈ ਕੱਲ ਨੂੰ ਕਿਸੇ ਉਹਦੇ ਹਲਕੇ ਦੇ ਵਿੱਚ ਕੋਈ ਸਿੱਖਿਆ ਦੇ ਪੱਖ ਤੋਂ, ਸਿਹਤ ਦੇ ਪੱਖ ਤੋਂ, ਮਾਲ ਮਹਿਕਮੇ ਤੇ ਸਿੰਚਾਈ ਮਹਿਕਮੇ ਦੇ ਪੱਖ ਤੋਂ ਕੋਈ ਘਪਲਾ ਹੋਵੇ, ਕੋਈ ਕੰਮ ਦਰੁਸਤ ਨਾ ਹੋਵੇ, ਮਟੀਰੀਅਲ ਘਟੀਆ ਪੈ ਜਾਵੇ, ਜ਼ਿੰਮੇਵਾਰੀ MLA ਦੀ ਤੈਅ ਹੋਣੀ ਆ ਕਿ ਭਾਈ ਤੁਸੀਂ ਦੇਖਦੇ ਨਹੀਂ ਸੀ ਤੁਹਾਡੇ ਹਲਕੇ 'ਚ ਕੀ ਹੁੰਦਾ। ਪਰ ਦੂਸਰੇ ਪਾਸੇ ਇਹ ਵੀ ਹੈ ਕਿ ਇੱਕ ਪਾਸੇ ਸਰਕਾਰੀ ਅਧਿਕਾਰੀ ਨੇ ਤਨਖਾਹਾਂ ਲੈਂਦੇ ਆ, ਉਹਦਾ ਸਿਸਟਮ ਦਰੁਸਤ ਕਰਨਾ ਚਾਹੀਦਾ, ਤੇ ਦੂਸਰੇ ਪਾਸੇ ਜੇ ਆਪਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਜਾਂ ਸਥਾਨਕ ਲੀਡਰਾਂ ਨੂੰ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਇੰਚਾਰਜ ਜਾਂ ਆਬਜ਼ਰਵਰ ਐਲਾਨ ਦੇਾਂਗੇ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਉਹ ਆਵਾਜ਼ਾਂ ਉੱਠਣੀਆਂ ਕਿ ਭਾਈ ਕਾਨੂੰਨ ਤਾਂ ਇਸ ਗੱਲ ਦੀ ਆਗਿਆ ਦਿੰਦਾ ਹੀ ਨਹੀਂ। ਹਲਕਾ ਇੰਚਾਰਜਾਂ ਦਾ ਪਹਿਲਾਂ ਵੀ ਬੜਾ ਰੌਲਾ ਪੈਂਦਾ ਸੀ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇਸ ਤਰ੍ਹਾਂ ਦੇ ਹੋਰਡਿੰਗਸ ਦਾ ਨੋਟਿਸ ਲਿਆ। ਉਹ ਕਹਿੰਦੇ ਜੀ ਦੇਖੋ ਜੇ ਫਿਰ ਇਹਨਾਂ ਨੇ ਸਾਰੇ ਉਹ ਚੀਜ਼ਾਂ ਆਬਜ਼ਰਵ ਕਰਨੀਆਂ, ਸਭ ਕੁਝ ਦੇਖਣਾ, ਫਿਰ ਅਧਿਕਾਰੀਆਂ ਨੂੰ ਰਹਿਣ ਦਿਓ। ਕਰਮਚਾਰੀਆਂ ਨੂੰ ਕਾਹਨੂੰ ਤਨਖਾਹ ਦਿੰਨੇ ਆਪਾਂ, ਅਧਿਕਾਰੀਆਂ ਨੂੰ ਕਾਹਤੋਂ ਆਪਾਂ ਰੁੱਗ ਤਨਖਾਹਾਂ ਦਾ ਦਿੰਨੇ ਆ, ਰਹਿਣ ਦਿਓ, ਫਿਰ ਆਪਦੇ ਬੰਦਿਆਂ ਤੋਂ ਹੀ ਕੰਮ ਕਰਾ ਲਓ। ਦੇਖੋ ਦੇਵਮਾਨ ਹੋਰਾਂ ਨੇ ਕਿਹੜੀ ਮਨਸ਼ਾ ਦੇ ਨਾਲ ਇਹ ਕੰਮ ਕੀਤਾ, ਕਿਹੜੀ ਦੇ ਨਾਲ ਨਹੀਂ ਕੀਤਾ, ਦੇਵਮਾਨ ਹੋਰੀ ਜਾਣਨ। ਪਰ ਵਿਰੋਧੀਆਂ ਨੂੰ ਇੱਕ ਬਹੁਤ ਵੱਡਾ ਮੁੱਦਾ ਇਹਦੇ ਨਾਲ ਮਿਲ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਉਹੀ ਪਾਰਟੀ ਹੈ ਜਿਹੜੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਖੁਦ ਆਂਦੀ ਸੀ ਕਿ ਪਾਈਆ ਇੰਚਾਰਜਾਂ ਚੂਰਜਾਂ ਵਾਲੀ ਪ੍ਰਥਾ ਠੀਕ ਨਹੀਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕੰਮ ਕਰਨ, ਦੂਜਿਆਂ ਨੂੰ ਸੰਵਿਧਾਨਕ ਤੌਰ ਤੇ ਅਧਿਕਾਰੀ ਕੋਈ ਨਹੀਂ ਹੈਗਾ। ਨਹੀਂ ਇਹ ਤੇ ਗੱਲ ਹੈਗੀ। ਦੇਖੋ ਕਾਰਨ ਇਹ ਆ ਵੀ ਜਾਂ ਤੇ ਪਹਿਲਾਂ ਇਹਨਾਂ ਨੇ ਉਜਰਨਾ ਕੀਤਾ ਹੁੰਦਾ ਵੀ ਸਾਨੂੰ ਇਤਰਾਜ਼ ਨਹੀਂ ਵੀਰ ਜੀ, ਇੱਕ ਹੁੰਦਾ ਨਾ ਸਰਟੀਫਿਕੇਟ ਇਤਰਾਜ਼ ਨਹੀਂ, ਕੋਈ ਇਤਰਾਜ਼ ਨਹੀਂ। ਹੁਣ ਪਹਿਲਾਂ ਤੇ ਇਤਰਾਜ਼ ਹੋਈ। ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਕਾਂਗਰਸ ਕਰਦੀ ਰਹੀ, ਉਦੋਂ ਕਿਉਂਕਿ ਬਹੁਤਾ ਕਰਕੇ ਆਮ ਆਦਮੀ ਪਾਰਟੀ ਵਾਲੇ ਹੈ ਨਹੀਂ ਸੀ। ਫਿਰ ਜਦੋਂ ਕਾਂਗਰਸ ਪਾਰਟੀ ਵਾਲੇ ਆ ਗਏ ਫਿਰ ਆਪ ਵਾਲੇ ਵੀ ਕਰਦੇ ਰਹੇ, ਅਕਾਲੀ ਦਲ BJP ਵੀ ਕਰਦਾ ਰਿਹਾ। ਹੁਣ ਜਦੋਂ ਸਾਰਿਆਂ ਨੂੰ ਪਤਾ ਵੀ ਭਾਈ ਸਾਹਿਬ ਸਾਰਿਆਂ ਉਹ ਕਹਿੰਦੇ ਕੋਈ ਨਹੀਂ ਇਹਨਾਂ ਦੀ ਵਾਰੀ ਆਉਣ ਦਿਓ, ਇਹਨਾਂ ਦੀ ਹੁਣ ਵਾਰੀ ਆ ਗਈ, ਤੇ ਇਹਨਾਂ ਨੇ ਜਦੋਂ ਉਸੇ ਰਾਹ ਤੇ ਚੱਲੇ, ਬੱਸ ਉਸੇ ਤੇ ਚੜ੍ਹੇ, ਉਹ ਕਹਿੰਦੇ ਹਾਂ ਆਪਣੀ ਵਾਰੀ ਹੁਣ ਤੁਸੀਂ ਉਸ ਬੱਸ ਤੇ ਚੜ੍ਹ ਗਏ। ਪਰ ਇੱਕ ਗੱਲ ਮੈਨੂੰ ਇਹਦੇ 'ਚ ਇਹ ਵੀ ਲੱਗਦੀ ਹੈ ਵੀ ਜੇ ਕਿਉਂਕਿ ਇੱਕ ਮਾੜਾ ਜਿਹਾ ਵਰਸ਼ਨ ਮੈਂ ਦੇਵਮਾਨ ਹੋਰਾਂ ਦਾ ਵੀ ਸੁਣਦਾ ਸੀ, ਉਹਦੇ 'ਚ ਉਹ ਕਹਿੰਦੇ ਵੀ ਅਸੀਂ ਤਾਂ ਸਿਰਫ ਇਸ ਕਰਕੇ ਬੰਦੇ ਨਾਲ ਆਏ ਵੀ ਲੋਕਾਂ ਦੀ ਹੈਲਪ ਹੋਵੇ, ਵੀ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ ਜੀ ਯਾਰ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ, ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੀ ਗੱਲ ਉੱਥੇ ਤੱਕ ਪਹੁੰਚਦੀ ਹੋ ਜੇ। ਵੀ ਜੇ ਤੇ ਸੇਵਾ ਦੇ ਤੌਰ 'ਤੇ ਆ ਵੀ ਮੰਨ ਲਓ ਜੀ ਯਾਰ ਤੁਹਾਨੂੰ ਕੋਈ ਰਾਹ ਰਸਤਾ ਨਹੀਂ ਆਉਂਦਾ, ਸਾਡਾ ਵਰਕਰ ਹੈ, ਸਾਡਾ ਵਰਕਰ ਤੁਹਾਡਾ ਉਹ ਕੰਮ ਕਰਾ ਦੂ ਤਾਂ ਜੋ ਨਾ ਤਾਂ ਤੁਹਾਨੂੰ ਰਿਸ਼ਵਤ ਦੇਣੀ ਪਵੇ, ਨਾ ਤੁਹਾਡਾ ਕੋਈ ਮਸਲਾ ਉੱਥੇ ਫਸੇ। ਚੰਗੀ ਗੱਲ ਹੈ, ਮਨਸ਼ਾ ਠੀਕ ਹੋ ਸਕਦੀ ਹੈ। ਪਰ ਜਿਹੜੀ ਉਹ ਵਰਕਰ ਨੂੰ ਥੋੜ੍ਹਾ ਜਿਹਾ ਕੋਈ ਫੀਤੀ ਲਵਾਉਣ ਦੀ ਆਦਤ ਪੈ ਜਾਂਦੀ ਵੀ ਯਾਰ ਜਿੰਨਾ ਚਿਰ 4 ਖੰਭਿਆਂ ਤੇ ਮੇਰੀ ਫੋਟੋ ਨਾ ਲੱਗੇ ਤੇ ਪਤਾ ਨਾ ਲੱਗੇ ਸ਼ਹਿਰ ਦੇ ਵਿੱਚ ਵੀ ਫਲਾਨਾ ਸਾਹਿਬ ਵੀ ਹੈਗੇ ਨੇ, ਮੈਨੂੰ ਲੱਗਦਾ ਇਤਰਾਜ਼ ਉਸ ਚੀਜ਼ ਤੇ ਹੈ। ਕੰਮ ਕਰਨ ਕਰਾਉਣ ਤੇ ਕਿਸੇ ਨੂੰ ਕਾਹਦਾ ਇਤਰਾਜ਼ ਹੈ? ਸੰਧਾਲੀਆ ਸਾਹਿਬ ਮੈਨੂੰ ਲੱਗਦਾ ਮੁੱਖ ਮੰਤਰੀ ਹੋਰਾਂ ਦਾ ਜਿੱਦਾਂ ਦਫ਼ਤਰ ਹੈ, ਵਿਧਾਇਕਾਂ ਦੇ ਦਫ਼ਤਰ ਹੁੰਦੇ, ਮੰਤਰੀਆਂ ਦਫ਼ਤਰ ਹੁੰਦੇ, MLA ਸਾਹਿਬ ਆਪਣਾ ਦਫ਼ਤਰ ਜਿਹੜਾ ਉਹਨਾਂ ਦਾ ਹੈਗਾ ਟੈਲੀਫੋਨ ਨੰਬਰ ਸਹਾਇਕ ਦਾ ਜਾਂ ਆਪਣਾ ਦਿੱਤਾ ਹੁੰਦਾ, ਉੱਥੇ ਲੋਕ ਦੱਸਣ ਆਪਣੇ ਬੰਦਿਆਂ ਨੂੰ ਗਾਂ ਇਨਫੋਰਮ ਕਰ ਦੇਣ ਕਿ ਭਾਈ ਉਹ ਬੰਦੇ ਦੀ ਮਦਦ ਕਰੋ। ਯਾਨੀ ਬੇਲੋੜੀ ਚਰਚਾ ਜਿਹੜੀ ਇਦਾਂ ਦੀ ਹੁੰਦੀ ਉਹ ਤੋਂ ਗੁਰੇਜ਼ ਕਰਨਾ ਚਾਹੀਦਾ। ਨਵੇਂ ਨੇ ਇਹ ਗੱਲ ਠੀਕ ਹੈ, ਪਰ ਫਿਰ ਵੀ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਖੂੰਜੇ ਲਾ ਕੇ ਰੱਖੀਆਂ ਸੀ ਇਲੈਕਸ਼ਨ ਦੇ ਵਿੱਚ ਤੇ ਅਗਲਿਆਂ ਨੇ ਖੂੰਜੇ ਚੋਂ ਬਾਹਰ ਤਾਂ ਭਾਈ ਆਉਣਾ ਹੀ ਆ ਨਾ, ਤੁਸੀਂ ਥੋੜਾ ਜਿਹਾ ਧਿਆਨ ਨਾਲ ਕੰਮ ਕਰੋ। ਉਹਨਾਂ ਨੇ ਤਾਂ ਬਖਸ਼ਣਾ ਨਹੀਂ ਹੈਗਾ ਕਿਸੇ ਵੀ। ਉਹ ਤਾਂ ਲੱਭਣਗੇ ਵੀਰ ਜੀ। ਦੇਖੋ ਗੱਲ ਇਹ ਆ, ਪਰ ਇੱਕ ਗੱਲ ਹੋਰ ਵੀ ਸਮਝੋ ਬਾਹਰਲੀ ਹੈ, ਕਿਉਂਕਿ ਇੱਕ ਚਰਚਾ ਹੋਰ ਵੀ ਸੀ ਨਾ, ਉਹ ਚਰਚਾ ਉਦੋਂ ਦੀ ਚੱਲਣ ਲੱਗ ਪਈ ਸੀ ਜਦੋਂ ਅਜੇ ਕਿਤੇ ਕਿਤੇ ਗੱਲ ਚੱਲਦੀ ਸੀ। ਉਹ ਸੀ ਵੀ ਇੱਕ ਜੀ ਕਮੇਟੀ ਬਣਾਉਣੀ ਹੈ, ਉਸ ਕਮੇਟੀ ਨੇ ਸਲਾਹ ਦੇਣੀ ਹੈ ਤੇ ਉਸ ਕਮੇਟੀ ਦੀ ਸਲਾਹਕਾਰ ਕਮੇਟੀ ਦੇ ਸਭ ਤੋਂ ਵੱਡੀ ਕੁਰਸੀ ਜਿਹੜੀ ਗੱਦੇ ਵਾਲੀ ਲੱਗਣੀ ਉੱਤੇ ਫਲਾਣੇ ਬੰਦੇ ਨੂੰ ਬਿਠਾਉਣਾ। ਬੜੀ ਚਰਚਾ ਚੱਲੀ ਜੀ, ਬੜਾ ਉਜਰ ਹੋਊਗਾ, ਬੜਾ ਰੌਲਾ ਪਊਗਾ। ਵਿੱਚ ਇਹ ਵੀ ਗੱਲ ਕਰਨ ਲੱਗ ਪਏ ਵੀ ਨਹੀਂ ਆਮ ਆਦਮੀ ਪਾਰਟੀ ਵਾਲੇ ਕਿਤੇ ਏਡੇ ਕਮਲੇ ਥੋੜਾ ਯਾਰ, ਜਦੋਂ ਉਹਨੂੰ ਪਤਾ ਵੀ ਆਲਰੇਡੀ ਇੱਕ ਚੀਜ਼ ਤੇ ਰੌਲਾ ਪੈ ਹਟਿਆ, ਦੋਹਰੇ ਪੰਗਾ ਕਾਹਨੂੰ ਲੈਣਾ। ਇਹਦੀ ਉਹ ਗੱਲ ਹੋ ਗਈ ਨਾ, ਉਹ ਪਤੀਲਾ ਗਰਮੇ ਗੁਰੂ ਹੱਥ ਨਾ ਲਾਈ, ਤੇ ਜਦੋਂ ਅਗਲਾ ਬੰਦਾ ਫੇਰ ਬਿਨਾਂ ਪੌਣੇ ਤੋਂ ਜਾ ਪਵੇ ਕੁੰਡੇ ਨੂੰ ਤੇ ਫੇਰ ਤੇ ਸੜਨਾ ਹੀ ਹੈ। ਹੁਣ ਆਹ ਜਿਹੜਾ ਕੇਸ ਪਿਛਲੇ ਦਿਨੀ ਹੋਇਆ ਸੀਗਾ ਰਾਘਵ ਚੱਡਾ ਸਾਹਿਬ ਵਾਲਾ, ਉਹ ਕੇਸ ਹੁਣ ਪਹੁੰਚਦਾ ਹਾਈ ਕੋਰਟ ਤੱਕ ਵੀ ਚੱਲ ਗਿਆ। ਬੰਦਿਆਂ ਨੇ ਇਤਰਾਜ਼ ਕੀਤਾ, ਉਹ ਕਹਿੰਦੇ ਇਹ ਕਿਸ ਹਿਸਾਬ ਨਾਲ ਚੇਅਰਮੈਨ ਬਣਾਏ ਗਏ ਨੇ, ਚੇਅਰਪਰਸਨ ਬਣਾਏ ਗਏ ਨੇ, ਨਾ ਤੇ ਸੰਵਿਧਾਨਕ ਤੌਰ ਤੇ ਗੱਲ ਢੁਕਦੀ ਹੈ, ਨਾ ਕੋਈ ਕਾਨੂੰਨੀ ਤੌਰ ਤੇ ਢੁਕਦੀ ਹੈ, ਤੇ ਜਿਹੜੇ ਢੰਗ ਤਰੀਕੇ ਬਣਾਏ ਗਏ ਨੇ ਉਹ ਵੀ ਕਿਸੇ ਹਿਸਾਬ ਨਾਲ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੇ। ਮਹਾਰਾਜ ਇਹ ਕੁਝ ਸਮਝਾਓ। ਐਡਵੋਕੇਟ ਜਗਮੋਹਨ ਸਿੰਘ ਭੱਟੀ ਹੋਰੀ ਲੈ ਕੇ ਗਏ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਇਹਦੇ ਨਾਲ ਦਖਲ ਵਧੂਗਾ ਦੂਸਰੇ ਸੂਬੇ ਤੋਂ, ਦੂਸਰੇ ਸੂਬੇ ਦੀ ਸਰਕਾਰ ਦੇ ਵਿੱਚ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਰੈਂਕ ਦੇਣਾ ਕੋਈ ਤਾਂ ਉਹਦੀ ਸਹੁੰ ਚੁੱਕੀ ਜਾਂਦੀ ਹੈ, ਇਸੇ ਪਾਸੇ ਉਹ ਪ੍ਰਕਿਰਿਆ ਨਹੀਂ ਜਾਣੀ। ਉਹਨਾਂ ਨੇ 4-5 ਇਤਰਾਜ਼ ਲਾ ਕੇ ਕਹਿ ਦਿੱਤਾ ਕਿ ਗੈਰ ਸੰਵਿਧਾਨਕ ਆ, ਨਿਯੁਕਤੀ ਰੱਦ ਕਰਨ ਦੀ ਮੰਗ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਕੋ ਹਾਈ ਕੋਰਟ ਇਹਦੇ ਵਿੱਚ ਕੀ ਦੱਸਦੀ ਹੈ ਕਿ ਨਹੀਂ ਦੱਸਦੀ, ਕੀ ਉਹਨਾਂ ਦੀ ਜੱਜਮੈਂਟ ਹੋਊਗੀ, ਕਦੋਂ ਹੋਊਗੀ, ਸਾਨੂੰ ਇੰਤਜ਼ਾਰ ਕਰਨਾ ਪਊ। ਪਰ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਆਮ ਆਦਮੀ ਪਾਰਟੀ ਦੇ ਲਈ ਰਾਘਵ ਚੱਡਾ ਸਾਹਿਬ ਵੱਡੇ ਲੀਡਰ ਹੋਣਗੇ। ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੀ
ਇੱਕ ਪਾਸੇ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕਰਦੇ ਹੁੰਦੇ ਸੀ, ਭਗਵੰਤ ਮਾਨ ਹੋਰ ਕਿਤੇ ਕਰਦੇ ਹੁੰਦੇ, ਰਾਘਵ ਚੱਡਾ ਹੋਰੀ ਵੀ ਕਰਦੇ ਹੁੰਦੇ ਸੀ ਵੱਖਰੇ। ਉਹ ਤਾਂ ਭੰਗੜਾ ਵੀ ਪਾ ਲੈਂਦੇ ਸੀ, ਕੁਝ ਗੀਤ ਜਿਹੜੇ ਬਣਾਏ ਸੀ ਪ੍ਰਮੋਸ਼ਨਲ ਆਮ ਆਦਮੀ ਪਾਰਟੀ ਦੇ ਲਈ। ਚਲੋ ਯੰਗ ਨੇ, ਨੌਜਵਾਨ ਨੇ, ਅੰਗਰੇਜ਼ੀ ਹਿੰਦੀ ਪੰਜਾਬੀ ਬੋਲ ਲੈਂਦੇ ਨੇ ਤੇ ਉਹਦੇ ਹਿਸਾਬ ਨਾਲ ਲੋਕ ਅਟਰੈਕਟ ਉਹਨਾਂ ਨੇ ਕੀਤੇ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੋ ਸਕਦਾ ਕਿ ਮੰਨਦੀ ਹੋਵੇ ਕਿ ਭਾਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਦੂਸਰੇ ਪਾਸੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬੜੀ ਕਲੀਅਰ ਹੈ ਕਿ ਜਦੋਂ ਟਿਕਟਾਂ ਦੇਣ ਵੇਲੇ ਰੌਲਾ ਰੱਪਾ ਪੈਂਦਾ ਸੀ ਜੀ ਬਾਹਰੋਂ ਬੰਦੇ ਟਿਕਟਾਂ ਦਿੰਦੇ ਆ, ਉਸ ਤੋਂ ਬਾਅਦ ਸਮਝਣਾ ਚਾਹੀਦਾ। ਫਿਰ ਐਮਪੀ ਜਦੋਂ ਰਾਜ ਸਭਾ ਦੇ ਪੰਜ ਬਣਾਉਣੇ ਸੀ, ਜਦੋਂ ਉਦੋਂ ਖੱਪ ਪਈ, ਉਦੋਂ ਸਮਝਣਾ ਚਾਹੀਦਾ ਸੀ। ਰੌਲਾ ਪਿਆ ਸੀ ਕਿ ਭਾਈ ਪੰਜਾਬ 'ਚੋਂ ਬੰਦਾ ਨਹੀਂ ਲੱਭਦਾ ਕੋਈ। ਇਹਦੇ ਤੋਂ ਬਾਅਦ ਜਦੋਂ ਕੇਜਰੀਵਾਲ ਸਾਹਿਬ ਤੇ ਰਾਘਵ ਚੱਡਾ ਸਾਹਿਬ ਦਾ ਤੁਰੰਤ ਭਗਵੰਤ ਮਾਨ ਸਾਹਿਬ ਦੇ ਨਾਲ ਹੀ ਪੰਜਾਬ ਦੇ ਫੈਸਲੇ ਸੰਬੰਧੀ ਟਵੀਟ ਆ ਜਾਂਦਾ, ਲੋਕ ਉਹਦੇ ਤੇ ਵੀ ਇਤਰਾਜ਼ ਕਰਦੇ ਆ। ਚਾਹੇ ਵਿਰੋਧੀ ਦੇ ਨਾਲ ਹੁਣ ਇਤਰਾਜ਼ ਤਾਂ ਹੈਗਾ ਨਾ। ਹੁਣ ਜਿਸ ਤਰੀਕੇ ਦੇ ਨਾਲ ਰਾਘਵ ਚੱਡਾ ਸਾਹਿਬ ਦੀ ਆਹ ਨਿਯੁਕਤੀ ਹੋਈ ਹੈ, ਕਿਉਂਕਿ ਵੈਸੇ ਤਾਂ ਜਰਨੈਲ ਸਿੰਘ ਹੋਰੀ ਪੂਰੇ ਇੰਚਾਰਜ ਸੀਗੇ, ਇਹ ਸਹਾਇਕ ਇੰਚਾਰਜ ਹੀ ਸੀਗੇ। ਹੁਣ ਇਸ ਨਿਯੁਕਤੀ ਦੇ ਉੱਤੇ ਰੌਲਾ ਰੱਪਾ ਪੈਣਾ। ਤੁਸੀਂ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਹਿਤਾ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਸ਼ੋ ਪੀਸ ਨੇ। ਸੁਪਰ ਸੀਐਮ ਕੇਜਰੀਵਾਲ ਆ, ਵਰਕਿੰਗ ਸੀਐਮ ਰਾਘਵ ਚੱਡਾ, ਕਿ ਕੰਮ ਹੀ ਉਹ ਕਰਦੇ ਆ। ਹਾਲਾਂਕਿ ਭਗਵੰਤ ਮਾਨ ਹੋਰਾਂ ਨੇ ਬਾਰ-ਬਾਰ ਇਹ ਕਿਹਾ, ਕਹਿੰਦੇ ਨਾ ਅਸੀਂ ਤਾਂ ਬਜਟ ਵੀ ਲੋਕਾਂ ਨੂੰ ਪੁੱਛ ਕੇ ਬਣਾਇਆ, ਇਹ ਤਾਂ ਸਿਰਫ ਕਿਉਂਕਿ ਚਾਰਟਰਡ ਅਕਾਊਂਟੈਂਟ ਨੇ, ਦਿੱਲੀ ਦਾ ਕੰਮਕਾਰ ਚੰਗੀ ਤਰ੍ਹਾਂ ਇਹਨਾਂ ਨੂੰ ਪਤਾ ਹੈ ਤੇ ਅਸੀਂ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕੁਸ਼ਲਤਾ ਲਿਆਉਣੀ ਹੈ ਕਿ ਲੋਕਾਂ ਦੀ ਤੰਗੀ ਘੱਟ ਹੋਵੇ। ਠੀਕ ਹੈ, ਠੇਕੇ ਤੇ ਦੇਤਾ ਪੰਜਾਬ, ਇਹ ਕਿਹਨੇ ਆਖਿਆ? ਰਾਜਾ ਵੜਿੰਗ ਹੋਰਾਂ ਨੇ ਆਖਿਆ। ਇਹਦੇ ਨਾਲ ਨਾਲ ਇੱਕ ਸ਼ਬਦ ਜਿਹੜਾ ਉਹ ਸਵੈਮਾਨ ਨੂੰ ਕਹਿੰਦੇ ਪੰਜਾਬੀਆਂ ਦੇ ਨੂੰ ਠੇਸ ਪਹੁੰਚਾਈ ਹੈ, ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਹਿਤਾ। ਇਹਦੇ ਤੋਂ ਇਲਾਵਾ ਪ੍ਰਗਟ ਸਿੰਘ ਹੋਰਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਹੁਣ ਤੁਸੀਂ ਦੇਖ ਲਓ ਕਿ ਆਪਣੇ ਆ ਗਏ ਰਾਘਵ ਚੱਡਾ ਸਾਹਿਬ, ਹੁਣ ਉਹੀ ਦੇਖਿਆ ਕਰਨਗੇ, ਉਹਨਾਂ ਨੂੰ ਹੀ ਸੌਂਪ ਦਿੱਤਾ ਸਾਰਾ ਪੰਜਾਬ। ਯਾਨੀ ਕਿ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ। ਪੰਜਾਬ ਦਾ ਵੈਸੇ ਵੀ ਬਾਹਰਲੇ ਕੋਈ ਬਾਹਰੋਂ ਆਵੇ ਤਾਂ ਪੰਜਾਬ ਦੇ ਲੋਕ ਬਹੁਤਾ ਜ਼ਿਆਦਾ ਸਹਿਣ ਨਹੀਂ ਕਰਦੇ ਹੁੰਦੇ। ਇਹ ਮੁੱਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ 'ਚ ਵੀ ਹਿੱਟ ਕੀਤਾ। ਸੰਗਰੂਰ ਲੋਕ ਸਭਾ ਹਲਕੇ ਦੀ ਜਿਹੜੀ ਇਲੈਕਸ਼ਨ ਹੋਈ ਹੈ, ਪੰਜਾਬ 'ਚ ਬੜੇ ਬੰਦੇ ਨੇ। ਮੈਂ ਉਮੀਦ ਕਰਦਾ ਕਿ ਰਾਘਵ ਚੱਡਾ ਸਾਹਿਬ ਦੀ ਤਾਂ ਉਮਰ ਵੀ ਥੋੜੀ ਹੈ, ਉਹਨਾਂ ਦੀ ਉਮਰ ਜਿੰਨਾ ਤਜਰਬਾ ਰੱਖਣ ਵਾਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਕੁਸ਼ਲ ਬੰਦੇ ਹੋਣਗੇ, ਜਿਹੜੇ ਦਿੱਲੀ ਦੇ ਪ੍ਰਬੰਧ ਨੂੰ ਵੀ ਜਾਣਦੇ ਹੋਣਗੇ, ਪੰਜਾਬ ਦੇ ਪ੍ਰਬੰਧ ਨੂੰ ਵੀ ਜਾਣਦੇ ਹੋਣਗੇ, ਜਿਨ੍ਹਾਂ ਨੂੰ ਸ਼ਾਇਦ ਪਤਾ ਹੋਊਗਾ ਕਿ ਪੰਜਾਬ 'ਚ ਖੇਤੀਬਾੜੀ ਤੇ ਕਿੱਥੇ ਜ਼ੋਰ ਦੇਣਾ ਹੈ, ਉਦਯੋਗਾਂ ਤੇ ਕਿੱਥੇ ਜ਼ੋਰ ਦੇਣਾ ਹੈ, ਡੇਅਰੀ ਫਾਰਮਿੰਗ ਦੇ ਉੱਤੇ ਕਿੱਥੇ ਜ਼ੋਰ ਦੇਣਾ ਹੈ। ਸ਼ਾਇਦ ਉਹਨਾਂ ਨੂੰ ਵੱਧ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਸੁਮੇਲ ਰੱਖਣ ਦੇ ਲਈ ਕਿਵੇਂ ਅਗਲੇ ਪਾਸੇ ਨੂੰ ਤੁਰਨਾ ਹੈ। ਉਹ ਵੱਧ ਜਾਣਦੇ ਹੋਣਗੇ ਕਿ ਸਾਡੇ ਸਰਹੱਦੀ ਇਲਾਕੇ ਦੇ ਵਿੱਚ ਫਸਲਾਂ ਦੀ ਕੀ ਸਮੱਸਿਆ ਹੈ, ਤੇ ਜੇ ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਇੱਥੇ ਨਿਯੁਕਤੀ ਦਿੱਤੀ ਜਾਂਦੀ, ਸ਼ਾਇਦ ਰੌਲਾ ਪੈਂਦਾ ਹੀ ਨਾ। ਨਹੀਂ ਪੈਂਦਾ। ਇੱਕ ਆਪਾਂ ਹੋਰ ਗੱਲ ਯਾਦ ਕਰਾਉਂਦੇ ਆ। ਦੇਖੋ ਕਾਰਨ ਹੈ ਇੱਥੇ ਇੱਕ ਤੇ ਆਮ ਆਦਮੀ ਪਾਰਟੀ ਦੇ, ਮੇਰਾ ਖਿਆਲ ਉਹ ਸਪੋਕਸਪਰਸਨ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਵੀ ਇਹ ਤਾਂ ਐਵੇਂ ਵਿਰੋਧੀ ਪਾਰਟੀ ਰੌਲਾ ਪਾਉਂਦੀ ਹੈ ਜੀ, ਸਾਨੂੰ ਪਤਾ ਸੀ ਆਪਣਾ ਕੰਮ ਕਿਵੇਂ ਕਰਨਾ। ਚੰਗੀ ਗੱਲ ਹੈ। ਦੇਖੋ ਜੀ, ਵਿਰੋਧੀਆਂ ਦਾ ਕੰਮ ਹੀ ਰੌਲਾ ਪਾਉਣਾ, ਹੋਰ ਉਹਨਾਂ ਨੇ 5 ਸਾਲ ਕਿਹੜਾ ਵੀ ਉਹਨਾਂ ਕੋਲ ਕੋਈ ਕੰਮ ਹੈ, ਉਹਨਾਂ ਦਾ ਰੌਲੇ ਤੇ ਨਾ ਜਾਇਆ ਜਾਵੇ। ਗੱਲ ਹੈ ਵੀ ਲੋਕਾਂ 'ਚ ਕੀ ਪ੍ਰਭਾਵ ਬਣ ਰਿਹਾ। ਆਪਾਂ ਮੇਰਾ ਖਿਆਲ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜੇ ਪੰਜਾਬੀ ਨੇ ਉਹ ਇਹ ਨਾ, ਉਹਨਾਂ ਨੂੰ ਫਰਕ ਪੈਂਦਾ ਵੀ ਯਾਰ ਆਹ ਗੱਲ ਜਚੀ ਨਹੀਂ। ਅਗਲਾ ਆ ਕੇ ਯਾਰ ਤੇਰੇ ਭਲੇ, ਮੈਂ ਭਲਾ ਕਰਾਉਣਾ ਨਹੀਂ। ਉਹ ਕਹਿੰਦਾ ਯਾਰ ਤੂੰ ਇੱਕ ਮਿੰਟ ਮਾੜਾ ਜਿਹਾ ਕਰਾ ਕੇ ਤੇ ਦੇਖ, ਯਾਰ ਹੱਥ ਹੌਲਾ। ਉਹ ਕਹਿੰਦਾ ਨਹੀਂ ਕਰਾਉਣਾ ਨਹੀਂ ਯਾਰ, ਤੂੰ ਬੰਦਾ ਨਹੀਂ ਪਸੰਦ ਮੈਨੂੰ। ਕਿਸੇ ਗੱਲ ਤੇ ਫਸ ਜਾਂਦੇ ਆ। ਹੁਣ ਇਹਦੀ ਇੱਕ ਉਦਾਹਰਨ ਦਿੰਦਾ, ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਸੀ, ਉਹ ਹੋਇਆ ਸੀ ਇਸ ਤੋਂ ਪਿਛਲੀਆਂ ਇਲੈਕਸ਼ਨਾਂ 'ਚ 2017 'ਚ। ਉਦੋਂ ਬੜੀ ਚਰਚਾ ਚੱਲਦੀ ਸੀ ਵੀ ਹਾਂ ਵੀ ਕਿਹੜਾ ਮੁੱਖ ਮੰਤਰੀ, ਕਿਹੜਾ ਮੁੱਖ ਮੰਤਰੀ, ਕਿਹੜਾ ਮੁੱਖ ਮੰਤਰੀ। ਇੱਕ ਬਿਆਨ ਦੇ ਕੇ ਫਸ ਗਏ ਸੀ ਉਦੋਂ ਸਿਸੋਦੀਆ ਸਾਹਿਬ, ਜਦੋਂ ਉਹਨਾਂ ਨੇ ਕਹਿ ਦਿੱਤਾ ਯਾਰ ਤੁਸੀਂ ਸਮਝੋ ਕੇਜਰੀਵਾਲ ਹੀ ਮੁੱਖ ਮੰਤਰੀ ਹੈ। ਉਦੋਂ ਵੀ ਵਿਰੋਧੀਆਂ ਨੇ ਗੱਲ ਚੱਕੀ ਸੀ। ਉਦੋਂ ਕਿਸੇ ਨੇ ਕੋਈ ਟੀਕਾ ਨਹੀਂ ਲਾਤਾ ਸੀ ਪੰਜਾਬੀਆਂ ਦੇ ਆ ਕੇ ਵੀ ਉਹ ਰਾਤੋਂ ਰਾਤ ਟੀਕਾ ਲੱਗ ਗਿਆ। ਉਦੋਂ ਵੀ ਵਿਰੋਧੀਆਂ ਇੱਕ ਹਵਾ ਬਣਾਈ ਸੀ। ਉਹ ਹਵਾ ਪੰਜਾਬ ਵਾਲਿਆਂ ਨੂੰ ਜੱਜ ਗਈ ਵੀ ਅੱਛਾ ਇੱਦਾਂ ਕਿੱਦਾਂ ਯਾਰ, ਬੰਦਾ ਹੁਣ ਪੰਜਾਬ ਤੋਂ ਤੁਸੀਂ ਲੈਣਾ ਨਹੀਂ, ਤੁਸੀਂ ਕਹਿੰਦੇ ਉਹਨੂੰ ਮੁੱਖ ਮੰਤਰੀ ਬਣਾਉਣਾ, ਜਾਓ ਅਸੀਂ ਨਹੀਂ ਖੇਡਦੇ। ਜੇ ਉਸ ਗੱਲ ਨੂੰ ਉਦੋਂ ਉਹਨਾਂ ਨੇ ਮੰਨਿਆ ਸੀ, ਸਮਝਿਆ ਸੀ ਵੀ ਯਾਰ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੇ ਸਕੇ, ਪੰਜਾਬੀਆਂ ਸਾਨੂੰ ਪੜਾਇਆ ਨਹੀਂ। ਐਤਕੀ ਕੀ ਕੀਤਾ ਵੀ ਹੌਲੀ ਹੌਲੀ ਉਹਨੂੰ ਲੱਗਿਆ ਵੀ ਨਹੀਂ ਯਾਰ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ਵਰਗੇ, ਤੁਹਾਡੇ ਵਰਗੇ। ਜੇ ਤੁਹਾਡੇ ਵਰਗੇ ਬਣ ਕੇ ਆਪਾਂ 92 MLA ਜਿਤਾ ਲੈਂਦੇ ਹਾਂ ਤੇ ਫਿਰ ਤੁਹਾਡੇ ਵਰਗੇ ਬਣੇ ਰਹਿਣਾ ਚਾਹੀਦਾ। ਅਜੇ ਪੰਜਾਬੀਆਂ ਨੇ ਇਹ ਮਾਣ ਤੇ ਦੇਤਾ ਵੀ ਰਾਘਵ ਚੱਡਾ ਸਾਹਿਬ ਰਾਜ ਸਭਾ ਮੈਂਬਰ ਨੇ, ਕੋਈ ਨਿੱਕੀ ਵੱਡੀ ਗੱਲ ਨਹੀਂ ਹੈਗੀ। ਵੀ ਜੇ ਰਾਜ ਸਭਾ ਦੇ ਵਿੱਚ ਕਿਤੇ ਖਾਤਾ ਹੀ ਨਹੀਂ ਖੁੱਲਿਆ ਸੀ, ਅੱਜ 7 ਰਾਜ ਸਭਾ ਮੈਂਬਰ ਨੇ ਪੰਜਾਬ ਤੋਂ, ਉਹਦੇ ਵਿੱਚ ਆਪਣੇ ਲੀਡਰ ਵੀ ਐਡਜਸਟ ਕਰ ਲਏ ਉਹਨਾਂ ਨੇ। ਹੁਣ ਜੇ ਲੱਗਦਾ ਹੈ ਕਿ ਵੀ ਹਾਂ ਉਹਨਾਂ ਕੋਲੋਂ ਸਲਾਹ ਲੈਣੀ ਜ਼ਰੂਰੀ ਆ, ਆਪਾਂ ਨੂੰ ਇਹ ਚੀਜ਼ ਤੇ ਕੋਈ ਇਤਰਾਜ਼ ਨਹੀਂ। ਆਪਾਂ ਕੌਣ ਹੁੰਦੇ ਇਤਰਾਜ਼ ਕਰਨ ਵਾਲੇ? ਵੀ ਜੇ ਮੰਨ ਲਓ ਰਾਘਵ ਚੱਡਾ ਸਾਹਿਬ ਦੇ ਕੋਲ ਬਹੁਤ ਸਿਆਣਪ ਹੈ ਯਾਰ, ਉਹਨਾਂ ਕੋਲੋਂ ਗੱਲ ਸਿੱਖਣੀ ਆ, ਤੇ ਉਹ ਬਿਨਾਂ ਉਹਦੇ ਤੋਂ ਕਿਹੜਾ ਦੱਸਣਗੇ ਨਹੀਂ। ਅਗਲਾ ਬੰਦਾ ਪਾਰਟੀ ਦਾ ਲੀਡਰ ਹੈ, ਪੰਜਾਬ ਦਾ ਰਾਜ ਸਭਾ ਲੀਡਰ ਹੈ, ਤੇ ਉਹ ਆਣ ਕੇ ਆਪਾਂ ਨੂੰ ਦੱਸ ਦੇ ਸਕਦੇ ਨੇ ਵੀ ਯਾਰ ਇੱਦਾਂ ਨਹੀਂ ਆਪਾਂ ਇੱਦਾਂ ਕਰ ਲਈਏ।
ਤੇ ਫਿਰ ਜਿਹੜਾ ਕੰਮ ਬੁੱਕਲ 'ਚ ਕੀਤਾ ਜਾ ਸਕਦਾ ਉਹਨੂੰ ਗਲੀ 'ਚ ਕਰ ਲਈ ਐਵੇਂ ਖਲਾਰਾ ਪਾਉਣਾ। ਨਹੀਂ, ਵਿਚਾਰ ਰੱਖਣਾ ਚਾਹੀਦਾ। ਹਾਲਾਂਕਿ ਬਹੁਤ ਸਾਰੇ ਸੱਜਣ ਟਿੱਪਣੀਆਂ ਇਹ ਵੀ ਕਰਦੇ ਆ ਕਿ ਭਾਈ ਪ੍ਰਸ਼ਾਂਤ ਕਿਸ਼ੋਰ ਕਿਹੜਾ ਕੈਪਟਨ ਸਾਹਿਬ ਨੇ ਬਣਾਇਆ ਨਹੀਂ ਸੀ, ਕਿ ਭਾਈ ਉਦੋਂ ਤਾਂ ਕਿਸੇ ਨੇ ਰੌਲਾ ਪਾਇਆ ਨਹੀਂ, ਆਮ ਆਦਮੀ ਪਾਰਟੀ ਨੂੰ ਐਵੇਂ ਛਿੱਲੀ ਜਾਂਦੇ ਨੇ ਸਾਰੇ। ਬੜਾ ਕੁਝ ਹੋਇਆ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਆਮ ਚੱਲਦਾ। ਤੁਸੀਂ ਦੇਖੋ ਕਿ ਜਲੰਧਰ ਦੇ ਹੰਸਰਾਜ ਹੰਸੁਰੀ ਉਹ ਦਿੱਲੀੋਂ ਜਾ ਕੇ ਲੋਕ ਸਭਾ ਦੀ ਇਲੈਕਸ਼ਨ ਜਿੱਤ ਗਿਆ ਤੇ ਲੱਖਾਂ ਵੋਟਾਂ ਦੇ ਫਰਕ ਨਾਲ ਜਿੱਤੇ, ਬਾਹਰੋਂ ਹੀ ਆਏ ਸੀ। ਵਿਨੋਦ ਖੰਨਾ ਸਾਹਿਬ ਚਾਹੇ ਪੰਜਾਬ ਦੇ ਹੀ ਸੀ, ਪਰ ਉਹ ਰਹਿੰਦੇ ਤਾਂ ਮੁੰਬਈ ਦੇ ਵਿੱਚ ਸੀ, ਉਹਨਾਂ ਨੂੰ ਗੁਰਦਾਸਪੁਰ ਵਾਲਿਆਂ ਨੇ ਜਿਤਾਇਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਸਨੀ ਦਿਓਲ ਹੋਰੀ, ਮੈਨੂੰ ਨਹੀਂ ਪਤਾ ਕਿ ਆਖਰੀ ਵਾਰੀ ਪੰਜਾਬ ਜਾ ਕੇ ਨਲਕਾ ਉਹਨਾਂ ਨੇ ਕਦੋਂ ਗੇੜਿਆ ਸੀ ਇਲੈਕਸ਼ਨ ਤੋਂ ਪਹਿਲਾਂ, ਪਰ ਆਪਾਂ ਨੂੰ ਸੀਗਾ ਚਲੋ ਪੰਜਾਬ ਦੇ ਨੇ ਭਾਈ। ਆਮ ਆਦਮੀ ਪਾਰਟੀ ਕਹਿੰਦੇ ਰਾਘਵ ਚੱਡਾ ਸਾਹਿਬ ਜਲੰਧਰ ਦੇ ਆ, ਉਹ ਇੰਨੇ ਸਾਲ ਪਹਿਲੇ ਜਾ ਕੇ ਦਿੱਲੀ ਵਸ ਗਿਆ ਸੀ, ਹੈਗੇ ਤਾਂ ਪੰਜਾਬੀ ਆ। ਹੋਰ ਤੁਸੀਂ ਦੇਖੋ ਮਸਲਾ ਇੱਥੇ ਤੱਕ ਨਹੀਂ ਮੁੱਕਦਾ। ਧਰਮਿੰਦਰ ਹੋਰੀ ਪੰਜਾਬ ਦੇ, ਰਾਜਸਥਾਨ ਨਾਲ ਕੋਈ ਸੰਬੰਧ ਤਾਂ ਨਹੀਂ ਰੱਖਦੇ, ਮੁੰਬਈ ਦੇ ਵਿੱਚ ਰਹਿੰਦੇ ਸੀ, ਰਾਜਸਥਾਨ ਤੋਂ ਲੋਕ ਸਭਾ ਦੀ ਸੀਟ ਦਿੱਤੀ, ਜਿੱਤ ਗਏ। ਜਾਣੀ ਕਈ ਵਾਰੀ ਹੋ ਜਾਂਦਾ, ਕਿਤੇ ਕਿਤੇ ਫਿਰ ਕੰਮ ਨਹੀਂ ਚੱਲਦਾ ਭਾਈ, ਜਿੱਥੇ ਨਹੀਂ ਚੱਲਦਾ, ਕਿਉਂਕਿ ਪੰਜਾਬ ਦੇ ਮਸਲੇ ਹੋਰ ਬਹੁਤ ਆ। ਕੱਲ੍ਹ ਨੂੰ ਭਗਵੰਤ ਮਾਨ ਸਾਹਿਬ ਨੂੰ ਇਸ ਮੁੱਦੇ ਤੇ ਬਿਆਨ ਦੇਣਾ ਪਵੇ, ਕਿਸੇ ਹੋਰ ਨੂੰ ਦੇਣਾ ਪਵੇ, ਅਗਲੇ ਫਿਰ ਬਿਆਨ ਦੇਣ, ਪੰਜਾਬ ਦੇ ਲੋਕਾਂ ਦਾ ਸਮਾਂ ਖਰਾਬ ਹੁੰਦਾ। ਸੋ ਥੋੜਾ ਜਿਹਾ ਇਧਰਲੇ ਪਾਸੇ ਨੂੰ ਬਚ ਕੇ ਚੱਲਣਗੇ ਤਾਂ ਚੰਗਾ, ਨਹੀਂ ਤਾਂ ਐਵੇਂ ਵਿਰੋਧੀ ਪਾਰਟੀਆਂ ਦੇ ਹੱਥ ਇੱਕ ਮੁੱਦਾ ਦੇਣ ਵਾਲੀ ਗੱਲ ਹੈ, ਪੰਜਾਬ ਦੇ ਮੁੱਦੇ ਤੇ ਧਿਆਨ ਭਟਕੂਗਾ। ਮੇਰਾ ਖਿਆਲ ਹੋ ਸਕਦਾ ਚਲੋ ਆਮ ਆਦਮੀ ਪਾਰਟੀ ਜੇ ਕੋਈ ਸੁਣੇ, ਸਲਾਹ ਸਿਰਫ ਇਹ ਹੈ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਤੁਹਾਡਾ ਲੀਡਰ ਮੁੱਖ ਹੈ, ਮੰਨ ਲਓ ਭਗਵੰਤ ਮਾਨ ਹੋਣੀ, ਉਹ ਕਹਿੰਦੇ ਵੀ ਸਾਡੇ ਸੀਐਮ ਫੇਸ ਨੇ, ਸਾਰਾ ਕੁਝ ਉਹੀ ਕਰਦੇ ਨੇ, ਕੀ ਇਦਾਂ ਤਾਂ ਨਹੀਂ ਵੀ ਤੁਸੀਂ ਜਾਣਬੁੱਝ ਕੇ ਵਿਰੋਧੀਆਂ ਦੇ ਹੱਥ 'ਚ ਗੇਂਦ ਦਿੰਦੇ ਹੋ, ਜਿਹਦੇ ਨਾਲ ਉਹਨਾਂ ਨੂੰ ਇਹ ਮੌਕਾ ਮਿਲਦਾ ਵੀ ਯਾਰ ਤੁਹਾਡਾ ਲੀਡਰ ਅਸੀਂ ਲੋਕਾਂ 'ਚ ਭੰਡ ਦਈਏ ਵੀ ਯਾਰ ਤੁਸੀਂ ਤਾਂ ਐਵੇਂ ਨਜਾਇਜ਼ ਹੀ ਬਣਾਈ ਫਿਰਦੇ ਸੀ ਵੀ ਇਹਨੇ ਕਰਨਾ ਸਾਰਾ ਕੁਝ, ਇਹਦੇ ਹੱਥ ਵਸ ਹੈ ਨਹੀਂ ਕੁਝ ਵੀ। ਤੇ ਜੇ ਇਹ ਪ੍ਰਭਾਵ ਚਲਾ ਗਿਆ ਤੇ ਫਿਰ 2027 ਦੇ ਵਿੱਚ ਕਿਹੜੇ ਟਾਇਰ 'ਚ ਹਵਾ ਭਰਨੀ ਹੈ? ਬੜੀ ਸਿੱਧੀ ਸਾਫ਼ ਤੇ ਸਪਸ਼ਟ ਗੱਲ ਹੈ ਜੀ। ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ, ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ, ਇਹ ਗੱਲ ਕਲੀਅਰ ਹੈ। ਜੇ ਇਸ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਕੋਈ ਸ਼ੱਕ ਹੈ, ਤੁਸੀਂ ਗੁਜਰਾਤ 'ਚ ਕਿਹੜਾ ਚੋਣਾਂ ਨਹੀਂ ਲੜ ਕੇ ਦੇਖੀਆਂ, ਤੁਸੀਂ ਰਾਜਸਥਾਨ 'ਚ ਕਿਹੜਾ ਚੋਣਾਂ ਨਹੀਂ ਲੜ ਕੇ ਦੇਖੀਆਂ, ਤੁਸੀਂ ਹਿਮਾਚਲ 'ਚ ਚੋਣਾਂ ਲੜ ਕੇ ਦੇਖ ਲੈਣੀਆਂ, ਪੰਜਾਬ ਦੇ ਨਾਲ ਹੀ ਉੱਤਰਾਖੰਡ ਦੇ ਵਿੱਚ ਵੋਟਾਂ ਪਈਆਂ, ਤੁਸੀਂ ਉੱਥੇ ਵੀ ਤਾਂ ਚੋਣਾਂ ਲੜ ਕੇ ਦੇਖੀਆਂ। ਜਿਹੜਾ ਬੰਦਾ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਸੀ, ਇੱਕ ਪਾਸੇ ਭਗਵੰਤ ਮਾਨ ਦਾਅਵੇਦਾਰ ਸੀ ਪੰਜਾਬ 'ਚੋਂ, ਦੂਜੇ ਪਾਸੇ ਉੱਤਰਾਖੰਡ 'ਚ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਵੀ ਹੋ ਗਿਆ। ਟਾਈਮ ਨਹੀਂ, ਬਹੁਤੇ ਦਿਨ ਨਹੀਂ ਲਾਏ ਸੀ ਉਹਨੇ। ਸੰਜੇ ਸਿੰਘ ਹੋਰੀ ਇੰਚਾਰਜ ਰਹੇ ਆ, ਯੂਪੀ 'ਚ ਵੀ ਇੰਚਾਰਜ ਸੀਗੇ, ਇਲੈਕਸ਼ਨ ਲੜੀ ਆ, ਮਾੜਾ ਮੋਟਾ ਵਿਖਾਓ ਖਾਂ ਕਿੱਥੇ ਕਿਤੇ ਜ਼ਮਾਨਤ ਕਿਤੇ ਬਚੀ ਹੋਵੇ। ਗੋਆ ਦੇ ਵਿੱਚ ਠੀਕ ਹੈ, ਇੱਕ ਦੋ ਬੰਦੇ ਜਿੱਤੇ ਨੇ, ਪਰ ਇਲੈਕਸ਼ਨ ਤਾਂ ਵਾਹਵਾ ਸੀਟਾਂ ਦੇ ਉੱਤੇ ਲੜੀ ਆ ਨਾ। ਯਾਨੀ ਜੇ 1 ਰੁਪਈਏ ਦਾ ਵੀ ਕਿਸੇ ਨੂੰ ਭੁਲੇਖਾ ਨਾ ਕਿ ਦਿੱਲੀ ਵਾਲਿਆਂ ਦੇ ਪ੍ਰਚਾਰ ਕਰਕੇ ਜਿੱਤੇ ਆ, ਜਾਂ ਦਿੱਲੀ ਵਾਲੇ ਇੱਥੇ ਆਉਂਦੇ ਸੀ ਉਹਨਾਂ ਕਰਕੇ ਜਿੱਤੇ ਆ। ਦਿੱਲੀ ਵਾਲੇ ਤਾਂ ਸੰਗਰੂਰ ਦੀ ਲੋਕ ਸਭਾ ਇਲੈਕਸ਼ਨ ਦੀ ਜ਼ਿਮਨੀ ਚੋਣ 'ਚ ਵੀ ਪ੍ਰਚਾਰ ਕਰਨ ਆਏ ਸੀ। ਉਹਨਾਂ ਨੇ ਜੇ ਕੋਈ ਚੱਜ ਦਾ ਕੰਮ ਕੀਤਾ ਲੈ ਲਓ, ਰਾਜਸਥਾਨ 'ਚ ਕਿਸੇ ਨੇ ਚੱਜ ਦਾ ਕੰਮ ਕੀਤਾ ਚੱਕ ਲਓ, ਜੇ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਲੱਗਦਾ ਕੋਈ ਠੀਕ ਕੰਮ ਹੋਇਆ ਚੱਕ ਲਓ, ਮਮਤਾ ਬੈਨਰਜੀ ਤੋਂ ਸਿੱਖ ਲਓ, ਕੇਰਲਾ ਵਾਲੇ ਕਾਮਰੇਡਾਂ ਤੋਂ ਸਿੱਖ ਲਓ, ਉਹ ਨਵੀਨ ਪਟਨਾਇਕ ਤੋਂ ਸਿੱਖ ਲਓ, ਉੜੀਸਾ 'ਚੋਂ, ਕੋਈ ਗੱਲ ਨਹੀਂ। ਆਪਾਂ ਸਾਰਿਆਂ ਨੂੰ ਸਲਾਹਕਾਰ ਥੋੜੀ ਬਣਾਉਨੇ ਆ, ਸਲਾਹ ਲੈ ਲੈਨੇ ਕੋਈ, ਉਹ ਤਾਂ ਚਾਹ ਵੀ ਪਿਆਉਣਗੇ ਗਿਆਂ ਨੂੰ, ਆਓ ਭਗਤ ਕਰਨਗੇ, ਰਹਿਣ ਨੂੰ ਵੀ ਥਾਂ ਦੇਣਗੇ ਕਿ ਭਾਈ 2-4 ਦਿਨ ਰੁਕਣਾ ਤਾਂ ਰੁਕ ਜਾਓ, ਪਰ ਬੇਲੋੜੇ ਵਿਵਾਦ ਤੋਂ ਬਚਣਾ ਚਾਹੀਦਾ। ਤੇ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਇਹ ਗੱਲ ਚੰਗੇ ਤਰੀਕੇ ਸਮਝੇ ਕਿ ਜਦੋਂ ਤੁਸੀਂ ਦਿੱਲੀ ਦੇ ਵਿੱਚੋਂ ਸਰਕਾਰ ਹੁੰਦਿਆਂ ਲੋਕ ਸਭਾ ਦੀ ਇਲੈਕਸ਼ਨ ਸਭ ਕੁਝ ਹਰ ਗਿਆ ਸੀ, ਤੁਹਾਨੂੰ ਇੱਕ ਵਾਰੀ 4 ਤੇ ਇੱਕ ਵਾਰੀ 1 ਐਮਪੀ ਪੰਜਾਬ ਵਾਲਿਆਂ ਨੇ ਜਿਤਾ ਕੇ ਦਿੱਤਾ, ਤੁਸੀਂ ਤਾਂ ਦਿੱਲੀ ਪ੍ਰਚਾਰ ਕਰਦੇ ਸੀ। ਉਹ ਰਾਘਵ ਚੱਡਾ ਸਾਹਿਬ ਵੀ ਦਿੱਲੀ ਸੀ, ਸੰਜੇ ਸਿੰਘ ਹੋਰੀ ਵੀ ਦਿੱਲੀ ਸੀ, ਉਹ ਦੁਰਗੇਸ਼ ਪਾਠਕ ਉਹ ਵੀ ਦਿੱਲੀ ਸੀ, ਸਾਰੇ ਜਣੇ ਉਦੋਂ ਨਾ ਜਿੱਤ ਗਏ। ਇਸ ਕਰਕੇ ਕਿਸੇ ਭੁਲੇਖੇ ਭਲੂਖੇ 'ਚ ਨਹੀਂ ਰਹਿਣਾ ਚਾਹੀਦਾ। ਆ ਇਸ਼ਤਿਹਾਰਾਂ ਦਾ ਕੰਮ ਥੋੜਾ ਜਿਹਾ ਠੰਡਾ ਕਰੋ, ਬੰਦ ਕਰੋ ਇਹਨੂੰ, ਪੰਜਾਬ ਦੇ ਲੋਕਾਂ ਦੇ ਕਿਤੇ ਦਿਮਾਗ 'ਚ ਆੜ ਨਾ ਜਾਵੇ ਉਹ ਮਸਲਾ। ਹਾਂ, ਨਹੀਂ ਆਪਾਂ ਪੰਜਾਬੀਆਂ ਦੇ ਸੁਭਾਅ ਦੀਆਂ ਉਦਾਹਰਨਾਂ ਦੋ ਦੇ ਦਿੰਦੇ ਆ। ਦੇਖੋ ਗੱਲ ਇਹ ਆ ਵੀ ਮੰਨ ਲਓ ਕਿਸੇ ਵੇਲੇ ਚਰਚਾ ਚੱਲ ਪੈਂਦੀ ਨਾ, ਭੈਣ ਜੀ ਗਰਮੀ ਬੜੀ ਆ ਤੇ ਅੱਜ ਕੱਲ ਨਾ ਨਿੱਕੀ ਬੂਟੀ ਵਾਲੇ ਸੂਟ ਬੜੇ ਆਏ ਜੀ, ਬੜਾ ਰਿਵਾਜ ਉਹਨਾਂ ਦਾ, ਬੜਾ ਕੱਪੜਾ ਵਧੀਆ। ਲੈ ਵੀ ਇਹ ਚਰਚਾ ਹੋ ਸਕਦਾ ਪੰਜਾਂ ਚੋਂ ਘਰਾਂ 'ਚ ਭਾਵੇਂ ਅੱਧੇ ਪਿੰਡ 'ਚ ਚੱਲਦੀ ਹੋਵੇ ਵੀ ਫਲਾਨੀ ਨੇ ਵੀ ਲੈ ਲਿਆ ਸੂਟ ਤੇ ਉਹਨੇ ਵੀ ਸਵਾ ਲਿਆ ਤੇ ਆਪਾਂ ਵੀ ਜਿੱਦਣ ਸ਼ਹਿਰ ਗਈਆਂ ਆਪਾਂ ਸਵਾ ਕੇ ਲਿਆਵਾਂਗੇ ਜਾਂ ਲੈ ਕੇ ਆਵਾਂਗੇ ਖਰੀਦ ਕੇ। ਪਰ ਤੁਸੀਂ ਦੇਖੋ ਵੀ ਉੱਥੋਂ ਤੁਰ ਪੈਣਗੀਆਂ ਪਰ ਹੱਟੀ ਪੱਕੀ ਹੁੰਦੀ ਉਹਨਾਂ ਦੀ। ਰਿਵਾਜ ਜ਼ਰੂਰ ਹੋ ਸਕਦਾ ਵੀ ਇਸ ਤਰ੍ਹਾਂ ਦਾ ਰਿਵਾਜ ਆ, ਇਹ ਮੈਂ ਉਹੀ ਗੱਲ ਕਰ ਰਿਹਾ ਜਿੱਦਾਂ ਪੰਜਾਬੀਆਂ ਨੂੰ ਲੱਗਿਆ ਸੀ ਵੀ ਸਾਡੀਆਂ ਆ ਮੁਸ਼ਕਲਾਂ ਜੀ, ਤੇ ਐਦਾਂ ਜਿਹਦਾ ਇਲਾਜ ਇੱਕ ਕੋਈ ਦਿੱਲੀ ਵਾਲਿਆਂ ਨੇ ਹੈਗਾ ਕੀਤਾ ਤੇ ਉਹੋ ਜਿਹਾ ਕੋਈ ਕਹਿੰਦੇ ਚੱਲਦਾ ਰਿਵਾਜ ਤੇ ਆਪਾਂ ਵੀ ਕਰਾ ਲਈਏ। ਉਹ ਨਹੀਂ ਕਰਾਉਣਾ ਕਿਹਦੇ ਕੋਲ, ਫਲਾਨੇ ਕੋਲੋਂ, ਹੱਟੀ ਪੱਕੀ। ਸੇਮ ਹੀ ਆਪਾਂ ਪਿੰਡਾਂ 'ਚ ਆਪਣੇ ਪੱਕਾ ਇੱਕ ਡਾਕਟਰ ਹੁੰਦਾ ਨਾ, ਹੋਰ ਕੁਝ ਹੋਵੇ ਨਾ ਵੀ ਉਹਦਾ ਕੰਮ ਆਉਂਦਾ ਵੀ ਉਹਨੇ ਅਟੈਚੀ ਲੈ ਕੇ ਟਾਈਮ ਨਾਲ ਘਰੇ ਆ ਜਾਣਾ ਵੀ ਫੋਨ ਕਰਕੇ, ਉਹਨੂੰ ਆਣਾ ਵੀ ਹਾਂ ਉਹਦੇ ਕੋਲੋਂ ਆਰਾਮ ਆਉਂਦਾ, ਬੀਬੀ ਦਾ ਤੇ ਉੱਦਾਂ ਸਾਹ ਹੀ ਨਹੀਂ ਮੁੜਦਾ, ਕੱਲ੍ਹ ਉਹ ਟੀਕਾ ਲਾ
ਟੀਕਾ ਕਿਤੇ ਉਹਨੇ ਘਰੇ ਥੋੜਾ ਬਣਾਇਆ, ਟੀਕਾ ਤੇ ਕਿਤੇ ਆਇਆ ਉਹੀ ਟੀਕਾ ਭਾਵੇਂ ਕਿ ਹੋਰ ਕੋਲ ਲਵਾ ਲਓ, ਪਰ ਨਾ ਬੀਬੀ ਦਾ ਉਹਦੇ ਤੇ ਯਕੀਨ ਆ ਵੀ ਮੈਨੂੰ ਉਹਨੇ ਟੀਕਾ ਲਾਤਾ, ਮੈਨੂੰ ਉਹਨੇ ਕੋ ਹਰਿਆ ਜਾ ਕੈਪਸੂਲ ਦੇਤਾ ਤੇ ਮੈਂ ਕਾਇਮ ਹੋ ਜਾਣਾ। ਸੋ ਇਸ ਸੁਭਾਅ ਵਾਲੇ ਪੰਜਾਬੀਆਂ ਨੂੰ ਜੇ ਕਿਤੇ ਕੋਈ ਹੋਰ ਪਾਸੇ ਗਰਾਰੀ ਅਗਲੇ ਫਸਾਉਣ 'ਚ ਕਾਮਯਾਬ ਹੋ ਗਏ ਤੁਹਾਡੀਆਂ ਇਹਨਾਂ ਗੇਮਾਂ ਦੇ ਵਿੱਚ ਤੇ ਫੇਰ ਭਾਈ ਹੁਣ ਕੀ ਕਹਿ ਸਕਦੇ ਹਾਂ। ਦੇਖੋ ਸੰਧਾਲੀਆ ਸਾਹਿਬ, ਸਿਆਣਾ ਡਾਕਟਰ ਤਾਂ ਉਹ ਹੁੰਦਾ ਕਿ ਜਿਹੜਾ ਜਦੋਂ ਕਿਸੇ ਦੇ ਘਰ ਦਵਾਈ ਦੇਣ ਜਾਂਦਾ ਤਾਂ ਫਿਰ ਆਲੇ ਦੁਆਲੇ ਦੇਖਦਾ ਮੂੰਗਫਲੀ ਦੀਆਂ ਛਿੱਲਾਂ ਪਈਆਂ, ਸਬਜ਼ੀ ਕਾਹਦੀ ਬਣੀ ਸੀ। ਕਈ ਵਾਰੀ ਤਾਂ ਕਈ ਤਾਂ ਪਸ਼ੂਆਂ ਦੀ ਖੁਰਲੀ 'ਚ ਵੀ ਜਾ ਕੇ ਦੇਖਦੇ ਆ, ਕਿਉਂਕਿ ਸਾਰਾ ਕੁਝ ਉੱਥੇ ਹੀ ਸੁੱਟਿਆ ਹੁੰਦਾ ਮੁੜ ਕੇ ਕਿ ਭਾਈ ਆਹ ਜਿਹੜੀ ਸਮੱਸਿਆ ਆਈ ਹੈ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ, ਖਾਧਾ ਕੀ ਹੋ ਸਕਦਾ, ਛਿੱਲਾਂ ਛੁੱਲਾਂ ਕਾਹਦੀਆਂ ਪਈਆਂ ਘਰ 'ਚ, ਪਤੀਲਾ ਕਿਹੜੀ ਸਬਜ਼ੀ ਆ, ਦਾਲ ਵਾਲਾ ਜਿਹੜਾ ਲਿਬੜਿਆ ਪਿਆ, ਕਿਉਂਕਿ ਅਗਲੇ ਨੂੰ ਤਾਂ ਦੱਸਣਾ ਨਹੀਂ ਆਉਂਦਾ ਹੁੰਦਾ ਨਾ ਕਿ ਸਮੱਸਿਆ ਕੀ ਹੈ। ਤੇ ਜੇ ਉਸ ਹਿਸਾਬ ਦੇ ਨਾਲ ਦਵਾਈ ਬੂਟੀ ਇਹ ਕਰ ਲੈਣਗੇ ਤਾਂ ਚੰਗਾ। ਦੇਖੋ ਤੁਸੀਂ ਪੰਜਾਬੀਆਂ ਦੇ ਸੁਭਾਅ ਦੀ ਗੱਲ ਕੀਤੀ ਸੀ, ਇਹ ਬੜੇ ਹੈਰਾਨੀਜਨਕ ਢੰਗ ਦੇ ਲੋਕ ਨੇ। ਇਹ ਜੇ ਚੰਨੀ ਸਾਹਿਬ ਨੂੰ ਜਿਤਾਉਣ ਆ ਗਿਆ ਸੀ ਤਾਂ ਇਹ ਸ਼੍ਰੀ ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਨੂੰ ਆਜ਼ਾਦ ਹੀ ਜਿਤਾ ਗਿਆ ਸੀ, ਇਕੱਲੇ ਹੀ ਸੀ, ਕੋਈ ਪਾਰਟੀ ਨਹੀਂ ਸੀ ਨਾ, ਤੇ ਹਰਾਉਣ ਤੇ ਆ ਗਿਆ ਤੇ ਉਸੇ ਸ਼੍ਰੀ ਚਮਕੌਰ ਸਾਹਿਬ ਵਾਲਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰਾਤਾ ਸੀ। ਹਾਂ, ਜਿਹਨਾਂ ਨੂੰ ਯਕੀਨ ਸੀ ਯਾਰ ਸਾਡਾ ਮੁੱਖ ਮੰਤਰੀ ਬਣਿਆ ਪਿਆ, ਅਗਲੇ ਡਿਕਲੇਅਰ ਕਰਕੇ ਗਏ ਸੀ ਵੀ ਇਹੋ ਹੀ ਮੁੱਖ ਮੰਤਰੀ ਹੈ। ਜਾਨੀ ਉਹੀ ਲੋਕ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹਰਾ ਕੇ ਆਜ਼ਾਦ ਚਰਨਜੀਤ ਸਿੰਘ ਚੰਨੀ ਜਿਤਾ ਗਿਆ ਸ਼੍ਰੀ ਚਮਕੌਰ ਸਾਹਿਬ ਦੇ। ਇੱਕ ਹੋਰ ਉਦਾਹਰਨ ਦੇ ਦੇਣਾ। ਅੱਛਾ ਚਲੋ ਕਰੋ। ਜੇ ਆਪਾਂ ਮੈਂ ਗਲਤ ਨਹੀਂ ਤਾਂ ਪਿਛਲੇ ਮੌਨਸੂਨ ਸੈਸ਼ਨ ਦੀ ਆਪਾਂ ਗੱਲ ਕਰ ਲਈਏ, ਉਦੋਂ ਵੀ ਇੱਕ ਮਾਨ ਸੀਗਾ ਪਿਛਲੀ ਸੰਸਦ ਦੇ ਵਿੱਚ, ਤੇ ਹੁਣ ਜਿਹੜਾ ਮੌਨਸੂਨ ਸੈਸ਼ਨ ਹੈ ਇਸ 18 ਜੁਲਾਈ ਤੋਂ ਸ਼ੁਰੂ ਹੋਣਾ ਉਹਦੇ ਵਿੱਚ ਵੀ ਮਾਨ ਹੋਣਾ, ਪਰ ਦੋਵਾਂ ਮਾਨਾਂ ਦਾ ਫਰਕ ਪਾਤਾ ਪੰਜਾਬ ਵਾਲਿਆਂ ਨੇ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਾਨੀ ਕੋਈ ਬੰਦਾ ਕਿਸੇ ਭੁਲੇਖੇ 'ਚ ਨਾ ਰਹਿ, ਕੰਮ ਕਰੋ ਚੱਜ ਦੇ ਕਰੋ। ਮੋਟੇ ਰੂਪ ਦੇ ਵਿੱਚ ਸੰਧਾਲੀਆ ਸਾਹਿਬ ਜੇਤਲੀ ਸਾਹਿਬ ਨੂੰ ਹਰਾ ਕੇ ਕੈਪਟਨ ਸਾਹਿਬ ਨੂੰ ਅੰਮ੍ਰਿਤਸਰ ਵਾਲਿਆਂ ਨੇ ਜਿਤਾਤਾ, 13 ਦਿਨ ਪ੍ਰਚਾਰ ਕੀਤਾ ਸੀ, ਤੇ ਉਹੀ ਕੈਪਟਨ ਸਾਹਿਬ ਨੂੰ ਉਹਨਾਂ ਦੇ ਆਪਣੇ ਪਟਿਆਲੇ ਵਾਲਿਆਂ ਨੇ ਹਰਾਤਾ। ਆਹ ਜਾਨੀ ਗੱਲ ਹੀ ਆ, ਵੈਸੇ ਕੁਛ ਨਹੀਂ ਇਹੀ ਕਹਿ ਰਹੇ ਭਾਈ ਸਾਹਿਬ, ਵੀ ਕਿੱਧਰਲੇ ਪਾਸੇ ਨੂੰ ਮੰਨਿਆ ਜਾਂਦਾ ਸੀ ਆਮ ਤੌਰ ਤੇ ਪਿਛਲੇ 25-30 ਸਾਲਾਂ 'ਚ ਕਿ ਕਿਤੇ ਇਲੈਕਸ਼ਨ ਹੋਵੇ, ਜੇ ਵੱਡੇ ਬਾਦਲ ਸਾਹਿਬ ਆ ਕੇ ਪ੍ਰਚਾਰ 'ਚ ਬਹਿ ਗਏ ਨਾ ਫੇਰ ਨਹੀਂ ਜਿੱਤ ਸਕਦੇ। ਉਹ ਕਹਿੰਦੇ ਉਹਨਾਂ ਨੂੰ ਪਤਾ ਹੈ, ਉਹ ਕੱਲੇ ਦਾ ਨਾਂ ਲੈਂਦੇ ਆ, ਉਹਨਾਂ ਨੂੰ ਜਾਣਦੇ ਆ, ਉਹ ਕਿਸੇ ਨੂੰ ਸ਼ਗਨ ਦੇਣ ਜਾਂਦੇ ਆ, ਕਿਸੇ ਦੇ ਅਫਸੋਸ ਕਰਨ ਜਾਂਦੇ ਆ, ਕਿਸੇ ਨੂੰ ਵਧਾਈ ਦੇਣਾ, ਉਹ ਨਾਂ ਲੈ ਕੇ ਬੁਲਾਉਂਦੇ ਆ, ਉਹ ਕੱਲੇ ਨੂੰ ਲੰਬੀ ਤੋਂ ਜਾਣਦੇ ਆ। ਪਰ ਐਤਕੀ ਲੱਗਾ ਲੰਬੀ ਵਾਲੇ ਸ਼ਾਇਦ ਉਹਨਾਂ ਨੂੰ ਥੋੜਾ ਜਾਣਦੇ ਜਾਨੀ ਕੋਈ ਪਤਾ ਨਹੀਂ ਹੈ ਲੋਕਾਂ ਦਾ ਕਿ ਕਹਾਣੀ ਕਿੱਧਰਲੇ ਪਾਸੇ ਜਾਣੀ ਹੈ। ਉਹ ਕੁੱਲ ਮਿਲਾ ਕੇ ਦੇਖੋ ਜੀ, ਸਾਡਾ ਕੰਮ ਇੱਥੇ ਬਹਿ ਕੇ ਗੱਲਾਂ ਕਰਨੀਆਂ, ਅਸੀਂ ਕਰਕੇ ਚਲੇ ਜਾਣਾ, ਸਾਡਾ ਕਿਹੜਾ ਵੀ ਕੋਈ ਇੱਥੇ ਜ਼ੋਰ ਲੱਗਣਾ ਜੇ ਕੱਲ ਨੂੰ ਕੁਝ ਬਦਲ। ਜਿਹੜੇ ਨਤੀਜੇ ਆਏ ਸੀ ਆਪਾਂ ਸੁਣਾਤੇ, ਕੱਲ ਨੂੰ ਜੋ ਨਤੀਜੇ ਆਉਣਗੇ ਆਪਾਂ ਫੇਰ ਸੁਣਾ ਦੇਣੇ। ਬਿਲਕੁਲ ਹਾਂ, ਉਹਦੇ ਵਿੱਚ ਜੋ ਚੱਲਦਾ ਰਹਿੰਦਾ। ਦੇਖੋ ਉਦੋਂ ਪਿਛਲੀ ਸਰਕਾਰ ਸੀ ਕਾਂਗਰਸ ਵੇਲੇ ਦੀ, ਕੈਪਟਨ ਸਾਹਿਬ ਦੀ, ਆਪਾਂ ਉਦੋਂ ਵੀ ਵਾਰ-ਵਾਰ ਕਹਿੰਦੇ ਰਹੇ ਵੀ ਕੈਪਟਨ ਸਾਹਿਬ ਵਧੀਆ ਗੱਲ ਹੈ ਤੁਸੀਂ ਚੰਗੇ ਥਾਂ ਬੈਠੇ ਆ, ਪਰ ਤੁਹਾਡੇ ਬੂਹੇ ਤੋਂ ਤੁਹਾਡੇ ਆਪਣੇ ਐਮਐਲਏ ਮੁੜ ਕੇ ਜਾਂਦੇ, ਪਤਾ ਕਰ ਲਿਓ। ਨਹੀਂ ਸੁਣੀ ਗਈ ਕਿਸੇ ਨੇ। ਚੰਨੀ ਸਾਹਿਬ ਆ ਕੇ ਥੋੜੇ ਜਿਹੇ ਸਮੇਂ ਲਈ ਆਪਾਂ ਉਦੋਂ ਕਿਹਾ ਵੀ ਚੰਨੀ ਸਾਹਿਬ ਬਾਕੀ ਗੱਲਾਂ ਸਾਰੀਆਂ ਠੀਕ, ਇੰਨਾ ਜ਼ਿਆਦਾ ਆਮ ਆਦਮੀ ਬਣਨ ਦੀ ਵੀ ਕੋਸ਼ਿਸ਼ ਨਾ ਕਰੋ ਵੀ ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ, ਮੈਂ ਆ ਵੀ ਕਰ ਲੈਣਾ, ਮੈਂ ਆ ਵੀ ਕਰ ਲੈਣਾ। ਜਾਨੀ ਇਹ ਫਰਕ ਰੱਖਣ ਦੀ ਬਹੁਤ ਲੋੜ ਸੀ ਕਿ ਭੰਗੜਾ ਜਿੰਨਾ ਮਰਜ਼ੀ ਪਾਓ, ਪਰ ਇਹ ਦੇਖੋ ਢੋਲੀ ਨੇ ਰੋਟੀ ਖਾਧੀ। ਹਾਂ, ਨਹੀਂ ਗੱਲ ਸੁਣੀ ਗਈ, ਨਹੀਂ ਸੁਣੀ ਗਈ। ਹੁਣ ਚਲੋ ਹੁਣ ਆਮ ਆਦਮੀ ਪਾਰਟੀ ਨੂੰ 3-4 ਮਹੀਨੇ ਹੋ ਗਏ, ਆਪਾਂ ਉਹਨਾਂ ਦੇਖੀ ਜਾਂਦੇ ਵੀ ਕਰਦੇ ਪਰ ਹੁਣ ਥੋੜਾ ਲੱਗਦਾ ਵੀ ਭਾਈ ਸਾਹਿਬ ਇਹ ਗੱਡਾ ਲਾਰ ਹੁੰਦਾ ਹੀ ਥੋੜਾ ਜਿਹਾ, ਇਧਰਲੇ ਟਾਇਰ 'ਚ ਥੋੜੀ ਹਵਾ ਘਾਟੀ ਤੇ ਗੱਡਾ ਲਾਰ ਹੀ ਦੇ ਬੰਨੇ ਪਈ ਦੀ ਵੀ ਮੈਨੂੰ ਲੱਗਦਾ ਵੀ ਇਸ ਪਾਸੇ ਥੋੜੀ ਜਿਹੀ ਢਾਲ ਆ ਤੇ ਝੋਨਾ ਲੱਗਾ ਤੇ ਕੁਛ ਨਹੀਂ ਪਤਾ ਵੀ ਕਦੋਂ ਖਿਸਕੇ ਵਿੱਚ ਹੋ ਜਵੇ। ਡੁੱਲੇ ਵੀਰਾਂ ਦਾ ਵਿਗੜਿਆ ਕੱਖ ਨਹੀਂ। ਕਈ ਵਾਰੀ ਰਾਹ ਛੋਟਾ ਹੁੰਦਾ, ਆਪ ਹੀ ਕਿਸਾਨਾਂ ਨੇ ਵੱਡੀਆਂ ਹੁੰਦੀਆਂ ਵੱਟਾਂ ਤੇ ਗੱਡਾ ਲਿਜਾਂਦੇ ਐ ਪਈਆ ਇੱਕ ਪਾਸੇ ਪੈ ਜਵੇ, ਉਹ ਗੱਡੇ ਚਲਾਉਣ ਵਾਲੇ ਦਾ ਉਸਲੇ ਹੁੰਦਾ ਸਾਰਾ ਜ਼ੋਰ ਲੱਗਾ ਕਿ ਤੁਰੰਤ ਛਾਲ ਮਾਰ ਕੇ ਨਾਲ ਦਾ ਕਰਕੇ ਨਾਲ ਹੀ ਜ਼ੋਰ ਲੱਗ ਫੇ ਚਾੜ ਲਓ। ਪਰ ਉਹ ਚਾੜਨਾ ਪੈਣਾ, ਜ਼ੋਰ ਲਾਉਣਾ ਪੈਣਾ, ਆਵਾਜ਼ ਵੀ ਕੱਢਣੀ ਪੈਣੀ ਹੈ, ਮਾੜੀ ਜਿਹੀ ਦਿਸ਼ਾ ਵੀ ਦੇਣੀ ਪੈਣੀ ਆ, ਤਾਹਾਂ ਕਰਕੇ ਗੱਡਾ ਲੀਹ ਦੇ ਉੱਤੇ ਲੈ ਆਓ, ਨਹੀਂ ਤਾਂ ਔਖਾ ਹੋ ਜਾਂਦਾ। ਕਰਨੈਲ ਸਿੰਘ ਪੰਜੌਲੀ ਸਾਹਿਬ ਦੀ ਗੱਲ ਕਰਨ ਨੂੰ ਜੀ ਕਰਦਾ, ਕਰੋ ਨਾਲ ਲੱਗਦੀ ਕਰਦੀ ਹੈ। ਉਹ ਗਏ ਪਟਿਆਲੇ, ਕੈਪਟਨ ਸਾਹਿਬ ਤੋਂ ਚੇਤਾ ਪਟਿਆਲੇ ਦਾ ਆਇਆ, ਪਟਿਆਲੇ ਤੋਂ ਪੰਜੌਲੀ ਸਾਹਿਬ ਦਾ ਆ ਗਿਆ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉੱਥੇ ਗਏ। ਚਲੋ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਹੈ, ਬਹੁਤ ਸ਼ਾਨਾਮਤੀ ਇਤਿਹਾਸ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਟੱਬਰਵਾਦ ਭਾਰੂ ਹੋ ਗਿਆ, ਉਹਨੇ ਬਹੁਤ ਨੁਕਸਾਨ ਪਹੁੰਚਾਇਆ, ਇੰਨਾ ਨੁਕਸਾਨ ਪਹੁੰਚਾਤਾ ਕਿ ਅੱਜ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਨੇ ਉਹ, ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਕਰਨੈਲ ਸਿੰਘ ਪੰਜੌਲੀ ਹੋਰੀ ਪਹਿਲਾਂ ਵੀ ਬੇਬਾਕ ਬਿਆਨ ਕਈ ਵਾਰੀ ਦਿੰਦੇ ਆ, ਜਦੋਂ ਖੁਦ ਕਹਿੰਦੇ ਆ ਕਿ ਭਾਈ ਅਕਾਲੀ ਦਲ ਟੱਬਰਵਾਦ ਦਾ ਸ਼ਿਕਾਰ ਹੋ ਗਿਆ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਇਸ਼ਾਰਾ ਕਿੱਧਰ ਨੂੰ ਆ, ਚਾਹੁੰਦੇ ਕੀ ਨੇ, ਪ੍ਰਭਾਵ ਕੀ ਪਊਗਾ,
ਇਹ ਤਾਂ ਭਾਈ ਸਵਾਲ ਹੈ। ਸਵਾਲ ਤਾਂ ਹੈਗਾ। ਖੈਰ ਇਹ ਸਵਾਲ ਮੇਰੇ ਖਿਆਲ ਨਾਲ ਜਦੋਂ ਤੋਂ ਆ ਰਿਜ਼ਲਟ ਆਇਆ ਉਦੋਂ ਤੋਂ ਹੀ ਵਿੱਚ ਆਪਾਂ ਬਹੁਤ ਸਾਰੇ ਲੀਡਰਾਂ ਦੇ ਮੂੰਹ ਸੁਣਿਆ। ਦੂਸਰੀ ਤੀਸਰੀ ਵਾਰੀ ਇਹਨਾਂ ਨੇ ਕਹਿਤਾ। ਹਾਂ, ਸੋ ਇਹ ਚਲੋ ਖੈਰ ਇਹਦੇ ਤੇ ਜਿੰਨੀ ਵਾਰ ਵੀ ਪੁੱਛਿਆ ਜਾਂਦਾ ਰਿਹਾ, ਪਿਛਲੇ ਦਿਨ ਵੀ ਭੁੰਦੜ ਸਾਹਿਬ ਸੀਗੇ ਉਦੋਂ ਕੋਰ ਕਮੇਟੀ 'ਚ, ਉਦੋਂ ਵੀ ਸਵਾਲ ਪੱਤਰਕਾਰ ਭਾਈਚਾਰੇ ਨੇ ਕੀਤਾ ਸੀ ਮਹਾਰਾਜ ਵੀ ਉਦੋਂ ਤੁਸੀਂ ਕਿਹਾ ਸੀ ਵੀ ਉਹ ਸਾਰੇ ਹਾਰ ਦੇ ਕਾਰਨ ਤੇ ਪਲੱਸ ਜਿਹੜੇ ਲੀਡਰ ਇਸ ਵਕਤ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਉਹਨਾਂ ਦੇ ਬਾਰੇ 'ਚ ਗੱਲਬਾਤ ਕਰਕੇ ਕਲੀਅਰ ਕੀਤਾ ਜਾਊਗਾ। ਉਹ ਕਹਿੰਦੇ ਸਾਡੀ ਅੰਦਰਲੀ ਗੱਲ ਅਸੀਂ ਬਾਅਦ 'ਚ ਦੱਸਾਂਗੇ। ਹੋ ਸਕਦਾ ਜੇ ਪੰਜੌਲੀ ਸਾਹਿਬ ਨੇ ਇਹ ਗੱਲ ਕੀਤੀ ਹੈ ਤੇ ਉਹਨਾਂ ਨਾਲ ਵੀ ਸੰਪਰਕ ਕੀਤਾ ਗਿਆ ਹੋਵੇ, ਕੋਈ ਗੱਲ ਨਹੀਂ ਆਪਾਂ ਬਹਿ ਕੇ ਨਿਬੇੜ ਲੈਂਦੇ ਹਾਂ। ਪਰ ਅਕਾਲੀ ਦਲ ਨੇ ਜਿਹੜੀ ਇੱਕ ਕੋਰ ਕਮੇਟੀ ਦੀ ਮੀਟਿੰਗ ਹੋਰ ਕੀਤੀ, ਉਹਦੇ 'ਚ 20 ਜੁਲਾਈ ਤੱਕ ਦਾ ਸਮਾਂ ਦੇ ਦਿੱਤਾ ਉਹਨਾਂ ਨੇ। 20 ਜੁਲਾਈ ਤੱਕ ਤਾਂ ਮਤਲਬ ਡੈਡਲਾਈਨ ਹੈ ਨਾ ਇੱਕ ਤਰ੍ਹਾਂ ਜੀ। ਭੁੰਦੜ ਸਾਹਿਬ ਸੀਗੇ, ਭੁੰਦੜ ਸਾਹਿਬ ਨੇ ਸੰਬੋਧਨ ਕੀਤਾ। ਉਹ ਕਹਿੰਦੇ ਦੇਖੋ ਚੰਡੀਗੜ੍ਹ ਦੇ ਬਾਰੇ 'ਚ ਜੋ ਬਿਆਨ ਭਗਵੰਤ ਮਾਨ ਹੋਰਾਂ ਨੇ ਦਿੱਤਾ, ਕਿਉਂਕਿ ਜਦੋਂ ਖੱਟਰ ਸਾਹਿਬ ਨੇ ਕਿਹਾ ਵੀ ਆਹ ਲਓ ਜੀ ਸਾਨੂੰ ਤਾਂ ਜਗ੍ਹਾ ਮਿਲ ਗਈ ਵਿਧਾਨ ਸਭਾ ਲਈ, ਉਹ ਕਹਿੰਦੇ ਲਓ ਜੀ ਫਿਰ ਸਾਨੂੰ ਹੀ ਦਿਓ ਚੰਡੀਗੜ੍ਹ 'ਚ ਜਗ੍ਹਾ। ਉਹ ਕਹਿੰਦੇ ਵੀ ਉਹ ਜਿਹੜਾ ਬਿਆਨ ਆ ਉਹ ਗਲਤ ਦਿੱਤਾ ਗਿਆ ਬਿਆਨ ਆ, ਉਹਦੇ ਤੇ ਜਾਂ ਤੇ 20 ਜੁਲਾਈ ਤੱਕ ਮੁੱਖ ਮੰਤਰੀ ਸਾਹਿਬ ਆਪਣਾ ਜਿਹੜਾ ਬਿਆਨ ਹੈ ਉਹ ਵਾਪਸ ਲੈ ਲੈਣ, ਨਹੀਂ ਤੇ ਫਿਰ ਅਸੀਂ ਜਾਂ ਸਾਡੇ ਨਾਲ ਦੀਆਂ ਬਾਕੀ ਦੀਆਂ ਪਾਰਟੀਆਂ ਜਿੰਨੇ ਵੀ ਲੋਕ ਨੇ ਉਹ ਇਕੱਠੇ ਹੋ ਕੇ ਸੰਘਰਸ਼ ਕਰਾਂਗੇ। ਦੇਖੋ ਅਕਾਲੀ ਦਲ ਹੁਣ ਸੋਚ ਰਿਹਾ, ਸਮਝ ਰਿਹਾ, ਸਰਗਰਮ ਹੋ ਰਿਹਾ ਕਿ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਕੁਛ ਚੰਡੀਗੜ੍ਹ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਇਹ ਅਕਾਲੀ ਦਲ ਦਾ ਵਿਸ਼ਾ ਰਹੇ ਨੇ। ਇਹਨਾਂ ਵਿਸ਼ਿਆਂ ਦੇ ਉੱਤੇ, ਇਹਨਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਬਹੁਤ ਜ਼ਿਆਦਾ ਸਰਗਰਮ ਰਿਹਾ। ਉਹਨਾਂ ਨੇ ਤੇ ਇਹ ਵੀ ਕਿਹਾ, ਕਹਿੰਦੇ ਅੱਜ ਵਾਲਿਆਂ ਨੂੰ ਬਹੁਤਾ ਪਤਾ ਨਹੀਂ ਕਿ ਕੀ ਕੁਝ ਹੁੰਦਾ ਰਿਹਾ ਉਹਨਾਂ ਸਮਿਆਂ ਦੇ ਵਿੱਚ, ਤੇ ਅਸੀਂ ਬਿਲਕੁਲ ਬਰਾਬਰ ਖੜਾਂਗੇ। ਭਗਵੰਤ ਮਾਨ ਸਾਹਿਬ ਨੂੰ ਬਿਆਨ ਵਾਪਸ ਲੈਣਾ ਪਊਗਾ, ਅਸੀਂ ਸਤਿਕਾਰ ਕਰਦੇ ਹਾਂ। ਕਹਿੰਦੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਜਿੱਧਰਲੇ ਪਾਸੇ ਨੂੰ ਮਰਜ਼ੀ ਕਿੱਲੀ ਦੱਬੀ ਜਾਓ, ਅਸੀਂ ਇਦਾਂ ਨਹੀਂ ਕਰਨ ਦੇਣਾ। ਠੀਕ ਹੈ ਜੀ, ਇਹ ਬਿਲਕੁਲ ਠੀਕ ਗੱਲ ਹੈ ਤੁਹਾਡੀ, ਇਦਾਂ ਕਰਨ ਵੀ ਨਹੀਂ ਦੇਣਾ ਚਾਹੀਦਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਕੀ ਹੁਣ ਜੇ ਭਵਿੱਖ ਦੇ ਵਿੱਚ 20 ਤੱਕ ਉਹਨਾਂ ਨੇ ਬਿਆਨ ਵਾਪਸ, ਉਹ ਕਿਉਂਕਿ ਉਹ ਤਾਂ ਸਿੱਧਾ ਕਹਿੰਦੇ ਆ, ਉਹ ਕਹਿੰਦੇ ਭਾਈ, ਕਿਉਂਕਿ ਭਗਵੰਤ ਮਾਨ ਹੋਣੀ ਜਦੋਂ ਪੱਤਰਕਾਰ ਪੁੱਛਦੇ ਇਹੀ ਕਹਿੰਦੇ ਆ, ਕਹਿੰਦੇ ਯਾਰ ਇਹ ਗੱਲ ਹੀ ਨਹੀਂ ਕਰ ਸਕਦੇ। ਇਹਨਾਂ ਨੇ ਤਾਂ ਸਾਰੇ ਦਫ਼ਤਰ ਜਿਹੜੇ ਚੰਡੀਗੜ੍ਹੋਂ ਮੁਹਾਲੀ ਸ਼ਿਫਟ ਕਰ ਦਿੱਤੇ ਪੰਜਾਬ ਦੇ, ਤੇ ਇਹਨਾਂ ਨੂੰ ਅੱਜ ਲੱਗਦਾ ਇਹ ਕਹਿੰਦੇ ਚਾਹੁੰਦੇ, ਉਹ ਇਹ ਵੀ ਉਦਾਹਰਨ ਦਿੰਦੇ ਹੁੰਦੇ ਆ ਕਿ ਵਾਜਪਾਈ ਸਾਹਿਬ ਦੀ ਸਰਕਾਰ, ਇੱਥੇ ਬਾਦਲ ਸਾਹਿਬ ਦੀ ਸਰਕਾਰ, ਉਦੋਂ ਕੇਂਦਰ ਦੇ ਵਿੱਚ ਵੀ ਇਹਨਾਂ ਦੀ, ਇੱਥੇ ਵੀ ਤੇ ਹਰਿਆਣੇ 'ਚ ਵੀ ਜੇ ਕਰਾਉਣਾ ਹੁੰਦਾ ਤੇ ਉਦੋਂ ਕੰਮ ਕਰਾ ਲੈਂਦੇ। ਹੁਣ ਸਿਆਸੀ ਛੇੜਾਂ ਛੇੜਦੇ ਆ, ਇਹਦਾ ਜਵਾਬ ਕੀ ਦੇਣਗੇ ਪਤਾ ਨਹੀਂ। ਨਹੀਂ ਹੈ ਤਾਂ ਗੱਲ ਨੋਟ ਕਰਨ ਵਾਲੀ, ਪਰ ਚਲੋ ਇੱਕ ਗੱਲ ਤੇ ਹੈਗੀ ਆ ਵੀ ਉਸ ਬਿਆਨ ਤੇ ਤਾਂ ਮੇਰੇ ਖਿਆਲ ਲਗਭਗ ਸਾਰੀਆਂ ਪਾਰਟੀਆਂ ਨੇ ਨਜ਼ਰ ਕੀਤਾ। ਹਾਂ, ਉਹਦੇ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਕੀ ਬਿਆਨ ਦਿੰਦੇ ਆ ਜਾਂ 20 ਤੱਕ ਉਹ ਆਪਣਾ ਕੀ ਸਟੈਂਡ ਕਲੀਅਰ ਕਰਦੇ ਤੇ ਟਾਈਮ ਦੱਸੂਗਾ। ਪਰ ਮੈਨੂੰ ਲੱਗਦਾ ਹੈ ਕਿ ਵੀ ਆਮ ਆਦਮੀ ਪਾਰਟੀ ਸਿੱਧਾ ਉੱਤੇ ਬੈਕ ਫੁੱਟ ਤੇ ਚਲੀ ਜਾਵੇ, ਆਸ ਘੱਟ ਲੱਗਦੀ। ਨਹੀਂ, ਉਹ ਤਾਂ ਕਹਿੰਦੇ ਜੀ ਅਸੀਂ ਹੀ ਪਹਿਰੇਦਾਰ ਨਾ, ਕਿਉਂਕਿ ਮਾਲਵਿੰਦਰ ਸਿੰਘ ਕੰਗ ਹੋਰਾਂ ਨੇ ਵੀ ਕਹਿਤਾ ਨਾ, ਕਹਿੰਦੇ ਚੰਡੀਗੜ੍ਹ ਪੰਜਾਬ ਦਾ ਹੀ ਰਹੂਗਾ, ਅੱਗੇ ਪਿੱਛੇ ਹੋਣ ਦੀ ਗੱਲ ਹੀ ਕੋਈ ਨਹੀਂ, ਇਹ ਤਾਂ ਸਿਆਸੀ ਤੌਰ ਤੇ ਰੌਲਾ ਪਾਉਂਦੇ ਆ। ਤੇ ਇਹਨਾਂ ਦੇ ਕਰਕੇ ਹੀ ਕਹਿੰਦੇ ਪੰਜਾਬ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਹਾਸ਼ੀਏ ਤੇ ਆ ਗਿਆ। ਅਸੀਂ ਤਾਂ ਹੁਣ ਜਨਤਕ ਤੌਰ ਦੇ ਉੱਤੇ ਕੰਮ ਕਰ ਰਹੇ। ਉਹ ਕਹਿੰਦੇ ਸੰਘਰਸ਼ ਕਰਨਾ ਪਿਆ, ਅਸੀਂ ਲੋਕਾਂ ਨਾਲ ਲੈ ਕਰਾਂਗੇ, ਚੰਡੀਗੜ੍ਹ ਲੈ ਕੇ ਰਹਿਣਾ, ਯਾਨੀ ਕਿ ਉਹ ਬਿਲਕੁਲ ਚੰਡੀਗੜ੍ਹ ਲੈ ਕੇ ਰਹਿਣਾ। ਸੰਧਾਲੀਆ ਸਾਹਿਬ ਮੈਨੂੰ ਨਾਲ ਚੇਤਾ ਆ ਗਿਆ, ਮਾਫੀ ਚਾਹਾਂਗੇ, ਦਿੱਤੀ ਮਾਫੀ ਤੇ ਇੱਕ ਹੋਰ ਦੇ ਦਿਓ ਲੱਗਦਾ ਆ ਫਿਰ ਹੁਣ ਜੇ ਮੈਂ ਨਹੀਂ ਚਲੋ ਇਹ ਦੇਖੋ, ਇਹ ਤੁਸੀਂ ਨਾ ਅੱਜ ਥੋੜਾ ਜਿਹਾ ਅੱਜ ਮੈਂ ਕਾੜਾ ਬਣਾ ਕੇ ਦਿਆਂਗਾ। ਓਕੇ, ਉਹਨੂੰ ਚੀਜ਼ ਨੂੰ ਤੁਸੀਂ ਪੀਣਾ ਨਹੀਂ ਹੈ। ਇਹ ਮੈਨੂੰ ਐ ਕਿਉਂ ਲੱਗਦਾ ਵੀ ਰੋਜ਼ ਜਿਹੜਾ ਤੁਸੀਂ ਕਾੜਾ ਇਸ ਤਰ੍ਹਾਂ ਦੀਆਂ ਔਸ਼ਧੀਆਂ ਇੱਥੇ ਪ੍ਰਚਾਰਦੇ ਰਹਿੰਦੇ ਆ, ਕਿਤੇ ਭੁੱਖ 'ਚ ਕੋਈ ਪ੍ਰੋਗਰਾਮ ਤਾਂ ਨਹੀਂ ਕੈਨੇਡਾ ਦੇ ਵਿੱਚ ਕੋਈ ਉੱਗੇ ਵੈਦ ਬਣਨ ਦਾ? ਉਹਨੂੰ ਵੈਦ ਬਣਦਾ ਨਹੀਂ, ਪਰਮਵੀਰ ਬਾਠ ਪੱਤਰਕਾਰ ਤੋਂ ਵੈਦ ਬਣੇ। ਉਹ ਸਰਦਾਰ ਸਾਹਿਬ, ਮੈਨੂੰ ਜਿੱਦਾਂ ਦੀ ਮੇਰੀ ਸਿਹਤ ਆ, ਮੈਨੂੰ ਆਪਣਾ ਆਪ ਚੱਲਦਾ ਰੱਖਣ ਲਈ ਇਦਾਂ ਦੀ ਲੋੜ ਅੱਛਾ, ਸੰਧਾਲੀਆ ਸਾਹਿਬ ਰਾਜਾ ਵੜਿੰਗ ਸਾਹਿਬ ਗਏ ਜਾਖੜ ਸਾਹਿਬ, ਸੁਨੀਲ ਜਾਖੜ ਸਾਹਿਬ ਦੇ ਹਲਕੇ ਵੱਲ, ਕਿਉਂਕਿ ਪ੍ਰਧਾਨ ਨੇ ਅਗਲੇ। ਉਹ ਕਹਿੰਦੇ ਜੀ ਆਮ ਲੋਕਾਂ ਦੀ, ਗਰੀਬਾਂ ਦੀ ਪਾਰਟੀ ਸੀ ਕਾਂਗਰਸ, ਕੁਝ ਇੱਕ ਬੰਦਿਆਂ ਨੇ ਵੱਡੇ ਲੋਕਾਂ ਦੀ, ਅਮੀਰਾਂ ਦੀ ਪਾਰਟੀ ਬਣਾਤੀ, ਤੇ ਮੈਂ ਤਾਂ ਹੁਣ ਕੱਲੇ ਵਰਕਰ ਨੂੰ ਕੱਲੇ ਪਿੰਡ ਜਾ ਕੇ ਮਿਲੂੰਗਾ। ਉਹਦੇ ਪਿੰਡ ਵੀ ਤੇ ਚੰਡੀਗੜ੍ਹ ਵੀ ਆਮ ਲੋਕਾਂ ਦੀ ਪਾਰਟੀ ਬਣਾਉਣਾ ਮੈਂ ਪੰਜਾਬ ਦੇ ਵਿੱਚ, ਕਾਂਗਰਸ ਨੂੰ ਤੁਸੀਂ ਦੇਖੀ ਜਾਓ। ਠੀਕ ਹੈ, ਚੰਗਾ ਲੱਗਾ। ਫਿਰ ਉਹ ਕਹਿੰਦੇ ਜੀ ਜਾਖੜ ਸਾਹਿਬ ਉਹਨਾਂ ਨੇ ਤੇ 2 ਸਾਬਕਾ ਮੁੱਖ ਮੰਤਰੀਆਂ ਨੇ ਕਾਂਗਰਸ ਡੋਬੀ ਹੈ, ਬੜਾ ਨੁਕਸਾਨ ਕੀਤਾ। ਸੁਨੀਲ ਜਾਖੜ ਸਾਹਿਬ ਸਮਝ ਆਉਂਦੀ ਹੈ ਕਿ ਭਾਜਪਾ ਚਲੇ ਗਿਆ, ਨਾਂ ਲੈ ਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਮਝ ਆਉਂਦੀ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ। ਇੱਕ ਹੋਰ ਸਾਬਕਾ ਮੁੱਖ ਮੰਤਰੀ ਨਾਂ ਨਹੀਂ ਲਿਆ ਉਹਨਾਂ ਨੇ ਕਿਸੇ ਦਾ, ਪਰ ਉਹਨਾਂ ਨੇ ਸਿੱਧਾ ਕਿਹਾ ਜੀ 2 ਸਾਬਕਾ ਮੁੱਖ ਮੰਤਰੀ, ਇੱਕ ਸਾਬਕਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪਾਰਟੀ ਦਾ ਨੁਕਸਾਨ ਹੀ ਇਹਨਾਂ ਨੇ ਕੀਤਾ। ਜੇ ਤਾਂ ਕਿਉਂਕਿ ਜੇ ਆਪਾਂ ਪਿੱਛੇ ਦੇਖੀਏ ਇਸ਼ਾਰਾ, ਮੁੱਖ ਮੰਤਰੀ ਤਾਂ ਚੰਨੀ ਸਾਹਿਬ ਹੀ ਇੱਕ ਰਹੇ ਆ, ਉਹਨਾਂ ਤੋਂ ਪਹਿਲਾਂ ਵੀ ਕੈਪਟਨ ਸਾਹਿਬ ਹੀ ਰਹੇ।
ਉਹਨਾਂ ਤੋਂ ਪਹਿਲਾਂ ਬੀਬੀ ਭੱਠਲ ਰਹੇ, ਹਰਚਰਨ ਸਿੰਘ ਬਰਾੜ ਤਾਂ ਬੇਅੰਤ ਸਿੰਘ ਹੋਰੀ ਤਾਂ ਦੁਨੀਆ ਦੇ ਵਿੱਚ ਨਹੀਂ ਹੈਗੇ। ਬੀਬੀ ਭੱਠਲ ਨਾਲ ਤਾਂ ਬਹੁਤਾ ਕੋਈ ਰੌਲੇ ਰੱਪੇ ਵਾਲੀ ਗੱਲ ਹੀ ਨਹੀਂ। ਫਿਰ ਲੈ ਦੇ ਕੇ ਮੈਨੂੰ ਲੱਗਦਾ ਕਿ ਗੱਲ ਤਾਂ ਚੰਨੀ ਸਾਹਿਬ ਤੱਕ ਹੀ ਜਾਂਦੀ ਹੈ ਕਿ ਹੋਰ ਕਿਤੇ ਵੀ ਜਾਂਦੀ ਹੈ। ਇਹਨਾਂ ਕਾਗਜ਼ਾਂ ਦੇ ਹਿਸਾਬ ਨਾਲ ਤੇ ਇਹੀ ਇਹ ਕਹਿੰਦਾ ਵੀ ਆਹ ਪਟਵਾਰੀ ਸਾਹਿਬ ਵੇਖੋ ਇਹਦਾ ਕਾਗਜ਼, ਵੇਖੋ ਕਾਕਾ ਕਾਗਜ਼ ਤੇ ਇਹੋ ਹੀ ਕਹਿੰਦੇ ਆ ਵੀ ਇਹ ਜ਼ਮੀਨ ਇਹਨਾਂ ਦੀ, ਪਰ ਛੁੱਟੀ ਦਾ ਟਾਈਮ ਹੋ ਗਿਆ। ਹੁਣ ਛੁੱਟੀ ਦਾ ਟਾਈਮ ਹੋ ਗਿਆ। ਪਰ ਚਲੋ ਦੇਖੋ, ਰਾਜਾ ਵੜਿੰਗ ਸਾਹਿਬ ਨੌਜਵਾਨ ਆਗੂ ਨੇ, ਬੜੀ એનર્ਜੀ ਨਾਲ ਕੰਮ ਕਰਦੇ ਆ। ਮੇਰੇ ਖਿਆਲ ਨਾਲ ਉਹਨਾਂ ਨੇ ਜਦੋਂ ਆਲ ਇੰਡੀਆ ਦੀ ਉਹਨਾਂ ਦੇ ਕੋਲੇ ਨੌਜਵਾਨ ਜਿਹੜੀ ਯੂਥ ਕਾਂਗਰਸ ਦੀ ਪ੍ਰਧਾਨਗੀ ਸੀਗੀ, ਉਦੋਂ ਵੀ ਬੜਾ ਕੰਮ ਕੀਤਾ। ਉਹਨਾਂ ਕੋਲੇ ਤਜਰਬਾ ਹੈਗਾ ਵੀ ਆਪਾਂ ਲੋਕ ਇਕੱਠੇ ਕਿਵੇਂ ਕਰਨੇ ਆ, ਸੰਗਠਨ ਨਾਲ ਜੋੜਨੇ ਕਿਵੇਂ, ਅੱਗੇ ਤੋਰਨੇ ਕਿਵੇਂ। ਤੋਰੋ ਪੰਜਾਬ 'ਚ ਵੀ ਸਕਦੇ ਆ। ਹੁਣ ਜੋ ਆਉਂਦੇ ਆ ਵੀ ਉਹਨਾਂ ਨੂੰ ਗਰੀਬਾਂ ਦਾ ਚੇਤਾ ਆ ਗਿਆ, ਤੇ ਮੈਨੂੰ ਕੁਦਰਤੀ ਯਾਦ ਆ ਗਿਆ ਇੱਕ ਸ਼ਾਇਦ ਗਰੀਬੀ ਹਟਾਓ ਨਾਰਾ ਵੀ ਤਾਂ ਕਾਂਗਰਸ ਪਾਰਟੀ ਨੇ ਦਿੱਤਾ ਸੀਗਾ। ਉਹ ਕਿਹੜੀ ਸਨ 'ਚ ਕਿਹੜੇ ਲੀਡਰ ਨੇ ਦਿੱਤਾ ਸੀਗਾ, ਬੰਦਿਆਂ ਨੂੰ ਯਾਦ ਆ ਗਿਆ, ਨਹੀਂ ਤੇ ਗੂਗਲ ਕਰ ਲਓ, ਅੱਜ ਕੱਲ੍ਹ ਉਹ ਵੀ ਦੱਸ ਦਿੰਦਾ ਜੀ। ਉਹ ਗਰੀਬੀ ਹਟਾਓ ਵਾਲੀਆਂ ਗੱਲਾਂ ਜੇ ਉਦੋਂ ਕੀਤੀਆਂ ਹੁੰਦੀਆਂ, ਮੰਨ ਲਓ ਜੇ ਨਾਰਾ ਸੀਗਾ, ਤੇ ਉਹ 50% ਵੀ ਜੇ ਮੰਨ ਲਓ ਉੱਤੇ ਆਪਾਂ ਤੁਰੇ ਹੁੰਦੇ, ਤੇ ਅੱਜ ਸ਼ਾਇਦ ਆਹ ਦਿਨ ਵੇਖਣੇ ਨਾ ਪੈਂਦੇ। ਅੱਜ ਜਿਹੜੇ ਬੰਦੇ ਇਹਨਾਂ ਦੀ ਆਪਣੀ ਵਿਰੋਧੀ ਪਾਰਟੀ ਦੇ ਜਿਹੜੇ ਕਹਿੰਦੇ ਵੀ ਕਾਂਗਰਸ ਮੁਕਤ ਭਾਰਤ ਕਰਨਾ ਹੀ, ਉਹ ਗੱਲ ਹੀ ਨਹੀਂ ਸੀ ਬਣਨੀ, ਉਹ ਆਉਣਾ ਹੀ ਨਹੀਂ ਸੀ ਟਾਈਮ। ਸੰਧਾਲੀਆ ਸਾਹਿਬ ਬੜਾ ਕੁਝ ਹੋਇਆ। ਤੁਸੀਂ ਦੇਖੋ, ਗਰੀਬੀ ਹਟਾਓ, ਫਿਰ ਇੱਕ ਵਾਰੀ ਸ਼ਾਈਨਿੰਗ ਇੰਡੀਆ ਆਇਆ ਸੀ, ਨਾਰੇ ਹੀ ਸੀਗੇ ਸਾਰੇ ਆ ਜਿਹੜੇ ਸਵੱਛ ਭਾਰਤ ਮੁਹਿੰਮ। ਫਿਰ ਇੱਕ ਵਾਰੀ ਆ ਚੱਲਿਆ ਸੀ ਜਿਹੜਾ ਆਦਰਸ਼ ਗ੍ਰਾਮ ਵੀ ਚੱਲਿਆ ਸੀ, ਸ਼ਹਿਰਾਂ ਦਾ ਮਸਲਾ ਚੱਲਿਆ ਸੀ ਨਾ, ਕਿ ਭਾਈ ਉਹ ਸਾਰਾ ਕੁਝ ਤੁਸੀਂ ਦੇਖੋ, ਨਾ ਤਾਂ ਸ਼ਹਿਰ ਸੋਹਣੇ ਹੋਏ ਆ, ਨਾ ਪਿੰਡ ਸਾਫ਼ ਹੋਏ ਆ, ਨਾ ਬਾਕੀ ਜਗ੍ਹਾ ਤੇ ਕੂੜਾ ਕਰਕਟ ਚੱਕਿਆ ਗਿਆ। ਗਰੀਬੀ ਦਾ ਕਾਂਗਰਸ ਵਾਲੇ ਉਦੋਂ ਹੀ ਹਟਾ ਗਏ। ਉਸ ਤੋਂ ਬਾਅਦ ਤਾਂ ਪਤਾ ਨਹੀਂ ਬਾਹਰਲੇ ਦੇਸ਼ਾਂ ਉਹ ਖਰੇ ਰਾਤ ਨੂੰ ਜਿਹੜਾ ਸਿੱਟ ਦਿੰਦੇ ਕੰਡਿਆਲੀ ਤਾਰ ਦੇ ਉੱਪਰ ਦੇ 5-4 ਭਾਰਤ ਦੇ ਵਿੱਚ ਗਰੀਬ ਸਿੱਟ ਦਿਓ ਵੀ ਕੀ ਹੋਇਆ, ਉੱਥੇ ਗਰੀਬੀ ਖਤਮ ਹੋ ਗਿਆ, ਗਰੀਬ ਆਪਾਂ ਭਜਾਉਣੇ ਉੱਥੇ। ਹੁਣ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ। ਬਾਕੀ ਰਾਜਾ ਵੜਿੰਗ ਸਾਹਿਬ ਇੱਕ ਗੱਲ ਦਾ ਖਿਆਲ ਰੱਖਣ, ਤੁਸੀਂ 2 ਸਾਬਕਾ ਮੁੱਖ ਮੰਤਰੀਆਂ ਦਾ ਨਾਂ ਲਿਆ, ਤੁਹਾਡੀ ਪਾਰਟੀ ਦੇ MLAs ਦੀ ਚੁਆਇਸ ਸੀ ਕਿ ਉਹ ਮੁੱਖ ਮੰਤਰੀ ਬਣੇ, ਤੁਹਾਡੀ ਪਾਰਟੀ ਨੇ ਉਹਨਾਂ ਨੂੰ ਚੁਣਿਆ ਕਿ ਉਹ ਮੁੱਖ ਮੰਤਰੀ ਬਣਨ। ਤੁਸੀਂ ਕਾਂਗਰਸ ਪਾਰਟੀ ਦਾ ਨੁਕਸਾਨ ਤਾਂ ਰਾਜਾ ਵੜਿੰਗ ਸਾਹਿਬ ਦੂਰ ਕਰ ਦਿਓਗੇ, ਪਰ ਜੇ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ, ਜੇ ਕਾਂਗਰਸ ਦਾ ਨੁਕਸਾਨ ਕੀਤਾ, ਹੋ ਸਕਦਾ ਪੰਜਾਬ ਦਾ ਵੀ ਕੀਤਾ ਹੋਵੇ, ਉਹ ਨੁਕਸਾਨ ਦੀ ਪੂਰਤੀ ਕਿੱਥੋਂ ਹੋਣੀ ਆ? ਮਾੜਾ ਜਿਹਾ ਪਲਾਨ ਉਹ ਵੀ ਰੱਖਿਓ ਭਾਈ। ਆਹੋ, ਨਹੀਂ ਪੰਜਾਬ ਦਾ ਕੀਤਾ ਤੇ ਉਹ ਪੰਜਾਬ ਦੇ ਵਿੱਚ ਉਹਨਾਂ ਗਰੀਬਾਂ ਦਾ ਵੀ ਤੇ ਹੋਇਆ ਨਾ। ਮੰਨ ਲਓ ਜੀ 2 ਮੁੱਖ ਮੰਤਰੀਆਂ ਦਾ ਸ਼ਾਸਨ ਕਾਲ ਹੈ, 5 ਸਾਲ ਦੇ ਵਿੱਚ ਆਪਾਂ ਹੋਰ ਕੁਝ ਨਾ ਕਰੀਏ, 5 ਸਾਲ ਦੇ ਵਿੱਚ ਇੱਕ ਗਰੀਬ ਆ, ਉਸ ਗਰੀਬ ਦਾ ਜਵਾਕ ਹੋ ਸਕਦਾ ਪੜ੍ਹ ਸਕਦਾ ਸੀ ਜੀ। ਉਦੋਂ ਜੋ ਰੌਲਾ ਇਹ ਵੀ ਪੈਂਦਾ ਰਿਹਾ ਵੀ ਉਹ ਗਰੀਬਾਂ ਨੂੰ ਮਿਲਣ ਵਾਲੇ ਪੈਸੇ ਪੂਸੇ ਸਕਾਲਰਸ਼ਿਪ ਦੇ ਮਿਲੇ ਨਹੀਂ, ਕੀ ਪਤਾ ਕੋਈ ਨਾ ਪੜ੍ਹ ਸਕਿਆ ਹੋਵੇ, ਕਿਸੇ ਦਾ ਕੋਈ ਜਵਾਕ, ਕੋਈ ਉਹਦਾ ਕੋਈ ਦਿਨ ਸੁੱਧ ਸੀਗਾ, ਤੇ ਉਸ ਮੌਕੇ ਤੇ ਜਿਹੜੀ ਕੋਈ ਰਾਸ਼ੀ ਰੂਸ਼ੀ ਕਿਸੇ ਨੂੰ ਕਿਤੇ ਮਿਲਦੀ ਹੁੰਦੀ ਸੀ ਉਹ ਵੀ ਨਾ ਮਿਲੀ ਹੋਵੇ। ਇਹ ਵੀ ਹੋ ਸਕਦਾ ਵੀ ਕਿਸੇ ਨਾ ਕਿਸੇ ਨੇ ਉਦੋਂ ਮੌਕੇ ਦੇ ਉੱਪਰ ਕੋਈ ਘਰ ਘੁਰ ਦੀ ਗਰਾਂਟ ਦਾ ਕੋਈ ਰੌਲਾ ਪਾਇਆ ਹੋਵੇ, ਮਹਾਰਾਜ ਸਾਨੂੰ ਪਹੁੰਚਦੀ ਕਰਦੇ, ਤੁਸੀਂ ਕਿਹਾ ਸੀ ਕੋਠਾ ਪੈ ਜਾਓ ਜਣੇ ਕੁੜੀ ਦਾ ਵਿਆਹ ਕਰ ਲਾਂਗੇ, ਮਰ ਉਹ ਵੀ ਨਾ ਹੋਇਆ। ਕਈਆਂ ਦੇ ਮਸਲੇ ਹੋਣੇ ਆ, ਕਾਰਨ ਹੈ ਵੀ ਉਹ ਵੇਲਾ ਲੰਘ ਗਿਆ ਜੀ। ਜੇ ਇਮਾਨਦਾਰੀ ਦੇ ਨਾਲ ਹੁਣ ਵੀ ਕਾਂਗਰਸ ਪਾਰਟੀ ਤੁਰੇ ਤੇ ਹੁਣ ਵੀ ਤੁਰਿਆ ਜਾ ਸਕਦਾ, ਕੋਈ ਏਡੀ ਗੱਲਾਂ 'ਚੋਂ ਗੱਲ ਨਹੀਂ ਹੈ ਕਿ ਲੋਕ ਨਾਲ ਤੁਰਨ ਨੂੰ ਰਾਜ਼ੀ ਨੇ। ਗੱਲ ਉੱਥੇ ਜਾ ਕੇ ਵਿਗੜਦੀ ਹੈ ਜਦੋਂ ਲੋਕਾਂ ਨੂੰ ਤਾਂ ਉਦੋਂ ਨਾਲ ਤੁਰ ਲੈਂਦਾ ਵੀ ਆਇਓ ਯਾਰ ਗੱਡਾ ਕਢਾਇਓ, ਤੇ ਜਦੋਂ ਗੱਡਾ ਨਿਕਲ ਜਾਂਦਾ ਫਿਰ ਉਹ ਲੋਕ ਵਿਚਾਰੇ ਧੱਕਾ ਲਾਉਣ ਵਾਲੇ ਪਿੱਛੇ ਰਹਿੰਦੇ, ਗੱਡਾ ਅਗਲਾ ਗੱਡੀ ਬਣਾ ਕੇ ਨਿਕਲ ਜਾਂਦਾ ਮੁੜ ਕੇ। ਨਹੀਂ, ਉਹ ਤਾਂ ਕਿਤੇ ਦਾ ਕਿਤੇ ਚਲੇ ਜਾਂਦਾ। ਬਾਕੀ ਸੰਧਾਲੀਆ ਸਾਹਿਬ 2 ਕੰਮ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ, ਜਿੱਥੇ ਚੱਜਦੇ ਆ ਉੱਥੇ ਚੱਜਦੇ ਹੀ ਆ ਭਾਈ। ਇੱਕ ਤਾਂ ਉਹਨਾਂ ਨੇ ਕਿਹਾ ਸੀ ਘਰੇ ਬੈਠੇ ਪੁਲਿਸ ਨੂੰ ਜੇ ਕੋਈ ਕੰਪਲੇਂਟ ਕਰਨੀ ਆ ਤਾਂ ਕਰ ਸਕਦੇ ਹੋ, ਤੁਹਾਡੇ ਕੋਲੇ ਆਪਦਾ ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ, ਇੰਨਾ ਕੁ ਕੁਛ ਚਾਹੀਦਾ, ਤੁਸੀਂ ਘਰੇ ਬੈਠੇ ਕੰਪਲੇਂਟ ਰਜਿਸਟਰਡ ਕਰਾ ਦਿਓ। ਕੰਪਲੇਂਟ ਦੇ ਉੱਤੇ, ਸ਼ਿਕਾਇਤ ਦੇ ਉੱਤੇ ਕਾਰਵਾਈ ਥਾਣੇ ਵਾਲੇ ਨੇ ਕੀ ਕੀਤੀ ਆ ਤੁਹਾਨੂੰ ਘਰੇ ਬੈਠੇ ਹੀ ਪਤਾ ਲੱਗ ਜੂ। ਤੁਸੀਂ ਆਪ ਦਾ ਜਿਹੜਾ ਨੰਬਰ ਆਉਣਾ ਹੈ ਕੰਪਲੇਂਟ ਨੰਬਰ, ਉਹਦੇ ਤੇ ਪਤਾ ਕਰ ਲਓਗੇ। ਤਾਂ ਜੇ ਕਹਿੰਦੇ ਜ਼ਰੂਰੀ ਹੋਇਆ ਤਾਂ ਪੁਲਿਸ ਵਾਲੇ ਥਾਣੇ ਆਪ ਸੱਦਣਗੇ, ਕਿਉਂਕਿ ਬਹੁਤ ਸਾਰੇ ਲੋਕ ਝਿਜਕਦੇ ਆ ਕਿ ਭਾਈ ਆਪਾਂ ਥਾਣੇ ਕੀ ਜਾਣਾ ਹੈ, ਕਿੱਦਾਂ ਜਾਣਾ, ਰੁਪਈਆ ਟਕਾ ਲੱਗੂਗਾ, ਸਿਫਾਰਿਸ਼ ਲੱਗੂ, ਕਹਿੰਦੇ ਇੱਥੇ ਹੀ ਪਤਾ ਲੱਗ ਜੂ। ਤੇ ਜੇ ਆਨਲਾਈਨ ਕੰਪਲੇਂਟ ਕੀਤੇ ਆ ਵੀ ਆਮ ਬੰਦੇ ਦੀ ਸੰਤੁਸ਼ਟੀ ਨਹੀਂ ਕਿ ਭਾਈ ਇਨਸਾਫ ਨਹੀਂ ਮਿਲਿਆ, ਕਹਿੰਦੇ ਅਪੀਲ ਕਰਦੇ, ਉਹਦੀ ਆਪਸ਼ਨ ਹੈਗੀ ਆ। ਉਹ ਇੱਕ ਵੱਖਰਾ ਮੋਰਚਾ ਹੋ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਵਹੀਕਲ ਖਰੀਦਣ ਜਾਓਗੇ, ਸਕੂਟੀ, ਮੋਟਰਸਾਈਕਲ, ਸਕੂਟਰ, ਕਾਰ, ਤੇ ਜਿਸ ਡੀਲਰ ਦੇ ਕੋਲੇ ਤੁਸੀਂ ਜਾਓਗੇ ਉਹ ਉਸੇ ਵੇਲੇ ਜਦੋਂ ਤੁਸੀਂ ਸਕੂਟਰ ਖਰੀਦ ਲਿਆ, ਉਹਦੇ ਪੈਸੇ ਟਕੇ ਤਾਰ ਦਿੱਤੇ, ਤੁਸੀਂ ਆਪਦਾ ਆਧਾਰ ਕਾਰਡ ਉਹਨੂੰ ਦਿਓਗੇ, ਉਹ ਤੁਹਾਡਾ ਆਪਣੇ ਕੰਪਿਊਟਰ ਦੇ ਵਿੱਚ ਆਧਾਰ ਕਾਰਡ ਰਜਿਸਟਰਡ ਕਰੂਗਾ, ਉਸੇ ਵੇਲੇ ਉਸ ਵਹੀਕਲ ਦੀ RC ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆ ਜਾਊਗੀ ਡਿਜੀਟਲ ਫਾਰਮ ਦੇ ਵਿੱਚ, ਤੇ ਤੁਹਾਨੂੰ ਉਸੇ ਵੇਲੇ ਨੰਬਰ ਅਲਾਟ ਹੋ ਜਾਊਗਾ। ਅੱਗੇ ਹੁੰਦਾ ਸੀ ਕਿ ਸਟicker ਲੱਗਦਾ, ਕੀ ਇਹ ਟੈਂਪਰੇਰੀ ਨੰਬਰ ਆ ਜੀ, ਪੱਕਾ ਨੰਬਰ ਇਹ ਮਿਲਣਾ ਜੀ, ਉਹ ਜਦੋਂ ਫਿਰ RC ਬਣ ਜਾਊਗੀ ਤੇ ਉਦੋਂ ਫਿਰ ਮਿਲਣਾ ਜੀ। ਉਹ ਕਹਿੰਦੇ ਉਸੇ ਵੇਲੇ ਪੱਕਾ ਨੰਬਰ ਅਲਾਟ ਹੋ ਜਾਣਾ, ਉਸੇ ਵੇਲੇ ਤੁਹਾਡੇ ਮੋਬਾਈਲ ਦੇ ਵਿੱਚ RC ਆ ਜਾਣੀ ਆ। ਤੁਸੀਂ ਕਿਤੇ ਵੀ ਜਾਂਦੇ ਹੋ, ਕੋਈ ਨਾਕਾ ਲੱਗਦਾ, ਕੋਈ ਚੈਕਿੰਗ ਵਾਲਾ ਰੁਕਦਾ, ਕਾਗਜ਼ ਪੱਤਰ ਮੰਗਦਾ, ਤੇ ਜ਼ਰੂਰੀ ਨਹੀਂ ਕਿ ਤੁਸੀਂ ਉਹ RC ਜੇਬ ਦੇ ਵਿੱਚ ਰੱਖੋ ਤਾਂ ਬਾਅਦ ਚ ਡਾਕ ਰਾਹੀਂ ਪਹੁੰਚੂਗੀ, ਬਾਅਦ ਚ ਵੀ ਰੱਖਣ ਦੀ ਲੋੜ ਨਹੀਂ। ਤੁਸੀਂ ਫੋਨ ਦੇ ਉੱਤੇ ਦਿਖਾ ਦਿਓ ਕਿ ਤੁਹਾਡਾ ਟਰਾਂਸਪੋਰਟ ਅਧਿਕਾਰੀ ਦੇ ਦਫ਼ਤਰ ਦੇ ਵਿੱਚ ਆਉਣ ਜਾਣ ਦਾ ਚੱਕਰ ਮੁੱਕ ਜੂ।
ਨਹੀਂ ਚੰਗੀ ਗੱਲ, ਦੇਖੋ ਇਹ ਗੱਲ ਤੁਹਾਡੀ ਸਹੀ ਹੈ ਵੀ ਜਿਹੜੀਆਂ ਪਹਿਲਾਂ ਚੰਗੀਆਂ ਨੇ ਜੀ। ਮੇਰਾ ਖਿਆਲ ਇਹ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਜੇ ਨਵੀਂ ਸਰਕਾਰ ਬਣੀ ਸੀ ਉਦੋਂ ਬੜੀ ਚਰਚਾ ਚੱਲੀ ਸੀ ਵੀ ਅਸੀਂ ਬਹੁਤ ਸਾਰਾ ਕੁਝ ਆਨਲਾਈਨ ਕਰ ਦੇਵਾਂਗੇ, ਕਿਉਂਕਿ ਦਿੱਲੀ ਜੋ ਕਹਿੰਦੇ ਵੀ ਅਸੀਂ ਆਲਰੇਡੀ ਕੀਤਾ। ਕਿਉਂਕਿ ਇਹ ਗੱਲ ਮੰਨਣ ਵਾਲੀ ਹੈ ਕਿ ਵੀ ਜੇ ਦੁਨੀਆ ਦੇ ਵਿੱਚ ਹੋਰ ਬਹੁਤ ਸਾਰੇ ਕਾਰੋਬਾਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਫੋਨ ਤੇ ਕਰ ਸਕਦੇ ਹੋ, ਜਿਹਨੂੰ ਸਮਾਰਟਫੋਨ ਕਹਿੰਦੇ ਆ, ਤੇ ਫਿਰ ਉਹਦੀ ਸਮਾਰਟਨੈਸ ਦਾ ਕੋਈ ਫਾਇਦਾ ਤੇ ਲਓ। ਫਿਰ ਆਪਾਂ ਸਰਕਾਰੀ ਤੰਤਰ ਕਾਹਨੂੰ ਬਣਾ ਰੱਖਿਆ ਵੀ ਕਾਕਾ ਤੂੰ ਫਲਾਣੇ ਰੰਗ ਦਾ ਕਾਗਜ਼ ਲੈ ਕੇ ਆ, ਉਸ ਕਾਗਜ਼ ਤੇ 4 ਤੂੰ ਸਟicker ਲਵਾ ਕੇ ਲਿਆ, ਸਟicker ਤੇ ਫਿਰ 20 ਲਾਈਨਾਂ ਲਿਖਾ ਕੇ ਲਿਆ। ਉਹ ਲਾਈਨਾਂ ਸੇਮ ਹੁੰਦੀਆਂ, ਭਾਵੇਂ ਜੇ 100 ਬੰਦਾ ਉੱਥੇ ਲਾਈਨ 'ਚ ਲੱਗਾ ਤੇ 100 ਦੇ 100 ਬੰਦੇ ਦੇ ਕੋਲ ਉਹ ਸੇਮ ਲਾਈਨਾਂ ਲਿਖੀਆਂ ਹੋਣਗੀਆਂ, ਵਿੱਚ ਬਸ ਨਾਂ ਦਾ ਫਰਕ ਹੁੰਦਾ। ਉਹ ਕਾਗਜ਼ ਤੂੰ ਦਾਖਲ ਕਰਾਏਗਾ, ਫਿਰ ਨਾਲ ਫਲਾਣਾ ਕਾਗਜ਼ ਲਾਏਗਾ, 2 ਬੰਦੇ ਤੇਰੇ ਨਾਲ ਹੋਣਗੇ, ਫਿਰ ਉੱਥੇ ਸਾਹ ਪਤਾ ਨਹੀਂ ਬੈਠੇ ਹੋਣਗੇ ਕਿ ਨਹੀਂ ਹੋਣਗੇ, ਫਿਰ ਤੇਰਾ ਕੰਮ ਹੋਊਗਾ। ਫਿਰ ਜੇ ਤੂੰ ਨਹੀਂ ਕੰਮ ਹੋਊਗਾ, ਫਿਰ ਇੱਧਰ ਉੱਧਰ ਤੈਨੂੰ ਕੋਈ ਹੋਰ ਸਾਹਬ ਮਿਲ ਪੈਣਗੇ, ਤੇ ਫਿਰ ਉਹ ਸਾਹਬ ਦੇ ਜੇਬ ਦੇ ਵਿੱਚ ਜੇ ਤੂੰ ਕੁਛ ਨਾ ਕੁਛ ਪਾਏਗਾ, ਫਿਰ ਤੇਰਾ ਕੰਮ ਉਸ ਵੇਲੇ ਹੋ ਜਾਊਗਾ। ਇਹੋ ਹੀ ਉਹ ਚੀਜ਼ ਹੈ ਜਿੱਥੋਂ ਜਾ ਕੇ ਕਿਤੇ ਨਾ ਕਿਤੇ ਕਹਿੰਦੇ ਵੀ ਕਰਪਸ਼ਨ, ਭ੍ਰਿਸ਼ਟਾਚਾਰ ਕਈ ਕੁਛ ਨਿਕਲਦਾ। ਹਾਂ ਜੀ, ਆਹ ਸਾਰਾ ਕੁਛ ਲੋਕਾਂ ਦੇ ਟਿਪਸ ਦੇ ਉੱਪਰ ਆ ਜਾਵੇ। ਜੇ ਮੰਨ ਲਓ ਵੀ ਪੁਲਿਸ ਤੱਕ ਕੋਈ ਸ਼ਿਕਾਇਤ ਕਰਨੀ, ਉਹ ਵੀ ਤੁਸੀਂ ਫੋਨ ਤੋਂ ਕਰ ਲਓ। RC ਉਹ ਫੋਨ ਤੇ ਆ ਗਈ। ਹੋਰ ਕਈ ਕਹਿੰਦੇ ਵੀ ਜਿਹੜੀਆਂ ਤੁਹਾਡੇ ਸੁਵਿਧਾਵਾਂ ਨੇ ਉਹ ਤੁਹਾਡੇ ਫੋਨ ਤੇ ਹੋ ਜਾਣਗੀਆਂ। ਸ਼ਾਇਦ ਹੁਣ ਤਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਤੁਸੀਂ ਆਪਣਾ ਕੋਈ ਜਨਮ ਸਰਟੀਫਿਕੇਟ ਲੈਣਾ ਜਾਂ ਕੋਈ ਹੋਰ ਇਹੋ ਜਿਹੀ ਕੋਈ ਇਨਫੋਰਮੇਸ਼ਨ ਲੈਣੀ, ਉਹ ਤੁਸੀਂ ਆਨਲਾਈਨ ਸਬਮਿਟ ਕਰ ਲਓ, ਆਨਲਾਈਨ ਤੁਹਾਨੂੰ ਆ ਜਾਏਗੀ ਉਹਦੀ ਕਾਪੀ। ਇਹ ਸਾਰਾ ਕੁਝ ਕੀਤਾ ਜਾਵੇ ਜਾਂ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਕਰ ਲਿਆ ਜਾਵੇ ਤੇ ਚੰਗੀ ਗੱਲ ਹੈ, ਲੋਕ ਖੁਸ਼ ਹੋ ਜਾਣਗੇ। ਸੰਧਾਲੀਆ ਸਭ ਜ਼ਰੂਰੀ ਹੈ, ਕਿਉਂਕਿ ਦਿਹਾੜੀ ਭੰਨ ਕੇ ਉਧਰਲੇ ਪਾਸੇ ਜਾਓ, ਫਿਰ ਉੱਥੇ ਜਾ ਕੇ ਕੋਈ ਬੰਦਾ ਕੰਮ ਕਰ ਸਕਦਾ ਨਹੀਂ। ਫਾਰਮ ਬਾਹਰੋਂ ਉੱਥੇ ਕਈ ਏਜੰਟ ਤੁਰੇ ਫਿਰਦੇ ਹੁੰਦੇ ਆ ਕੰਮ ਕਰਾਉਣ ਨੂੰ। ਚਲੋ ਉਹਨਾਂ ਤੋਂ ਬਚਾਅ ਹੋ ਜੂ। ਇਕੱਲਾ ਇਹੀ ਨਹੀਂ, ਜਿਹੜੇ ਵੀ ਬੰਦੇ ਨੇ ਪਹਿਲ ਕਦਮੀ ਕੀਤੀ ਹੈ, ਕਦੇ ਸੁਵਿਧਾ ਕੇਂਦਰ ਬਣੇ ਸੀ, ਲੋਕਾਂ ਨੂੰ ਸਹੂਲਤ ਹੋਈ ਸੀ, ਸਾਂਝ ਕੇਂਦਰ ਬਣੇ ਆ, ਸੇਵਾ ਕੇਂਦਰ ਬਣੇ ਆ, ਜਿਹੜੀ ਵੀ ਫੈਸਿਲਿਟੀ ਉੱਥੋਂ ਮਿਲਦੀ ਆ ਆਮ ਲੋਕਾਂ ਨੂੰ ਸਹੂਲਤ ਹੈ। ਤੇ ਜਦੋਂ ਆਮ ਲੋਕਾਂ ਨੂੰ ਸਹੂਲਤ ਮਿਲਦੀ, ਜਿਹੜੇ ਵੀ ਸਰਕਾਰ ਨੇ ਜਿਹੜਾ ਵੀ ਪ੍ਰੋਗਰਾਮ ਸ਼ੁਰੂ ਕੀਤਾ, ਪਿੱਠ ਥਾਪੜਨੀ ਚਾਹੀਦੀ ਆ। ਕਦੇ ਵੱਡੇ ਬਾਦਲ ਸਾਹਿਬ ਦੇ ਸਮੇਂ ਦੇ ਉੱਤੇ ਕਹਿੰਦੇ ਸੀ ਨਾ ਕਿ ਮੰਡੀਆਂ ਬਣੀਆਂ, ਫੋਕਲ ਪੁਆਇੰਟ ਬਣੇ, ਉੱਥੇ ਪਸ਼ੂ ਹਸਪਤਾਲ ਹੋਵੇ ਜੀ, ਉੱਥੇ ਮੰਡੀ ਹੋਵੇ ਜੀ, ਉੱਥੇ ਬਾਕੀ ਚੀਜ਼ਾਂ ਹੋਣ ਜੀ, ਉੱਥੇ ਮਨੁੱਖ ਦਾ ਹਸਪਤਾਲ ਹੋਵੇ। ਕੋਈ ਮਾੜਾ ਕਨਸੈਪਟ ਥੋੜੀ ਸੀ। ਜਿੰਨੀ ਵੀ ਜੇ ਬਾਕੀ ਚੀਜ਼ਾਂ ਜੇ ਘੱਟ ਵੀ ਚੱਲਦੀਆਂ, ਮੰਡੀ ਤਾਂ ਚੱਲਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਤਾਂ ਚੱਲੀ ਜਾਂਦੀਆਂ। ਸੋ ਜਿੱਥੇ ਜਿਹਨੇ ਚੰਗਾ ਕੰਮ ਕੀਤਾ ਉਸ ਬੰਦੇ ਨੂੰ ਸਲੂਟ ਕਰਨਾ ਚਾਹੀਦਾ, ਜਿੱਥੇ ਚੱਜ ਦਾ ਕੰਮ ਨਹੀਂ ਕੀਤਾ ਉੱਥੇ ਚੂੜੀ ਟਾਈਟ ਕਰ ਦੇਣੀ ਚਾਹੀਦੀ ਹੈ। ਗੱਲ ਹੀ ਕੋਈ ਨਹੀਂ ਚੰਗਾ ਕੰਮ ਕੀਤਾ ਤੇ ਨਾਲ ਦੀ ਨਾਲ ਜਿਹੜੇ ਬੰਦਿਆਂ ਨੂੰ ਉਦੋਂ ਚੰਗਾ ਕੰਮ ਹੋਣ ਦਿੱਤਾ। ਹਾਂ ਹੈ ਨਾ। ਹੁਣ ਤੇ ਜੇ ਆਪਾਂ ਮਤਲਬ ਖਿਡਾਰੀਆਂ ਦੇ ਕੱਛੇ ਬਣਾਉਣਾ ਦੇ ਵਿੱਚੋਂ ਭ੍ਰਿਸ਼ਟਾਚਾਰ ਕਿੱਦਾਂ ਹੋਣਾ, ਜੇ ਆਪਾਂ ਇਹਦੀ ਰਾਹ ਕੱਢਣ ਵਾਲੇ ਬੰਦੇ ਵੀ ਲੱਭ ਲਏ ਹੁਣ, ਤੇ ਫਿਰ ਜੇ ਉਦੋਂ ਵੱਡੇ ਪ੍ਰੋਜੈਕਟਾਂ ਦੇ ਲਈ ਵੀ ਜਿਨ੍ਹਾਂ ਬੰਦਿਆਂ ਨੇ ਉਹ ਕੰਮ ਹੋਣ ਦਿੱਤਾ, ਮੈਂ ਨਾ ਉਹਨਾਂ ਦਾ ਵੀ ਧੰਨਵਾਦ ਵੀ ਚਲੋ ਉਦੋਂ ਸੋਚਿਆ ਨਹੀਂ ਅੱਜ ਰੱਜੇ ਆ ਯਾਰ, ਅੱਜ ਜਾਣ ਦੇ ਗ੍ਰਾਂਟ। ਮੈਂ ਤਾਂ ਸੋਚਦਾ ਸੀ ਕਿ ਬੂਟਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਕਿੱਦਾਂ ਹੁੰਦਾ ਹੋਊਗਾ। ਕਹਿੰਦੇ ਹੁਣ ਰਹਿਣ ਦੇ ਯਾਰ, ਪਤਾਵਾ ਜਾਂ ਨਾ ਪਾਈ, 10ਵੇਂ ਰਹਿਣ ਦੇ ਯਾਰ, ਵਿੱਚੋਂ ਇਹ 5 ਦੇ 2-10 ਇੱਕ ਬੂਟ ਦੇ ਵਿੱਚੋਂ ਮੈਨੂੰ ਦੇ, ਇਦਾਂ ਦੇ ਭ੍ਰਿਸ਼ਟਾਚਾਰ ਹੋਊ। ਬਾਕੀ ਸੰਧਾਲੀਆ ਸਾਹਿਬ, ਮੈਂ ਤੁਹਾਨੂੰ ਇੱਕ ਸਲਾਹ ਦੇਣੀ ਹੈ, ਬਚ ਕੇ ਪਾਣੀ ਕੋਸਾ ਪੀਣਾ, ਸਿਹਤ ਠੀਕ ਕਰੋ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਣਾ। ਤੁਸੀਂ ਦੇਖੋ ਸਿੱਧੂ ਸਾਹਿਬ ਅੰਦਰ ਨੇ, ਮਜੀਠੀਆ ਸਾਹਿਬ ਬਹੁਤ ਲੰਬਾ ਸਮਾਂ ਮੈਨੂੰ ਕਰਾ ਕੇ ਰਾਜੀ ਨਹੀਂ, ਮੇਰੀ ਬੇਨਤੀ ਦਾ ਸੁਣੋ। ਮਤਲਬ ਮੈਂ ਲੀਡਰ ਕਾਹਦਾ ਬਣ ਗਿਆ, ਮੈਂ ਤਾਂ ਜਸਟ ਮੈਂ ਕਿਹਾ ਮੁਲਾਕਾਤ ਲਈ ਜਾਣਾ ਪੈਂਦਾ। ਨਹੀਂ, ਮੈਂ ਨਹੀਂ ਜਾਣਾ ਮੁਲਾਕਾਤ, ਤੁਸੀਂ ਕਰਿਓ ਮੁਲਾਕਾਤ ਤੇ ਜਿਹਨੇ ਜਾਣਾ ਉਹਨੂੰ ਸਮਾਨ ਦੇਣਾ ਪੈਂਦਾ। ਨਹੀਂ ਆਪਣਾ ਕੋਈ ਲੈਣਾ, ਮੈਂ ਰਿਕਸ਼ਾ ਨਹੀਂ ਲੈਂਦਾ ਉਧਰ ਦਾ ਵੀਰ, ਮੈਨੂੰ ਕਾਹਨੂੰ ਸਹੀ ਨੇ ਗਰੀਬ। ਚਲੋ ਬੇਨਤੀ ਸੁਣੋ, ਮੈਂ ਕੋਈ ਲੀਡਰ ਨਹੀਂ ਭਾਜੀ, ਨੋਟ ਕੀਤਾ ਜਾਵੇ ਗਰੀਬ ਨੂੰ ਤੰਗ ਕਰਨ ਦਾ। ਠੀਕ ਹੈ ਜੀ। ਸੰਧਾਲੀਆ ਸਾਹਿਬ, ਸਿੱਧੂ ਸਾਹਿਬ, ਮਜੀਠੀਆ ਸਾਹਿਬ, ਧਰਮਸੋਤ ਸਾਹਿਬ, ਸਿੰਗਲਾ ਸਾਹਿਬ ਬਾਹਰ ਆ ਗਏ, ਹੋਰ ਕੋਈ ਅੰਦਰ ਨੇ? ਕੁਛ ਜਾਣ ਵਾਲੇ ਨੇ ਕਹਿੰਦੇ। ਹਾਂਜੀ, ਹੁਣ ਤੁਸੀਂ ਦੇਖੋ ਕਿ ਬੈਂਸ ਸਾਹਿਬ, ਸਿਮਰਜੀਤ ਸਿੰਘ ਬੈਂਸ ਹੋਰੀ ਕੱਲ ਪਰਸੋਂ ਹੀ ਗਏ ਨੇ, ਰਿਮਾਂਡ ਤੇ ਨੇ। ਉਹਨਾਂ ਦੇ ਬਾਬਤ ਪਤਾ ਲੱਗਾ ਕਿ ਭਾਈ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਤਾਂ ਕਹਿੰਦੇ ਆ ਕਿ ਸਪਸ਼ਟ ਜਵਾਬ ਸ਼ਾਇਦ ਘੱਟ ਮਿਲ ਰਿਹਾ। ਪਰ ਸੰਗਤ ਸਿੰਘ ਗਿਲਜੀਆਂ ਹੋਰਾਂ ਦੇ ਨੂੰ ਨਾਮਜ਼ਦ ਕੀਤਾ ਗਿਆ ਸੀ ਉਸੇ ਕੇਸ ਦੇ ਵਿੱਚ, ਜਿਹੜੇ ਕੇਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਹੋਰੀ ਅੰਦਰ ਨੇ। ਹੁਣ ਗਿਲਜੀਆਂ ਸਾਹਿਬ ਦੀ ਗ੍ਰਿਫਤਾਰੀ ਨਹੀਂ ਹੋਈ, ਸਾਧੂ ਸਿੰਘ ਧਰਮਸੋਤ ਅੰਦਰ ਨੇ। ਉਹਨਾਂ ਦੇ ਨਾਲ ਮੁਲਾਕਾਤ ਵੀ ਕਈ ਬੰਦੇ ਕਰੇ ਆਏ। ਉਹ ਪਹਿਲਾਂ ਹਾਈ ਕੋਰਟ ਗਏ ਸੀ ਗਿਲਜੀਆਂ ਸਾਹਿਬ ਕਿ ਸਿਆਸੀ ਰੰਜਿਸ਼ ਦਾ ਕੇਸ ਹੈ, ਵੀ ਇਦਾਂ ਦੀ ਗੱਲ ਕੋਈ ਨਹੀਂ, ਜੱਜ ਸਾਹਿਬ ਖਾਰਜ ਕਰ ਦਿਓ, ਮੈਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਉਹ ਕਹਿੰਦੇ ਨਾ, ਅਰਜ਼ੀ ਖਾਰਜ ਕਰਤੀ, ਕਹਿੰਦੇ ਥਰੜੀ ਅਦਾਲਤ ਜਾਓ, ਥੋੜਾ ਥੱਲੇ। ਫਿਰ ਮੁਹਾਲੀ ਦੇ ਅਦਾਲਤ ਦੇ ਵਿੱਚ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਲਾਤੀ ਕਿ ਕੇਸ ਖਾਰਜ ਕਰ ਦਿਓ, ਜ਼ਮਾਨਤ ਅਗਾਊਂ ਮੈਨੂੰ ਦੇ ਦਿਓ, ਇਦਾਂ ਦੀ ਗੱਲ ਕੋਈ ਨਹੀਂ, ਜਾਂਚ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਤੇ ਪਹਿਲੀ ਸੁਣਵਾਈ ਦੇ ਵਿੱਚ ਮੁਹਾਲੀ ਅਦਾਲਤ ਨੇ ਵੀ ਕਹਿਤਾ ਨਹੀਂ ਜੀ, ਜ਼ਮਾਨਤ ਅਰਜ਼ੀ ਖਾਰਜ ਹੈ। ਹੁਣ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਵੇਲੇ, ਕਿਉਂਕਿ ਇੱਕ ਉਹਨਾਂ ਦੇ ਕੋਲੇ ਸਟੈਪ ਹੋਰ ਹੈਗਾ, ਉਧਰਲੇ ਪਾਸੇ ਜਾ ਸਕਦੇ, ਉੱਪਰਲੇ ਪਾਸੇ ਨੂੰ, ਪਰ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ਤੇ ਹੋ ਸਕਦਾ ਕਿ ਇਹ ਐਤਕੀ ਦੁਆਬੇ ਦੇ ਵਿੱਚੋਂ ਮੈਨੂੰ ਲੱਗਦਾ ਕਿ ਪਹਿਲਾਂ ਹੀ ਸ਼ਿਕੰਜਾ ਹੋਏਗਾ ਇਧਰਲੇ ਪਾਸੇ। ਹਾਂ ਨਹੀਂ, ਇਹ ਤਾਂ ਗੱਲ ਹੈਗੀ, ਪਰ ਚਲੋ ਰੱਬ ਸੁੱਖ ਰੱਖੇ। ਦੂਜੀ ਜਿਹੜੀ ਬੜੀ ਚਰਚਾ ਚੱਲੀ, ਮੇਰਾ ਖਿਆਲ ਆ ਹਨੇਰੇ ਜੇ ਪਏ ਸੀਗੀ, ਕਿਉਂਕਿ ਜਦੋਂ ਸ਼ਤਾਬਦੀ ਆਉਂਦੀ ਹੈ ਦਿੱਲੀ ਵਾਲੀ ਇੱਧਰ ਨੂੰ ਵਾਪਸ, ਤੇ ਉਦੋਂ ਉਹਦੇ ਚ ਅਨਮੋਲ ਰਤਨ ਸਿੱਧੂ
ਜੀ ਜਿਹੜੇ ਕਿ ਏਜੀ ਨੇ ਨਾਲ ਉਹਨਾਂ ਦੀ ਟੀਮ ਲੀਗਲ ਟੀਮ, ਉਹ ਕਹਿੰਦੇ ਕਿ ਅਸੀਂ ਉੱਥੇ ਅਦਾਲਤ ਦੇ ਵਿੱਚ ਜੋ ਵੀ ਪੇਸ਼ੀ ਸੀਗੀ ਸੁਣਵਾਈ ਸੀਗੀ ਉਹ ਸਾਰਾ ਕੁਝ ਨਿਬੇੜ ਕੇ ਆਏ। ਤੇ ਰਸਤੇ 'ਚ ਆਉਂਦਿਆਂ ਹਰਿਆਣੇ ਦੇ ਵਿੱਚ ਉਹ ਕਹਿੰਦੇ ਵੀ ਰੇਲ ਗੱਡੀ ਦੇ ਵਿੱਚ ਜਿੱਥੇ ਜੇ ਉਹਨਾਂ ਦੀ ਸੀਟ ਸੀਗੀ ਉੱਥੇ 5-7 ਮੁੰਡਿਆਂ ਨੇ ਕਹਿੰਦੇ ਵੀ ਉਹ ਸਾਨੂੰ ਕਲੀਅਰ ਨਜ਼ਰ ਆਉਂਦੇ ਸੀ ਵੀ ਉਹਨਾਂ ਨੇ ਪਤਾ ਨਹੀਂ ਕੀ ਸੁੱਟਿਆ ਕੀ ਮਾਰਿਆ, ਵੀ ਉਹ 12 mm ਦਾ ਸ਼ੀਸ਼ਾ ਹੁੰਦਾ ਉਹਦੇ ਤੇ ਉਹ ਕਰੈਕ ਹੋ ਗਿਆ। ਪਰ ਚਲੋ ਖੈਰ ਉਹਨਾਂ ਤੱਕ ਤਾਂ ਨਹੀਂ ਕੋਈ ਗੱਲ ਪਹੁੰਚੀ। ਪਰ ਇਸ ਚੀਜ਼ ਨੂੰ ਹੁਣ ਕਈਆਂ ਐਂਗਲਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਵੀ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਸਿੱਧੂ ਸਾਹਿਬ ਨੇ ਪਿਛਲੇ ਦਿਨੀ ਕੰਮ ਕੀਤਾ ਜਾਂ ਉਹ ਕਰ ਰਹੇ ਨੇ, ਉਹਨਾਂ ਨੇ ਵੀ ਇਹੀ ਕਿਹਾ ਵੀ ਮੈਂ ਤਾਂ ਆਪਣੀ ਡਿਊਟੀ ਕਰ ਰਿਹਾ, ਹੁਣ ਇਹਦੇ ਪਿੱਛੇ ਕੀ ਕਾਰਨ ਹੈ ਜਾਂ ਹਰਿਆਣੇ ਦੀ ਜਾਂ ਪੰਜਾਬ ਦੀ ਪੁਲਿਸ ਜਾਂਚੇ ਭਾਈ। ਦੇਖੋ ਸੰਧਾਲੀਆ ਸਾਹਿਬ, ਏਜੀ ਜਾਣੀ ਕਿ ਐਡਵੋਕੇਟ ਜਨਰਲ ਜਾਣੀ ਕਿ ਪੰਜਾਬ ਦੀ ਸਰਕਾਰ ਵੱਲੋਂ ਅਦਾਲਤਾਂ ਦੇ ਵਿੱਚ ਪੱਖ ਪੇਸ਼ ਕਰਨ ਵਾਲੇ ਬੰਦੇ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਰਹੇ ਜੀ। ਪੰਜਾਬ ਸਰਕਾਰ ਨੂੰ ਏਜੀ ਸਾਹਿਬ ਆਪ ਪੇਸ਼ ਹੀ ਨਹੀਂ ਹੁੰਦੇ ਰਹੇ, ਪੱਖ ਪੰਜਾਬ ਦਾ ਢਿੱਲਾ ਪੇਸ਼ ਹੁੰਦਾ ਰਿਹਾ, ਇਹ ਦੋਸ਼ ਲੱਗਦੇ ਰਹੇ ਆ ਇਹ ਪਿਛਲੇ ਜਿਹੜੇ ਸੀਗੇ ਕਿ ਪੱਖ ਨਹੀਂ ਸੀ ਪੇਸ਼ ਕੀਤਾ ਜਾਂਦਾ। ਹੁਣ ਵਾਲੇ ਤਾਂ ਇਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਹਿੰਦੇ ਆ ਕਿ ਭਾਈ ਜਦੋਂ ਦੇ ਸਾਡੇ ਲਾਏ ਐਡਵੋਕੇਟ ਜਨਰਲ ਉਹ ਤਾਂ ਆਪ ਪੇਸ਼ ਹੁੰਦੇ ਆ, ਉਹ ਪੂਰਾ ਕੇਸ ਮਜ਼ਬੂਤ ਕਰਕੇ ਸਰਕਾਰ ਵੱਲੋਂ ਪੇਸ਼ ਕਰਦੇ ਆ। ਉਹ ਤਾਂ ਜਿਹੜੇ ਵੱਖ-ਵੱਖ ਸਾਬਕਾ ਅਫਸਰਾਂ ਦੀ ਹਾਈ ਕੋਰਟ ਦੇ ਵਿੱਚੋਂ ਖਾਰਜ ਹੋਈ ਹੈ ਅਪੀਲ, ਉਹਦੇ ਵੀ ਕਹਿੰਦੇ ਭਾਈ ਅਸੀਂ ਕਰਾਇਆ ਕਿ ਸਾਡੇ ਐਡਵੋਕੇਟ ਜਨਰਲ ਸਾਹਿਬ ਜਾਂਦੇ। ਇੱਕ ਤਾਂ ਇਹਨਾਂ ਨੇ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਉੱਥੇ ਜਾ ਕੇ ਪੰਜਾਬ ਸਰਕਾਰ ਦਾ ਪੱਖ ਰੱਖਣਾ ਸੀ, ਦਿੱਲੀ ਤਾਂ ਗਏ ਐਡਵੋਕੇਟ ਜਨਰਲ ਸਾਹਿਬ ਨਾਲ ਉਹਨਾਂ ਦੇ ਹੋਰ ਵਕੀਲ ਸਾਥੀ ਸਾਰੀ ਟੀਮ। ਉਹ ਤਰੀਕਾਂ ਦੋ ਸੀਗੀਆਂ, ਉੱਥੋਂ ਪੰਜਾਬ ਸਰਕਾਰ ਦਾ ਪੱਖ ਪੇਸ਼ ਕਰਕੇ ਅਗਲੇ ਦਿਨ ਸ਼ਤਾਬਦੀ 'ਚ ਬੈਠੇ ਸੀ ਸ਼ਾਮ 6:30-7 ਵਜੇ ਦਾ ਟਾਈਮ। ਹੁਣ ਉਹ ਕਹਿੰਦੇ ਜੀ ਕਿ ਕੁਝ ਕਹਿੰਦੇ ਜੀ ਪੱਥਰ ਵੱਜਾ, ਕੁਝ ਕਹਿੰਦੇ ਜੀ ਕੁਛ ਹੋਰ ਵੱਜਾ ਉੱਥੇ ਕਿ ਜਿੱਥੇ ਕਿ ਐਡਵੋਕੇਟ ਜਨਰਲ ਸਾਹਿਬ ਬੈਠੇ ਸੀ। ਹੁਣ 12 mm ਦਾ ਸ਼ੀਸ਼ਾ, ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਪੱਥਰ ਵੱਜਣ ਦੇ ਨਾਲ ਇਦਾਂ ਸ਼ੀਸ਼ਾ ਟੁੱਟ ਸਕਦਾ ਕਿਉਂਕਿ ਨੁਕਸਾਨ ਕੋਈ ਨਹੀਂ ਹੋਇਆ, ਪਰ ਕਿਉਂਕਿ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਕੇਸ ਦੇ ਵਿੱਚ ਵੀ ਪੈਰਵਾਈ ਕਰਦੇ ਆ, ਬਹੁਤ ਹੋਰ ਵੱਡੇ ਕੇਸ ਨੇ ਉੱਥੇ ਵੀ ਪੈਰਵਾਈ ਹੋਈ ਹੈ। ਇਹ ਸਾਰਾ ਕੁਝ ਅਚਨਚੇਤ ਵਾਪਰਿਆ ਜਾਂ ਉਹਨਾਂ ਨੂੰ ਨਿਸ਼ਾਨਾ ਰੱਖ ਕੇ ਜਿਹੜਾ ਵਾਪਰਿਆ, ਜਾਂਚ ਪੜਤਾਲ ਜ਼ਰੂਰੀ ਹੈ ਕਿਉਂਕਿ ਘਟਨਾ ਹਰਿਆਣੇ 'ਚ ਵਾਪਰੀ ਹੈ। ਹਰਿਆਣੇ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ, ਪਤਾ ਲੱਗ ਸਕਦਾ ਹੈ ਕੌਣ ਹੈ, ਐਸੀ ਗੱਲ ਨਹੀਂ। ਆਲੇ ਦੁਆਲੇ CCTV ਕੈਮਰੇ 20 ਚੀਜ਼ਾਂ ਹੋਰ ਨੇ ਤੇ ਜ਼ਰੂਰੀ ਹੈ ਭਾਈ ਪੰਜਾਬ ਸਰਕਾਰ ਦਾ ਪੱਖ ਇਮਾਨਦਾਰੀ ਨਾਲ ਪੇਸ਼ ਹੋਣਾ ਚਾਹੀਦਾ। ਜੇ ਇਦਾਂ ਕੋਈ ਕਿਸੇ ਨੂੰ ਡਰਾਉਣ ਲੱਗ ਪਿਆ ਫਿਰ ਤਾਂ ਔਖਾ ਹੋ ਜਾਊਗਾ। ਨਹੀਂ ਇਹ ਤਾਂ ਹੈ। ਵੈਸੇ ਜਦੋਂ ਪਹਿਲੀ ਜਾਚੇ ਉਹ ਖਬਰ ਆਈ ਸੀ ਤੇ ਹਰੇਕ ਬੰਦਾ ਸੋਚਦਾ ਵੀ ਯਾਰ ਏਡੀ ਵੱਡੀ ਗੱਡੀ ਹੁੰਦੀ ਆ ਉਹ ਤਾਂ ਐ ਲੰਘ ਜਾਂਦੀ ਹੈ, ਕਿਤੇ ਮਤਲਬ ਸ਼ਤਾਬਦੀ ਕਿਤੇ ਨਿੱਕੀ ਜੀ ਚੱਲ ਗੱਲ ਹੈ ਵੀ ਐਗਜ਼ੈਕਟ ਉਸੇ ਹੀ ਸ਼ੀਸ਼ੇ ਤੇ ਕਿੱਦਾਂ ਪਤਾ ਲੱਗ ਗਿਆ ਵੀ ਉੱਥੇ ਕੁਛ ਮਾਰਤਾ ਹੋਊਗਾ। ਤਾਂ ਜੋ ਉਹਨਾਂ ਨੇ ਦੱਸਿਆ ਜੀ ਸਾਹਿਬ ਨੇ ਵੀ ਉਹ ਜਿੱਥੋਂ ਜੋ ਸਟੇਸ਼ਨ ਤੋਂ ਅੱਗੋਂ ਜਾ ਕੇ ਪਿੰਡ ਦੇ ਲਾਗੋਂ ਜੋ ਲੰਘਦੀ ਸੀ ਉੱਥੇ ਤਾਂ ਜਮਾਂ 10 ਦੀ ਸਪੀਡ ਤੇ ਸੀ, ਜਿਵੇਂ ਅਜੇ ਗੱਡੀ ਤੁਰਨ ਹੀ ਲੱਗੀ ਹੁੰਦੀ ਆ ਵੀ ਉੱਥੇ ਜੇ ਕਹਿੰਦੇ ਇਹ ਸਾਰੀ ਘਟਨਾ ਵਾਪਰੀ ਆ। ਹੁਣ ਉਹ ਕੀ ਗੱਡੀ ਉੱਥੇ ਹਰ ਰੋਜ਼ ਹੀ ਹੌਲੀ ਹੁੰਦੀ ਸੀ ਜਾਂ ਹੌਲੀ ਹੁੰਦੀ ਆ ਹੁਣ ਵੀ, ਜਾਂ ਉੱਥੇ ਉਹ ਜੇ ਮੰਨ ਲਓ ਵੀ ਉਹ ਸੀਟ ਉੱਥੇ ਹੀ ਆ ਤੇ ਕੀ ਉਹ ਬਾਹਰੋਂ ਹੀ ਦੇਖੀ ਗਈ ਸੀ ਜਾਂ ਗੱਡੀ ਦੇ ਵਿੱਚ ਵੀ ਸੀਗਾ ਕੋਈ ਵੀ ਇੱਥੇ ਕਿ ਜੇ ਐਸ ਸੀਟ ਦੇ ਵਿੱਚ ਬੈਠਾ ਸੀ। ਕਈ ਪੱਖ ਜਾਂਚਣ ਵਾਲੇ ਨੇ, ਪਰ ਜੋ ਕੁਝ ਵੀ ਹੈਗਾ ਇਹ ਵੀ ਹੋ ਸਕਦਾ ਵੀ ਉੱਥੇ ਕੋਈ ਵੈਸੇ ਹਲਤਾਂ ਕਰਦੇ ਹੁਣ ਕਿਸੇ ਨੇ ਮਾਰਤਾ ਹੋਵੇ। ਕਈ ਵਾਰੀ ਜਾਨੀ ਉਹ ਸਾਰੀਆਂ ਚੀਜ਼ਾਂ ਕਿ ਐਵੇਂ ਬਿਨਾਂ ਰੌਲਾ ਪੈ ਜਾਏ, ਐਵੇਂ ਬਿਨਾਂ ਰੌਲਾ ਪੈ ਜਾਏ, ਉਹ ਬਹੁਤ ਜ਼ਰੂਰੀ ਆ। ਬਾਕੀ ਸੰਧਾਲੀਆ ਸਭ ਦੇਖਦੇ ਆ ਪੱਟੀ ਮਾਝੇ ਦੇ ਵਿੱਚ ਸ਼ਹਿਰ ਪੈਂਦਾ, ਉੱਥੇ 2 ਦਿਨਾਂ ਤੋਂ ਲਗਾਤਾਰ 2 ਜਿਹੜੇ ਨੌਜਵਾਨ ਨੇ ਵੱਖ-ਵੱਖ, ਉਹ ਇੱਕ ਤਾਂ ਲੰਮਾ ਪਿਆ ਸੀ, ਸਿਰਿੰਜ ਲੱਗ ਗਏ ਆ, ਲੱਤਾਂ ਤੇ ਪੱਟੀਆਂ ਬੰਨੀਆਂ ਜਿੱਥੇ ਸਿਰਿੰਜਾਂ ਮਾਰੀ ਜਾਂਦਾ ਹੋਣਾ, ਇੰਨਾ ਬੇਹੋਸ਼ ਹੋਇਆ ਆ, ਕਾਢੇ ਕੀੜੀਆਂ ਚੜੇ ਉਹਦੇ ਜ਼ਖਮਾਂ ਦੇ ਉੱਤੇ ਜਿੱਥੇ ਉਹਨੇ ਮਾਰ ਕੇ ਸੂਈਆਂ ਜ਼ਖਮ ਕੀਤੇ ਸੀ। ਚਲੋ ਲੋਕਾਂ ਨੇ ਹਸਪਤਾਲ ਪਹੁੰਚਾਇਆ, ਆਖਰੀ ਖਬਰਾਂ ਮਿਲਣ ਤੱਕ ਤਾਂ ਜੇ ਸਾਹ ਚੱਲਦੇ ਸੀ ਜਿਉਂਦਾ ਸੀ ਬੰਦਾ। ਪਰ ਇਹਦਾ ਮਤਲਬ ਹੈ ਕਿ ਸੌਦਾ ਕਿਤੇ ਨਾ ਕਿਤੇ ਜੇ ਮਿਲਦਾ ਉਧਰਲੇ ਪਾਸੇ ਲੋਕਾਂ ਨੂੰ ਵੀ ਜਨਤਕ ਤੌਰ ਦੇ ਉੱਤੇ ਇਕੱਠੇ ਹੋ ਕੇ ਲਾਮਬੰਦੀ ਕਰਨੀ ਪਊ। ਸਰਕਾਰ ਤਾਂ ਖਿੱਚੇ ਕੰਮ ਨੂੰ ਨਹੀਂ ਕਰਨ ਦੀ ਲੋੜ ਹੈ। ਹੁਣ ਦੇਖੋ ਕਿ ਜਿਹੜਾ ਉਹ ਕਹਿੰਦੇ ਵੀ ਮੁੰਦਰਾ ਪੋਰਟ ਤੋਂ 75 ਕਿਲੋ ਫੜਿਆ ਸੌਦਾ, 350 ਕਰੋੜ ਦਾ, 75 ਕਿਲੋ ਛੋਟ ਥੋੜਾ ਨਾ ਲੱਗੇ। ਮੈਂ ਕਿਹਾ 350 ਕਰੋੜ ਦਾ ਸੌਦਾ ਜੇ ਉਹ ਕਹਿੰਦੇ ਵੀ ਵੱਧ ਸਕਦਾ ਜੇ ਸਾਡੀ ਜਾਂਚ ਜਾਰੀ ਹੈ। ਤੇ ਪਹਿਲੀ ਨਜ਼ਰੇ ਤੇ ਇਹ ਕਿਹਾ ਗਿਆ, DGP ਸਾਹਿਬ ਦਾ ਹੀ ਕਹਿਣਾ ਵੀ ਉਹ ਮਲੇਰਕੋਟਲੇ ਦੇ ਬੰਦੇ ਸੀ ਜਿਨ੍ਹਾਂ ਨੇ ਕੰਟੇਨਰ ਮੰਗਾਇਆ। ਹੁਣ ਮਲੇਰਕੋਟਲੇ ਦੇ ਬੰਦਿਆਂ ਦਾ ਵਿੱਚ ਨਾਂ ਕਿਵੇਂ ਆਉਂਦਾ ਜਾਂ ਉਹਨਾਂ ਨੇ ਮੰਗਾਇਆ ਸੀ ਉਹਦੇ 'ਚ ਕਿਸੇ ਨੇ ਰੱਖਤਾ, ਇਹ ਤਾਂ ਜਾਂਚ ਦੱਸੂਗੀ। ਪਰ ਜੇ ਹੁਣ ਰੂਟ ਵਾਇਆ ਉਹ ਗੁਜਰਾਤ ਤੋਂ ਘੁੰਮ ਕੇ ਚੀਜ਼ਾਂ ਆਉਣ ਲਈ, ਦੁਬਈ ਤੋਂ ਗੁਜਰਾਤ ਤੋਂ ਪੰਜਾਬ ਆਉਣਾ। ਹਾਂ ਤੇ ਫਿਰ ਜੇ ਆਪਾਂ ਇਹੋ ਆਖੀਏ ਵੀ ਕੰਡਿਆਲੀ ਤਾਰ ਪਾਰ ਤੋਂ ਕੋਈ ਸੁੱਟਦਾ, ਇਹਦਾ ਮਤਲਬ ਵੀ ਵਾਇਆ ਇੱਧਰੋਂ ਨਹੀਂ, ਵਾਇਆ ਕਈ ਹੋਰ ਵੀ ਚੱਲਦੇ ਆ। ਚਲਿਏ ਜੀ ਫਿਰ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।